ਸਤਿ ਸ਼੍ਰੀ ਅਕਾਲ। ਅੱਜ ਦਾ ਵਿਸ਼ਾ ਹੈ ਸਮਾਜਿਕ ਨਿਯੰਤਰਣ। ਸਮਾਜ ਦੇ ਵਿੱਚ ਨਿਯੰਤਰਣ ਕਿਵੇਂ ਲੋਕਾਂ ਦੇ ਵਿਚਕਾਰ ਪਾਇਆ ਜਾ ਰਿਹਾ ਹੈ। ਸੋ ਇਸ ਦੇ ਵਿੱਚ ਆਪਾਂ ਦੇਖਾਂਗੇ ਕਿ ਸਮਾਜਿਕ ਨਿਯੰਤਰਣ ਦਾ ਅਰਥ ਕੀ ਹੈ, ਇਸ ਦੀਆਂ ਪਰਿਭਾਸ਼ਾਵਾਂ, ਵਿਸ਼ੇਸ਼ਤਾਵਾਂ, ਸਮਾਜਿਕ ਨਿਯੰਤਰਣ ਦੀਆਂ ਏਜੰਸੀਆਂ ਕਿਸ ਨੂੰ ਕਿਹਾ ਜਾਂਦਾ ਹੈ ਅਤੇ ਸਮਾਜਿਕ ਨਿਯੰਤਰਣ ਦੀਆਂ ਕਿਸਮਾਂ ਕਿ ਜੇ ਸਮਾਜ ਦੇ ਵਿੱਚ ਨਿਯੰਤਰਣ ਪਾਇਆ ਜਾਂਦਾ ਹੈ ਤਾਂ ਕਿਸ ਢੰਗ ਦੇ ਨਾਲ ਕਿਹੜੇ-ਕਿਹੜੇ ਲੋਕਾਂ ਦੇ ਵਿਚਕਾਰ ਕਿਵੇਂ ਨਿਯੰਤਰਣ ਦੇਖਣ ਨੂੰ ਮਿਲਦਾ ਹੈ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਰਥ ਦੀ। ਸੋ ਜੇ ਸਮਾਜ ਨੂੰ ਸਮਝਣਾ ਹੈ ਜਾਂ ਸਮਾਜ ਦੀ ਬਣਤਰ ਨੂੰ ਦੇਖਣਾ ਹੈ ਤਾਂ ਇਸ ਲਈ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਸਮਾਜ ਆਪਣਾ ਕਿਸ ਢੰਗ ਦੇ ਨਾਲ ਬਣਿਆ ਹੋਇਆ ਹੈ, ਕਿਉਂਕਿ ਜਦ ਤੱਕ ਸਮਾਜ ਦੀ ਬਣਤਰ ਬਾਰੇ ਨਹੀਂ ਪਤਾ ਲੱਗਦਾ ਤਦ ਤੱਕ ਨਿਯੰਤਰਣ ਦਾ ਵੀ ਕੋਈ ਵੀ ਰੋਲ ਜਾਂ ਕੰਟਰੋਲ ਇਸ ਦੇ ਉੱਤੇ ਨਹੀਂ ਦੇਖਣ ਨੂੰ ਮਿਲਦਾ। ਸੋ ਅਪਰਾਧ ਨਿਯੰਤਰਣ ਦਾ ਜੇ ਆਮ ਤੌਰ ਦੇ ਉੱਤੇ ਆਪਾਂ ਇਸ ਦਾ ਅਰਥ ਦੇਖੀਏ ਤਾਂ ਕਹਾਂਗੇ ਕਿ ਅਪਰਾਧੀਆਂ ਨੂੰ ਸਜ਼ਾ ਦੇਣ ਜਾਂ ਦੂਜਿਆਂ ਨੂੰ ਸਮਾਜ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨ ਲਈ ਜੋ ਬਣਾਏ ਗਏ ਸਮੂਹ ਹੈ ਉਹਨਾਂ ਦੀਆਂ ਜੋ ਗਤੀਵਿਧੀਆਂ ਹੁੰਦੀਆਂ ਉਸ ਨੂੰ ਆਪਾਂ ਸਮਾਜਿਕ ਨਿਯੰਤਰਣ ਕਹਿੰਦੇ ਹਾਂ। ਇੱਕ ਵਿਅਕਤੀ ਦਾ ਦੂਸਰੇ ਵਿਅਕਤੀ ਉੱਤੇ ਨਿਯੰਤਰਣ ਰੱਖਣਾ, ਇੱਕ ਸਮੂਹ ਦਾ ਦੂਜੇ ਸਮੂਹ ਦੇ ਉੱਤੇ ਨਿਯੰਤਰਣ। ਸੋ ਨਿਯੰਤਰਣ ਇੱਕ ਐਦਾਂ ਦੀ ਪ੍ਰਕਿਰਿਆ ਹੈ, ਇੱਕ ਐਦਾਂ ਦਾ ਪ੍ਰੋਸੈਸ ਹੈ ਕਿ ਇੱਕ ਸਮੂਹ ਦੁਆਰਾ ਦੂਜੇ ਸਮੂਹ ਨੂੰ ਨਿਯੰਤਰਿਤ ਰੱਖਿਆ ਜਾ ਰਿਹਾ ਹੈ। ਸੋ ਨਿਯੰਤਰਿਤ ਰੱਖਣਾ ਕਿਉਂ ਜ਼ਰੂਰੀ ਹੈ? ਕਿਉਂਕਿ ਜੇ ਸਮਾਜ ਨੂੰ ਇੱਕ ਸਹੀ ਦਿਸ਼ਾ ਦੇ ਵਿੱਚ ਲੈ ਕੇ ਜਾਣਾ ਹੈ ਤਾਂ ਉਸ ਦੇ ਲਈ ਜ਼ਰੂਰੀ ਹੈ ਕਿ ਸਮਾਜ ਦੇ ਨਿਯਮਾਂ ਦੇ ਅਨੁਸਾਰ ਵਿਅਕਤੀ ਸਮਾਜ ਦੇ ਵਿੱਚ ਵਿਵਹਾਰ ਕਰੇ, ਕਿਉਂਕਿ ਹਰ ਇੱਕ ਸਮਾਜ ਦੇ ਆਪਣੇ ਅਲੱਗ ਤੋਂ ਇੱਕ ਨਿਯਮ ਬਣਾਏ ਗਏ ਹਨ ਜਿਸ ਦੇ ਅਨੁਸਾਰ ਵਿਅਕਤੀ ਲੋਕਾਂ ਨਾਲ ਵਿਚਰਨਗੇ, ਗੱਲਬਾਤ ਕਰਨਗੇ ਤੇ ਇੱਕ ਦੂਸਰੇ ਉੱਤੇ ਨਿਯੰਤਰਣ ਰੱਖਣਗੇ। ਇੱਕ ਵਿਅਕਤੀ ਆਪਣੇ ਵਿਵਹਾਰ ਉੱਤੇ ਵੀ ਨਿਯੰਤਰਣ ਰੱਖੇਗਾ ਤੇ ਇਸ ਦੇ ਨਾਲ ਨਾਲ ਦੂਜੇ ਲੋਕਾਂ ਦੇ ਉੱਤੇ ਵੀ ਨਿਯੰਤਰਣ ਰੱਖਣਾ ਬਹੁਤ ਜ਼ਰੂਰੀ ਹੈ। ਸੋ ਇੱਕ ਸਮੂਹ ਦੁਆਰਾ ਦੂਜੇ ਸਮੂਹ ਨੂੰ ਨਿਯੰਤਰਿਤ ਕਰਨਾ ਹੀ ਸਮਾਜਿਕ ਨਿਯੰਤਰਣ ਅਖਵਾਉਂਦਾ ਹੈ। ਇਸ ਤੋਂ ਇਲਾਵਾ ਆਰਡਰ ਬਣਾਏ ਰੱਖਣਾ, ਜੋ ਪੀਸ ਨੂੰ ਮੇਨਟੇਨ ਕਰਨਾ, ਸਮਾਜ ਦੇ ਵਿੱਚ ਏਕੀਕਰਨ ਦੀ ਭਾਵਨਾ ਨੂੰ ਸਥਾਪਿਤ ਕਰਨਾ। ਸੋ ਮੈਂਬਰਾਂ ਦੇ ਵਿੱਚ ਨਿਯੰਤਰਣ ਦੀ ਭਾਵਨਾ ਤਾਂ ਹੀ ਹੋਏਗੀ ਜਦ ਲੋਕ ਆਪਣਾ ਕੰਮ ਸਹੀ ਢੰਗ ਨਾਲ ਕਰਨਗੇ ਤੇ ਇੱਕ ਦੂਸਰੇ ਨਾਲ ਅੰਤਰ ਕਿਰਿਆਵਾਂ ਵੀ ਸਹੀ ਦਿਸ਼ਾ ਦੇ ਵਿੱਚ ਕਰਨਗੇ। ਆਰਡਰ ਬਣਾਏ ਰੱਖਣਾ, ਮੈਂਬਰਾਂ ਦੇ ਵਿਚਕਾਰ ਨਿਯਮ ਬਣਾ ਕੇ ਰੱਖਣਾ, ਇਹੀ ਸਮਾਜਿਕ ਨਿਯੰਤਰਣ ਦੀ ਇੱਕ ਮੁੱਖ ਅਰਥ ਮੰਨਿਆ ਜਾਂਦਾ ਹੈ। ਸੋ ਇਸ ਤੋਂ ਬਾਅਦ ਮੈਕਾਈਵਰ ਦੀ ਪਰਿਭਾਸ਼ਾ ਦੀ ਗੱਲ ਕਰੀਏ ਤਾਂ ਕਈ ਇੱਦਾਂ ਦੇ ਸਮਾਜ ਸੁਧਾਰਕ ਹੈ ਜਾਂ ਸੋਸ਼ੀਓਲੋਜਿਸਟ ਹੈ ਜਿਨ੍ਹਾਂ ਨੇ ਆਪਣੇ ਅਨੁਸਾਰ ਪਰਿਭਾਸ਼ਾਵਾਂ ਦਿੱਤੀਆਂ ਹੋਈਆਂ। ਸੋ ਮੈਕਾਈਵਰ ਦੇ ਅਨੁਸਾਰ ਸਮਾਜਿਕ ਨਿਯੰਤਰਣ ਉਹ ਤਰੀਕਾ ਹੈ ਜਿਸ ਵਿੱਚ ਸਮੁੱਚੀ ਸਮਾਜਿਕ ਵਿਵਸਥਾ ਆਪਣੇ ਆਪ ਨੂੰ ਕਵਰ ਕਰਦੀ ਹੈ ਅਤੇ ਇਸ ਨੂੰ ਕਾਇਮ ਰੱਖਦੀ ਹੈ ਕਿ ਲੋਕ ਕਿਵੇਂ ਕੰਮ ਕਰ ਰਹੇ ਹੈ ਇੱਕ ਬਦਲਦੇ ਸੰਤੁਲਨ ਦੇ ਰੂਪ ਦੇ ਵਿੱਚ। ਸੋ ਸਮਾਜ ਇੱਕ ਇਕਾਈ ਹੈ, ਸਮਾਜ ਇੱਕ ਯੂਨਿਟ ਹੈ ਜਿਸ ਦੇ ਵਿੱਚ ਲੋਕ ਸਹੀ ਤਰੀਕੇ ਨਾਲ ਕੰਮ ਕਰਦੇ ਹਨ। ਜੇ ਇੱਕ ਵਿਅਕਤੀ ਸਹੀ ਢੰਗ ਨਾਲ ਕੰਮ ਨਹੀਂ ਕਰਦਾ ਤਦ ਉੱਥੇ ਨਿਯੰਤਰਣ ਦੀ ਭਾਵਨਾ ਨਹੀਂ ਪਾਈ ਜਾਂਦੀ ਜਾਂ ਉੱਥੇ ਸਮਾਜਿਕ ਨਿਯੰਤਰਣ ਨਹੀਂ ਪਾਇਆ ਜਾਂਦਾ। ਜਿੱਥੇ ਲਾਅ ਐਂਡ ਆਰਡਰ ਮੇਨਟੇਨ ਕੀਤਾ ਜਾਏਗਾ ਜਾਂ ਨਿਯਮਾਂ ਦੇ ਅਨੁਸਾਰ ਲੋਕ ਕੰਮ ਕਰਨਗੇ ਉੱਥੇ ਆਪਾਂ ਕਹਿ ਸਕਦੇ ਹਾਂ ਉਹ ਸਮਾਜ ਦੇ ਵਿੱਚ ਨਿਯੰਤਰਣ ਪਾਇਆ ਜਾਂਦਾ ਹੈ, ਕਿਉਂਕਿ ਵਿਅਕਤੀ ਦੇ ਵਿਵਹਾਰ ਉੱਤੇ ਲਗਾਏ ਨਿਯੰਤਰਣ ਨੂੰ ਹੀ ਸਮਾਜਿਕ ਨਿਯੰਤਰਣ ਦਾ ਨਾਮ ਦਿੱਤਾ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਵਿਅਕਤੀ ਕਿਵੇਂ ਦਾ ਵਿਵਹਾਰ ਕਰ ਰਿਹਾ ਹੈ, ਉਸ ਦੀਆਂ ਆਦਤਾਂ, ਉਸ ਦੇ ਵਿਚਾਰ, ਕਿਉਂਕਿ ਇੱਕ ਵਿਅਕਤੀ ਦੇ ਜਿੱਦਾਂ ਦੇ ਵਿਚਾਰ ਹੋਣਗੇ, ਜਿੱਦਾਂ ਦੀਆਂ ਆਦਤਾਂ ਹੋਣਗੀਆਂ, ਉਹ ਵਿਅਕਤੀ ਉੱਦਾਂ ਹੀ ਸਮਾਜ ਦੇ ਨਾਲ ਦੂਸਰੇ ਲੋਕਾਂ ਦੇ ਨਾਲ ਵਿਚਰੇਗਾ। ਸੋ ਜੇ ਉਹ ਗਲਤ ਢੰਗ ਦੇ ਨਾਲ ਵਿਚਰ ਰਿਹਾ ਹੈ ਇਸ ਦਾ ਮਤਲਬ ਕਿ ਉਹ ਆਪਣੇ ਉੱਤੇ ਨਿਯੰਤਰਣ ਨਹੀਂ ਰੱਖ ਪਾ ਰਿਹਾ, ਆਪਣੇ ਵਿਵਹਾਰ ਉੱਤੇ, ਆਪਣੇ ਵਿਚਾਰਾਂ ਉੱਤੇ, ਆਪਣੇ ਸੁਭਾਅ ਉੱਤੇ ਨਿਯੰਤਰਣ ਨਹੀਂ ਰੱਖਦਾ। ਇਸ ਕਰਕੇ ਵਿਅਕਤੀ ਜਦੋਂ ਸਮਾਜ ਵਿੱਚ ਰਹਿੰਦਾ ਹੈ ਉਸਨੂੰ ਆਪਣੇ ਵਿਵਹਾਰ ਨੂੰ ਸਮਾਜ ਦੇ ਨਿਯਮਾਂ ਦੇ ਅਨੁਸਾਰ ਢਾਲਣਾ ਪੈਂਦਾ। ਸਮਾਜ ਦੇ ਨਿਯਮ, ਉਹ ਨਿਯਮ ਜਿਸ ਦੇ ਵਿੱਚ ਵਿਅਕਤੀ ਨੂੰ ਦੱਸਿਆ ਜਾਂਦਾ ਹੈ ਕਿ ਉਹਨੇ ਕੀ ਕਰਨਾ ਹੈ ਜਾਂ ਕੀ ਨਹੀਂ, ਸਮਾਜ ਦੇ ਵਿੱਚ ਦੂਜੇ ਲੋਕਾਂ ਨਾਲ ਕਿਵੇਂ ਗੱਲਬਾਤ ਕਰਨੀ ਹੈ। ਸੋ ਇਹ ਮੈਂ ਦੁਬਾਰਾ ਇੱਥੇ ਦੱਸਣਾ ਚਾਹਾਂਗੀ ਕਿ ਵਿਅਕਤੀ ਜਦੋਂ ਸਮਾਜ ਵਿੱਚ ਰਹਿੰਦਾ ਹੈ ਤਾਂ ਉਸਨੂੰ ਆਪਣੇ ਵਿਵਹਾਰ ਨੂੰ ਸਮਾਜ ਦੇ ਨਿਯਮਾਂ ਦੇ ਅਨੁਸਾਰ ਢਾਲਣਾ ਪੈਂਦਾ ਹੈ। ਜਿਵੇਂ ਹੀ ਇੱਕ ਵਿਅਕਤੀ ਸਮਾਜ ਦੇ ਨਿਯਮਾਂ ਦੇ ਅਨੁਸਾਰ ਆਪਣੇ ਆਪ ਨੂੰ ਢਾਲਦਾ ਹੈ ਉਹ ਸਮਾਜ ਦੇ ਵਿੱਚ ਸਮਾਜਿਕ ਨਿਯੰਤਰਣ ਆਪੇ ਹੀ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਸਮਾਜਿਕ ਭਲਾਈ ਦੇ ਲਈ ਤੇ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਜਾਂ ਇੱਛਾਵਾਂ ਉੱਤੇ ਨਿਯੰਤਰਣ ਰੱਖਣ ਦੇ ਲਈ ਹੀ ਜਦ ਇੱਕ ਵਿਅਕਤੀ ਕੋਸ਼ਿਸ਼ ਕਰਨੀ ਸ਼ੁਰੂ ਕਰਦਾ ਹੈ, ਅੰਤਰ ਕਿਰਿਆਵਾਂ ਕਰ ਰਿਹਾ ਹੈ, ਇੱਕ ਤਰ੍ਹਾਂ ਦੀ ਪ੍ਰਕਿਰਿਆ ਹੈ, ਉਸਨੂੰ ਸਮਾਜਿਕ ਨਿਯੰਤਰਣ ਦਾ ਨਾਮ ਦਿੱਤਾ ਗਿਆ। ਉਸ ਤੋਂ ਇਲਾਵਾ ਔਗਬਰਨ ਤੇ ਨਿਮਕੋਫ ਦੋ ਸੋਸ਼ੀਓਲੋਜਿਸਟ ਹੋਏ हैं, ਉਹਨਾਂ ਦੇ ਅਨੁਸਾਰ ਉਹਨਾਂ ਨੇ ਕੀ ਪਰਿਭਾਸ਼ਾ ਦਿੱਤੀ ਹੈ ਕਿ ਇਹ ਜੋ ਸਮਾਜਿਕ ਨਿਯੰਤਰਣ ਹੈ ਇੱਕ ਤਰ੍ਹਾਂ ਦਾ ਦਬਾਅ ਹੈ।
ਦਬਾਅ ਦੇ ਇੱਕ ਤਰ੍ਹਾਂ ਦਾ ਪੈਟਰਨ ਹੈ, ਇੱਕ ਤਰ੍ਹਾਂ ਦਾ ਨਮੂਨਾ ਹੈ ਜੋ ਸਮਾਜ ਵਿਵਸਥਾ ਦੇ ਵਿੱਚ ਜਾਂ ਸਮਾਜਿਕ ਵਿਵਸਥਾ ਦੇ ਵਿੱਚ ਨਿਯਮ ਨੂੰ ਸਥਾਪਿਤ ਕਰਦਾ ਹੈ, ਨਿਯਮ ਬਣਾ ਕੇ ਰੱਖਦਾ ਹੈ ਅਤੇ ਇਸ ਨੂੰ ਨਿਯੰਤਰਣ ਕਰਨ ਦੀਆਂ ਵੱਖ-ਵੱਖ ਏਜੰਸੀਆਂ ਵੀ ਕਿਹਾ ਜਾਂਦਾ ਹੈ। ਸਮਾਜ ਦੇ ਵਿੱਚ ਜਦ ਲੋਕ ਦੂਸਰੇ ਲੋਕਾਂ ਦੇ ਨਾਲ ਵਿਚਰਨਗੇ, ਦੂਸਰੇ ਲੋਕਾਂ ਨਾਲ ਗੱਲਬਾਤ ਕਰਨਗੇ ਤੇ ਇੱਕ ਆਰਡਰ ਨੂੰ, ਇੱਕ ਪੀਸ ਨੂੰ ਮੇਨਟੇਨ ਕਰਨਗੇ ਸਮਾਜ ਦੇ ਵਿੱਚ ਰੂਲਸ ਦੇ ਅਕੋਰਡਿੰਗ। ਸੋ ਇਹਨਾਂ ਨੂੰ ਕੀ ਹੈ, ਅਲੱਗ-ਅਲੱਗ ਏਜੰਸੀਆਂ ਦੇ ਰੂਪ ਦੇ ਵਿੱਚ ਇਹ ਸਾਹਮਣੇ ਆਉਂਦੀਆਂ। ਇਹਦਾ ਮਤਲਬ ਕਿ ਜੇ ਲਾਅ ਦੀ ਗੱਲ ਕਰ ਰਹੇ ਹਾਂ, ਪੁਲਿਸ ਦੀ ਗੱਲ ਕਰੀਏ ਜਾਂ ਹੋਰ ਏਦਾਂ ਦੀਆਂ ਅਥਾਰਟੀਜ਼ ਦੀ ਗੱਲ ਕਰੀਏ, ਸੋ ਇਹ ਸਾਰੇ ਹੀ ਏਜੰਸੀਆਂ ਹੋ ਜਾਣਗੀਆਂ ਸਮਾਜਿਕ ਨਿਯੰਤਰਣ ਦੀਆਂ, ਜੋ ਲੋਕਾਂ ਦੇ ਉੱਤੇ ਦਬਾਅ ਬਣਾ ਕੇ ਰੱਖਦੇ ਹੈ, ਲੋਕਾਂ ਦੇ ਵਿਵਹਾਰ ਨੂੰ ਸੰਤੁਲਿਤ ਕਰ ਰਹੇ ਹੈ, ਜਿਸ ਦੇ ਨਾਲ ਆਪਣਾ ਸਮਾਜ ਇੱਕ ਸੰਗਠਿਤ ਰੂਪ ਦੇ ਵਿੱਚ ਕੰਮ ਕਰੇਗਾ। ਤੇ ਸੰਗਠਿਤ ਰੂਪ ਦੇ ਵਿੱਚ ਕੰਮ ਕਰਨ ਦਾ ਮਤਲਬ, ਉਦਾਹਰਨ ਦੇ ਤੌਰ ਤੇ ਜੇ ਆਪਾਂ ਇਹਦੇ ਵਿੱਚ ਕਹਿ ਸਕਦੇ ਹਾਂ ਕਿ ਜੇ ਇੱਕ ਵਿਅਕਤੀ ਅਪਰਾਧ ਨਹੀਂ ਕਰ ਰਿਹਾ, ਇਸ ਦਾ ਮਤਲਬ ਕਿ ਉਹਨੇ ਆਪਣੇ ਆਪ ਨੂੰ ਜਾਂ ਆਪਣੇ ਵਿਵਹਾਰ ਨੂੰ, ਆਪਣੇ ਸੁਭਾਅ ਨੂੰ, ਆਪਣੇ ਨਿਯਮਾਂ ਨੂੰ ਸਮਾਜ ਦੇ ਨਿਯਮਾਂ ਦੇ ਅਨੁਸਾਰ ਚਲਾਉਣ ਦੀ ਕੋਸ਼ਿਸ਼ ਕਰ ਰਿਹਾ, ਜਿਸ ਦੇ ਨਾਲ ਸਮਾਜ ਦੇ ਵਿੱਚ ਨਿਯੰਤਰਣ ਦੀ ਭਾਵਨਾ ਪੈਦਾ ਹੋਏਗੀ ਜਾਂ ਸਮਾਜ ਦੇ ਵਿੱਚ ਸਮਾਜਿਕ ਨਿਯੰਤਰਣ ਦੇਖਣ ਨੂੰ ਮਿਲੇਗਾ। ਕਾਰਲ ਮੈਨਹਾਈਮ ਦੇ ਅਨੁਸਾਰ ਕੀ ਕਿਹਾ ਗਿਆ ਕਿ ਸਮਾਜਿਕ ਨਿਯੰਤਰਣ ਉਹਨਾਂ ਤਰੀਕਿਆਂ ਦਾ ਜੋੜ ਹੈ, ਉਹ ਤਰੀਕੇ ਜਿਨ੍ਹਾਂ ਦੁਆਰਾ ਇੱਕ ਸਮਾਜ ਵਿੱਚ ਦਿੱਤੇ ਆਦੇਸ਼ ਨੂੰ ਕਾਇਮ ਰੱਖਣ ਲਈ ਮਨੁੱਖੀ ਵਿਵਹਾਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੱਕ ਮਨੁੱਖ ਦੇ ਵਿਵਹਾਰ ਨੂੰ ਪ੍ਰਭਾਵਿਤ ਕਰਨਾ, ਇੱਕ ਮਨੁੱਖ ਦੇ ਵਿਵਹਾਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨਾ, ਇਸ ਦਾ ਮਤਲਬ ਕਿ ਇਹ ਜੋ ਸਮਾਜਿਕ ਨਿਯੰਤਰਣ ਹੈ, ਇਹ ਉਹਨਾਂ ਤਰੀਕਿਆਂ ਦਾ ਸੁਮੇਲ ਹੈ, ਇਹ ਉਹਨਾਂ ਤਰੀਕਿਆਂ ਦਾ ਜੋੜ ਹੈ ਜਿਸ ਦੇ ਦੁਆਰਾ ਸਮਾਜ ਦੇ ਵਿੱਚ ਇੱਕ ਵਿਅਕਤੀ ਨੂੰ ਦੱਸਿਆ ਜਾਂਦਾ ਹੈ ਕਿ ਉਸਨੇ ਵਿਵਹਾਰ ਕਿਵੇਂ ਕਰਨਾ। ਵਿਵਹਾਰ ਕਰਨ ਦਾ ਢੰਗ ਕਿ ਕਦੇ ਵੀ, ਜੇ ਉਦਾਹਰਨ ਲਈਏ ਤਾਂ ਕਿਸੇ ਨੂੰ ਨੁਕਸਾਨ ਨਾ ਪਹੁੰਚਾਉਣਾ, ਸਮਾਜ ਦੇ ਨਿਯਮਾਂ ਦੇ ਅਨੁਸਾਰ ਆਪਣੇ ਆਪ ਨੂੰ ਢਾਲਣਾ ਤੇ ਇੱਕ ਵਧੀਆ, ਇੱਕ ਗੁੱਡ ਸਿਟੀਜ਼ਨ ਬਣ ਕੇ ਅੱਗੇ ਆਉਣਾ। ਇਹੀ ਸਮਾਜਿਕ ਨਿਯੰਤਰਣ ਦੀ ਇੱਕ ਵਿਸ਼ੇਸ਼ਤਾ ਹੈ ਕਿ ਸਮਾਜਿਕ ਨਿਯੰਤਰਣ ਸਮਾਜ ਦੇ ਵਿੱਚ ਏਦਾਂ ਸਥਾਪਿਤ ਕੀਤਾ ਜਾਂਦਾ। ਇਸ ਤੋਂ ਇਲਾਵਾ ਅੱਗੇ ਗੱਲ ਕਰਦੇ ਹਾਂ ਤਾਂ ਸਮਾਜਿਕ ਨਿਯੰਤਰਣ ਦੀਆਂ ਵਿਸ਼ੇਸ਼ਤਾਵਾਂ। ਜੋ ਸਮਾਜਿਕ ਨਿਯੰਤਰਣ ਹੈ, ਇਹ ਇੱਕ ਪੁਰਾਣੀ ਪ੍ਰਣਾਲੀ ਹੈ ਜਾਂ ਇੱਕ ਪੁਰਾਣੀ ਪ੍ਰਣਾਲੀ ਨੂੰ ਕਾਇਮ ਰੱਖਦਾ ਹੈ। ਇੱਕ ਓਲਡ ਜੋ ਇੰਸਟੀਟਿਊਸ਼ਨ ਹੈ ਜਾਂ ਓਲਡ ਸਿਸਟਮ ਹੈ, ਉਸ ਨੂੰ ਕਾਇਮ ਰੱਖਦਾ ਹੈ। ਕਿਉਂ? ਕਿਉਂਕਿ ਹਰ ਇੱਕ ਵਿਅਕਤੀ ਦੇ ਆਪਣੇ ਅਲੱਗ ਤੋਂ ਨਿਯਮ ਹੁੰਦੇ ਆ। ਜੇ ਆਪਾਂ ਪੁਰਾਤਨ ਸਮਾਜ ਦੀ ਗੱਲ ਕਰੀਏ, ਪਿਛੜੇ ਹੋਏ ਸਮਾਜ ਦੀ ਗੱਲ ਕਰੀਏ ਜਾਂ ਉਸ ਤੋਂ ਬਾਅਦ ਹੁਣ ਮਾਡਰਨ ਐਰਾ ਦੀ ਗੱਲ ਕਰੀਏ, ਤਾਂ ਹਰ ਇੱਕ ਵਿਅਕਤੀ ਦੇ ਆਪਣੇ ਨੋਰਮਸ, ਵੈਲਿਊਜ਼ ਹੈ, ਆਪਣੀਆਂ ਕਦਰਾਂ ਕੀਮਤਾਂ ਹੈ। ਸੋ ਉਹ ਕਾਇਮ ਰੱਖਣਾ, ਉਸ ਪ੍ਰਣਾਲੀ ਨੂੰ, ਪੁਰਾਣੀ ਪ੍ਰਣਾਲੀ ਨੂੰ ਕਾਇਮ ਰੱਖਣਾ ਹੀ ਇੱਕ ਮੁੱਖ ਵਿਸ਼ੇਸ਼ਤਾ ਹੋ ਜਾਂਦੀ ਹੈ ਸਮਾਜਿਕ ਨਿਯੰਤਰਣ ਦੀ। ਕਿਉਂਕਿ ਲੋਕਾਂ ਦੇ ਸੁਭਾਅ ਉੱਤੇ, ਉਹਨਾਂ ਦੇ ਮਾਈਂਡਸੈਟ ਦੇ ਉੱਤੇ ਦਬਾਅ ਪਾਇਆ ਜਾਂਦਾ ਕਿ ਇਹ ਚੀਜ਼ ਕਰਨੀ ਹੈ ਜਾਂ ਇਹ ਨਹੀਂ। ਜਿੱਥੇ ਪ੍ਰੈਸ਼ਰ ਪਾਇਆ ਜਾਏਗਾ, ਜਿੱਥੇ ਲੋਕਾਂ ਦੇ ਵਿਵਹਾਰ ਉੱਤੇ ਦਬਾਅ ਪਾਇਆ ਜਾਏਗਾ, ਤਾਂ ਉਹ ਲੋਕਾਂ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਇੱਕ ਸਹੀ ਢੰਗ ਦੇ ਵਿੱਚ, ਇੱਕ ਸਹੀ ਆਕਾਰ ਦੇ ਵਿੱਚ ਲੋਕਾਂ ਉੱਤੇ ਨਿਯੰਤਰਣ ਰੱਖਿਆ ਜਾਏਗਾ, ਜਿਸ ਦੇ ਨਾਲ ਲੋਕ ਸਮਾਜ ਦੇ ਨਿਯਮਾਂ ਨੂੰ ਮੰਨਣਗੇ ਤੇ ਸਮਾਜ ਦੇ ਵਿੱਚ ਸਮਾਜਿਕ ਨਿਯੰਤਰਣ ਦੀ ਸਥਾਪਨਾ ਹੋਏਗੀ। ਇਸ ਤੋਂ ਇਲਾਵਾ ਇੱਕ ਹੋਰ ਵਿਸ਼ੇਸ਼ਤਾ ਕਿ ਵਿਅਕਤੀਗਤ ਵਿਵਹਾਰ ਤੇ ਦਬਾਅ ਪਾਉਣਾ। ਇੱਕ ਵਿਅਕਤੀ ਦਾ ਵਿਵਹਾਰ, ਇੱਕ ਹੁੰਦਾ ਹੈ ਸਮੂਹਿਕ ਜਾਂ ਸਮਾਜਿਕ ਵਿਵਹਾਰ ਤੇ ਦੂਸਰਾ ਹੈ ਵਿਅਕਤੀਗਤ ਵਿਵਹਾਰ। ਵਿਅਕਤੀ ਜਦ ਆਪਣੇ ਵਿਵਹਾਰ ਉੱਤੇ ਦਬਾਅ ਪਾਏਗਾ ਜਾਂ ਲੋਕਾਂ ਦੁਆਰਾ ਉਸਦੇ ਵਿਵਹਾਰ ਉੱਤੇ, ਉਸਦੇ ਗਲਤ ਵਿਵਹਾਰ ਉੱਤੇ ਦਬਾਅ ਪਾਇਆ ਜਾਏਗਾ ਤੇ ਉਸਨੂੰ ਸਹੀ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਜੋ ਸਮਾਜ ਨੂੰ ਅੱਗੇ ਜਾ ਕੇ ਨੁਕਸਾਨ ਨਾ ਪਹੁੰਚਾ ਸਕੇ, ਸੋ ਉਸਨੂੰ ਆਪਾਂ ਸਮਾਜਿਕ ਨਿਯੰਤਰਣ ਕਹਾਂਗੇ ਤੇ ਇਹ ਇਸ ਦੀ ਇੱਕ ਮੁੱਖ ਵਿਸ਼ੇਸ਼ਤਾ ਹੋ ਜਾਂਦੀ ਹੈ। ਇਸ ਤੋਂ ਇਲਾਵਾ ਗੱਲ ਕਰਾਂਗੇ ਅਗਲੀ ਵਿਸ਼ੇਸ਼ਤਾ ਦੀ ਕਿ ਵਿਅਕਤੀ ਦੇ ਸਮਾਜੀਕਰਨ ਦੇ ਵਿੱਚ ਮਦਦ ਕਰਦਾ ਹੈ। ਜੋ ਸਮਾਜਿਕ ਨਿਯੰਤਰਣ ਹੈ ਉਹ ਵਿਅਕਤੀ ਦੇ ਸਮਾਜੀਕਰਨ ਦੇ ਵਿੱਚ, ਹੁਣ ਸਮਾਜੀਕਰਨ ਦਾ ਅਰਥ ਕੀ ਹੈ? ਸਮਾਜੀਕਰਨ ਉਹ ਸਿੱਖਣ ਦੀ ਪ੍ਰਕਿਰਿਆ ਜਿਸ ਦੇ ਵਿੱਚ ਇੱਕ ਵਿਅਕਤੀ ਸਮਾਜ ਦੇ ਵਿੱਚ ਜੀਣਾ ਸਿੱਖ ਰਿਹਾ ਹੈ, ਸਮਾਜ ਦੇ ਵਿੱਚ ਉਹ ਸਰਵਾਈਵ ਕਰਨਾ ਸਿੱਖਦਾ ਹੈ। ਸੋ ਜੋ ਜਨਮ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਤੇ ਮ੍ਰਿਤੂ ਤੱਕ ਇੱਕ ਵਿਅਕਤੀ ਦੇ ਨਾਲ ਚੱਲਦੀ ਹੈ। ਸੋ ਵਿਅਕਤੀ ਦੇ ਸਮਾਜੀਕਰਨ ਦੇ ਵਿੱਚ ਇਹ ਮਦਦਗਾਰ ਹੈ। ਕਿਵੇਂ ਮਦਦਗਾਰ ਹੈ? ਕਿ ਜੋ ਸਮਾਜਿਕ ਨਿਯੰਤਰਣ ਹੈ ਉਹ ਜਨਮ ਤੋਂ ਲੈ ਕੇ ਇੱਕ ਬੱਚੇ ਨੂੰ ਜਦੋਂ ਵੱਡਾ ਵੀ ਹੋ ਜਾਂਦਾ ਉਸਨੂੰ ਹਰ ਇੱਕ ਢੰਗ, ਹਰ ਇੱਕ ਤਰੀਕਾ ਸਿਖਾਉਂਦਾ ਹੈ ਕਿ ਸਮਾਜ ਦੇ ਵਿੱਚ ਕਿਵੇਂ ਰਹਿਣਾ ਹੈ, ਸਮਾਜ ਦੇ ਰੀਤੀ ਰਿਵਾਜ, ਸਮਾਜ ਦੇ ਨਿਯਮਾਂ ਦੇ ਅਨੁਸਾਰ ਉਸਨੇ ਆਪਣੇ ਆਪ ਨੂੰ ਕਿਵੇਂ ਢਾਲਣਾ ਹੈ। ਕਿਉਂਕਿ ਜੇ ਇੱਕ ਵਿਅਕਤੀ ਨੂੰ ਦੱਸਿਆ ਹੀ ਨਹੀਂ ਜਾਏਗਾ ਕਿ ਸਮਾਜ ਦੇ ਕੀ ਨਿਯਮ ਹੈ, ਕੀ ਲਾਅ ਐਂਡ ਆਰਡਰ ਹੈ, ਕੀ ਰੂਲਸ ਨੂੰ ਫੋਲੋ ਕਰਨਾ ਹੈ, ਤਦ ਤੱਕ ਉਹ ਇਹ ਚੀਜ਼ਾਂ ਨੂੰ
ਫੋਲੋ ਕਰਕੇ ਅੱਗੇ ਨਹੀਂ ਵੱਧ ਸਕੇਗਾ। ਇਸ ਲਈ ਜ਼ਰੂਰੀ ਹੈ ਕਿ ਵਿਅਕਤੀ ਦਾ ਸਮਾਜੀਕਰਨ ਹੋਣਾ ਜ਼ਰੂਰੀ ਹੈ, ਤੇ ਸਮਾਜੀਕਰਨ ਤਾਂ ਹੀ ਹੋ ਪਾਏਗਾ ਜਦ ਉਹ ਸਮਾਜ ਦੇ ਵਿੱਚ ਰਹਿਣਾ ਸਿੱਖੇਗਾ, ਦੂਜੇ ਲੋਕਾਂ ਨਾਲ ਅੰਤਰ ਕਿਰਿਆਵਾਂ ਕਰੇਗਾ ਤੇ ਆਪਣੇ ਆਪ ਉੱਤੇ ਹੀ ਨਿਯੰਤਰਣ ਰੱਖੇਗਾ। ਉਦਾਹਰਨ ਦੇ ਤੌਰ ਤੇ ਜਿਵੇਂ ਮਾਤਾ ਪਿਤਾ ਇੱਕ ਬੱਚੇ ਉੱਤੇ ਨਿਯੰਤਰਣ ਰੱਖਦੇ ਆ, ਆਪਣੇ ਬੱਚੇ ਉੱਤੇ ਉਹ ਨਿਯੰਤਰਣ ਰੱਖਦੇ ਆ, ਉਸਨੂੰ ਦੱਸਿਆ ਜਾਂਦਾ ਕਿ ਇਹ ਚੀਜ਼ ਸਹੀ ਹੈ ਜਾਂ ਇਹ ਗਲਤ। ਸੋ ਇਹ ਸਾਰੀਆਂ ਚੀਜ਼ਾਂ ਹੀ ਸਮਾਜੀਕਰਨ ਦਾ ਇੱਕ ਹਿੱਸਾ ਹੈ, ਤੇ ਸਮਾਜੀਕਰਨ ਦੇ ਨਾਲ ਨਾਲ ਹੀ ਇੱਕ ਵਿਅਕਤੀ ਆਪਣੇ ਉੱਤੇ ਨਿਯੰਤਰਣ ਰੱਖਣਾ ਸਿੱਖਦਾ ਹੈ, ਤੇ ਉਹ ਸਮਾਜ ਦੇ ਵਿੱਚ ਇਹ ਸਿੱਖਦਾ ਹੈ ਕਿ ਦੂਜੇ ਵਿਅਕਤੀਆਂ ਦੇ ਉੱਤੇ ਕਿਵੇਂ ਨਿਯੰਤਰਣ ਰੱਖਣਾ। ਕਿਉਂਕਿ ਜਿੱਥੇ ਨਿਯਮ ਸਥਾਪਿਤ ਕੀਤੇ ਜਾਣਗੇ ਉੱਥੇ ਇੱਕ ਵਿਅਕਤੀ ਇਹ ਚੀਜ਼ਾਂ ਬਾਰੇ ਸਮਝੇਗਾ, ਸਮਾਜੀਕਰਨ ਦੀ ਪ੍ਰਕਿਰਿਆ ਦੇ ਵਿੱਚ ਸ਼ਾਮਿਲ ਹੋਏਗਾ, ਤੇ ਉਹ ਆਪਣੇ ਵਿਵਹਾਰ ਨੂੰ ਆਪਣੇ ਵਿਵਹਾਰ ਦੇ ਉੱਤੇ ਨਿਯੰਤਰਣ ਰੱਖੇਗਾ। ਇਸ ਤੋਂ ਇਲਾਵਾ ਇਹ ਇੱਕ ਨਿਰੰਤਰ ਪ੍ਰਕਿਰਿਆ ਹੈ। ਨਿਰੰਤਰ ਪ੍ਰਕਿਰਿਆ ਕੀ, ਇਹ ਇੱਕ ਤਰ੍ਹਾਂ ਦਾ ਕੰਟੀਨਿਊਸ ਪ੍ਰੋਸੈਸ ਹੈ, ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ। ਭਾਵੇਂ ਲੋਕ ਪਿੰਡਾਂ ਵਿੱਚ ਰਹਿ ਰਹੇ ਹੈ, ਸ਼ਹਿਰਾਂ ਦੇ ਵਿੱਚ ਜਾਂ ਕਬਾਇਲੀ ਸਮਾਜ ਦੇ ਵਿੱਚ ਰਹਿ ਰਹੇ ਹੈ, ਭਾਵੇਂ 50 ਸਾਲ ਬਾਅਦ ਦੀ ਗੱਲ ਕਰੀਏ, ਹੁਣ ਦੀ ਸਮੇਂ ਦੀ ਗੱਲ ਕਰੀਏ ਜਾਂ ਆਉਣ ਵਾਲੇ 50 ਸਾਲਾਂ ਦੀ ਗੱਲ ਕਰੀਏ, ਸਮਾਜਿਕ ਨਿਯੰਤਰਣ ਹਰ ਇੱਕ ਪਾਸੇ ਹਰ ਇੱਕ ਸਮੇਂ ਦੇ ਉੱਤੇ ਪਾਇਆ ਜਾਏਗਾ, ਕਿਉਂਕਿ ਨਿਯੰਤਰਣ ਹੀ ਇੱਕ ਸਮੇਂ ਦੀ ਜ਼ਰੂਰਤ ਹੈ, ਸਮੇਂ ਦੀ ਲੋੜ ਹੈ। ਨਿਯੰਤਰਣ ਜਿੱਥੇ ਲੋਕ ਪੁਰਾਣੇ ਨਿਯਮਾਂ ਦੇ ਅਨੁਸਾਰ ਵੀ ਆਪਣੇ ਆਪ ਨੂੰ ਅੱਗੇ ਚਲਾਉਣਗੇ ਤੇ ਉਹ ਇੱਕ ਸਥਾਪਿਤ ਕਰਨਗੇ ਇੱਕ ਵਧੀਆ ਸਮਾਜ। ਕਿਉਂਕਿ ਜਿੱਥੇ ਲੋਕ ਸਮਾਜ ਦੇ ਵਿੱਚ ਰਹਿ ਕੇ ਇੱਕ ਦੂਸਰੇ ਨਾਲ ਅੰਤਰ ਕਿਰਿਆਵਾਂ ਕਰਦੇ ਹੋਏ ਇੱਕ ਦੂਜੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ ਜਾਂ ਕੋਈ ਵੀ ਅਪਰਾਧ ਦੇ ਵਿੱਚ ਸ਼ਾਮਿਲ ਹੋਣਗੇ, ਤਦ ਉੱਥੇ ਨਿਯੰਤਰਣ ਘਟ ਜਾਏਗਾ। ਸੋ ਨਿਯੰਤਰਣ ਵੱਧ ਜਾਂ ਨਿਯੰਤਰਣ ਸਹੀ ਢੰਗ ਨਾਲ ਹੋਣ ਦੀ ਮਤਲਬ ਹੈ ਕਿ ਇਹ ਇੱਕ ਐਦਾਂ ਦੀ ਪ੍ਰਕਿਰਿਆ ਹੈ, ਇੱਕ ਐਦਾਂ ਦੀ ਪ੍ਰਣਾਲੀ ਹੈ ਜਿੱਥੇ ਵਿਅਕਤੀ ਸ਼ੁਰੂ ਤੋਂ ਲੈ ਕੇ ਜਾਂ ਜਨਮ ਤੋਂ ਲੈ ਕੇ ਮ੍ਰਿਤਿੂ ਤੱਕ ਜਾਂ ਹਰ ਇੱਕ ਸਮਾਜ ਦੇ ਵਿੱਚ ਨਿਯੰਤਰਣ ਹੋਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਇਸ ਨੂੰ ਇੱਕ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਦਾ ਨਾਮ ਦਿੱਤਾ ਗਿਆ। ਇਸ ਤੋਂ ਬਾਅਦ ਅੱਗੇ ਦੇਖਦੇ ਹਾਂ ਕਿ ਇਹ ਵਿਅਕਤੀਆਂ ਨੂੰ ਦਿਸ਼ਾ ਪ੍ਰਦਾਨ ਕਰਦਾ ਹੈ। ਜੋ ਸਮਾਜਿਕ ਨਿਯੰਤਰਣ ਹੈ ਉਹ ਵਿਅਕਤੀਆਂ ਨੂੰ ਦਿਸ਼ਾ ਪ੍ਰਦਾਨ ਕਰਦਾ ਹੈ, ਇੱਕ ਦਿਸ਼ਾ, ਇੱਕ ਸਹੀ ਪਾਥ ਦਿਖਾਣਾ, ਇੱਕ ਸਹੀ ਦਿਸ਼ਾ ਪ੍ਰਦਾਨ ਕਰਨਾ। ਇਸ ਦਾ ਮਤਲਬ ਕਿ ਉਹ ਰਸਤਾ ਵਿਖਾਉਣਾ ਜਿਸ ਤੇ ਚੱਲ ਕੇ ਇੱਕ ਵਿਅਕਤੀ ਇੱਕ ਵਧੀਆ ਸਿਟੀਜ਼ਨ, ਵਧੀਆ ਨਾਗਰਿਕ ਬਣ ਕੇ ਅੱਗੇ ਆਏਗਾ ਤੇ ਦੂਸਰਿਆਂ ਨੂੰ ਨੁਕਸਾਨ ਨਾ ਪਹੁੰਚਾਉਂਦੇ ਹੋਏ ਉਹਨਾਂ ਨੂੰ ਸਹੀ ਦਿਸ਼ਾ ਦੇ ਵਿੱਚ ਸਮਾਜ ਨੂੰ ਅੱਗੇ ਚਲਾਏਗਾ। ਕਿਉਂਕਿ ਦਿਸ਼ਾ ਪ੍ਰਦਾਨ ਕਰਨਾ ਕਿ ਉਸਦੀ ਸ਼ਖਸੀਅਤ ਦਾ ਵੀ ਨਿਰਮਾਣ ਕਰਨਾ ਇਸ ਦੇ ਵਿੱਚ ਸ਼ਾਮਿਲ ਹੁੰਦਾ ਹੈ। ਦਿਸ਼ਾ ਪ੍ਰਦਾਨ ਕੀਤੀ ਜਾਏਗੀ ਕਿ ਠੀਕ ਤਰੀਕੇ ਨਾਲ ਕਿਵੇਂ ਉਹਨੇ ਸਮਾਜ ਦੇ ਵਿੱਚ ਰਹਿਣਾ ਹੈ, ਕੀ ਸਹੀ ਹੈ ਤੇ ਕੀ ਗਲਤ ਹੈ। ਸੋ ਸਮਾਜਿਕ ਨਿਯੰਤਰਣ ਕੀ ਹੈ, ਇਹ ਉਸ ਤਰ੍ਹਾਂ ਦੀ ਪ੍ਰਕਿਰਿਆ ਹੈ ਜੋ ਇੱਕ ਵਿਅਕਤੀ ਦੇ ਵਿਵਹਾਰ ਨੂੰ ਸੰਤੁਲਿਤ ਰੱਖਦੀ ਹੈ, ਜਾਂ ਵਿਅਕਤੀ ਆਪਣਾ ਵਿਵਹਾਰ ਠੀਕ ਕਰਦਾ ਹੈ, ਉਹ ਠੀਕ ਢੰਗ ਦੇ ਨਾਲ ਆਪਣੇ ਵਿਵਹਾਰ ਨੂੰ ਠੀਕ ਰੱਖ ਰਿਹਾ ਹੈ ਸਮਾਜ ਦੇ ਵਿੱਚ, ਜਿਸ ਦੇ ਨਾਲ ਸਮਾਜ ਇੱਕ ਸਹੀ ਦਿਸ਼ਾ ਦੇ ਵਿੱਚ ਚੱਲ ਰਿਹਾ ਹੈ। ਕਿਉਂਕਿ ਇਹ ਮੰਨਿਆ ਗਿਆ ਹੈ ਕਿ ਜੇ ਇੱਕ ਵਿਅਕਤੀ ਆਪਣਾ ਵਿਵਹਾਰ ਠੀਕ ਢੰਗ ਨਾਲ ਨਹੀਂ ਰੱਖੇਗਾ ਤਦ ਉਹ ਆਪਣੇ ਆਲੇ ਦੁਆਲੇ ਦੇ ਜਿੰਨੇ ਵੀ ਲੋਕ ਹੋਣਗੇ ਉਹਨਾਂ ਨੂੰ ਕਿਤੇ ਨਾ ਕਿਤੇ ਨੁਕਸਾਨ ਪਹੁੰਚਾਏਗਾ ਤੇ ਇਹ ਇੱਕ ਰੁਕਾਵਟ ਬਣੇਗਾ ਸਮਾਜਿਕ ਨਿਯੰਤਰਣ ਦੇ ਵਿੱਚ। ਜੇ ਸਮਾਜ ਦੇ ਵਿੱਚ ਨਿਯੰਤਰਣ ਹੋਏਗਾ ਤਾਂ ਹੀ ਸਮਾਜ ਵਿਕਾਸ ਵੱਲ ਜਾਏਗਾ, ਤਾਂ ਹੀ ਸਮਾਜ ਦੀ ਤਰੱਕੀ ਹੋਏਗੀ ਤੇ ਲੋਕ ਆਪਣਾ ਜੀਵਨ ਸੁਖਾਲੇ ਢੰਗ ਦੇ ਨਾਲ ਬਤੀਤ ਕਰ ਸਕਣਗੇ। ਸੋ ਇਸ ਤੋਂ ਬਾਅਦ ਇਹ ਸਮਾਜਿਕ ਏਕਤਾ ਨੂੰ ਕਾਇਮ ਰੱਖਦਾ ਹੈ। ਸਮਾਜਿਕ ਏਕਤਾ ਨੂੰ ਕਾਇਮ ਰੱਖਣਾ, ਸਮਾਜਿਕ ਵਿਵਸਥਾ ਦੇ ਵਿੱਚ ਰਹਿ ਕੇ ਲੋਕੀ ਇੱਕ ਦੂਸਰੇ ਨਾਲ ਅਸੀਂ ਦੀ ਭਾਵਨਾ ਉਹਨਾਂ ਦੇ ਵਿੱਚ ਹੋਏਗੀ, ਭਾਈਚਾਰੇ ਦੀ ਭਾਵਨਾ ਕਹਿ ਸਕਦੇ ਹੋ, ਇਕਜੁੱਟਤਾ ਪਾਈ ਜਾਏਗੀ। ਸੋ ਜਿੱਥੇ ਏਕਤਾ ਦੀ ਭਾਵਨਾ ਹੈ, ਕਿਉਂਕਿ ਆਪਣਾ ਜੋ ਸਮਾਜ ਹੈ ਉਹ ਟਿਕਿਆ ਹੀ ਇਕਜੁੱਟਤਾ ਤੇ ਹੈ, ਉਹ ਟਿਕਿਆ ਹੀ ਏਕਤਾ ਤੇ ਹੈ। ਏਕਤਾ ਦਾ ਮਤਲਬ ਕਿ ਸਮਾਜ ਦੇ ਵਿੱਚ ਰਹਿ ਕੇ ਜਦ ਇੱਕ ਵਿਅਕਤੀ ਦੂਸਰੇ ਦੇ ਨਾਲ ਮਿਲ ਕੇ ਕੰਮ ਕਰੇਗਾ, ਕੁਝ ਅੰਤਰ ਕਿਰਿਆਵਾਂ ਕਰੇਗਾ, ਤਦ ਸਮਾਜ ਦੀ ਸਥਾਪਨਾ ਹੋਏਗੀ। ਇੱਕ ਸਹੀ ਸਮਾਜ ਦੀ ਸਥਾਪਨਾ ਹੋਣ ਦੇ ਨਾਲ ਕੀ ਹੈ, ਲੋਕਾਂ ਦੇ ਵਿਚਕਾਰ ਏਕਤਾ ਦੀ ਭਾਵਨਾ, ਲੋਕਾਂ ਦੇ ਵਿਚਕਾਰ ਆਪਸੀ ਨਿਰਭਰਤਾ ਤੇ ਇੱਕ ਦੂਸਰੇ ਉੱਤੇ ਨਿਰਭਰ ਹੋਣਗੇ ਤੇ ਸਮਾਜਿਕ ਏਕਤਾ ਨੂੰ ਕਾਇਮ ਰੱਖਣਗੇ, ਬਣਾ ਕੇ ਰੱਖਣਗੇ। ਸੋ ਇਹੀ ਇੱਕ ਮੁੱਖ ਵਿਸ਼ੇਸ਼ਤਾ ਹੋ ਜਾਂਦੀ ਹੈ ਸਮਾਜਿਕ ਨਿਯੰਤਰਣ ਦੀ ਵੀ, ਕਿਉਂਕਿ ਸਮਾਜਿਕ ਨਿਯੰਤਰਣ ਆਪਣੇ ਆਪ ਦੇ ਵਿੱਚ ਹੀ ਇੱਕ ਪ੍ਰਕਿਰਿਆ ਹੈ, ਆਪਣੇ ਆਪ ਦੇ ਵਿੱਚ ਹੀ ਇਹ ਇੱਕ ਪ੍ਰਣਾਲੀ ਹੈ, ਇੱਕ ਸਿਸਟਮ ਹੈ ਜਿਸ ਦੇ ਵਿੱਚ ਲੋਕ ਆਪਣੇ ਆਪ ਨੂੰ ਸੰਤੁਲਿਤ ਕਰ ਰਹੇ ਹੈ, ਆਪਣੇ ਵਿਵਹਾਰ ਨੂੰ ਸਹੀ ਢੰਗ ਨਾਲ ਚਲਾ ਰਹੇ ਹੈ ਤੇ ਸਮਾਜ ਦੇ ਵਿੱਚ ਸਮਾਜਿਕ ਏਕਤਾ ਨੂੰ ਕਾਇਮ ਰੱਖ ਰਹੇ ਹੈ, ਔਰ ਇਹਦੇ ਵਿੱਚ ਸਮਾਜਿਕ ਨਿਯੰਤਰਣ ਦਾ ਇੱਕ ਮਹੱਤਵਪੂਰਨ ਰੋਲ ਹੈ। ਇਹ ਸਮਾਜਿਕ ਹੈ।
ਅਗਲਾ ਪੁਆਇੰਟ ਹੈ ਕਿ ਇਹ ਸਮਾਜਿਕ ਕਿਵੇਂ ਹੈ? ਕੋਈ ਵੀ ਚੀਜ਼ ਜਿੱਥੇ ਲੋਕ ਵੱਧ ਤੋਂ ਵੱਧ ਉਸ ਚੀਜ਼ ਨਾਲ ਜੁੜੇ ਹੋਏ ਹੋਣ, ਭਾਵੇਂ ਉਹ ਲੋਕਾਂ ਦਾ ਵਿਵਹਾਰ ਹੈ, ਸਮਾਜ ਦੇ ਵਿੱਚ ਲੋਕ ਕਿਵੇਂ ਜੀ ਰਹੇ ਹੈ, ਜਾਂ ਸਮਾਜ ਦੇ ਉੱਤੇ ਕਿਵੇਂ ਕੰਟਰੋਲ ਰੱਖਣਾ। ਸੋ ਕੰਟਰੋਲ ਦਾ ਮਤਲਬ ਹੀ ਨਿਯੰਤਰਣ ਰੱਖਣਾ ਹੈ। ਇਹ ਸਮਾਜਿਕ ਹੈ। ਸਮਾਜਿਕ ਹੀ ਹਰ ਇੱਕ ਵਿਅਕਤੀ ਸਮਾਜ ਦੇ ਵਿੱਚ ਲੋਕੀ ਇੱਕ ਦੂਸਰੇ ਨਾਲ ਜੁੜੇ ਹੋਏ ਹੈ, ਹਰ ਇੱਕ ਵਿਅਕਤੀ ਦੂਸਰੇ ਉੱਤੇ ਨਿਯੰਤਰਣ ਰੱਖਦਾ ਹੈ, ਤੇ ਸਮੂਹਿਕ ਜੋ ਭਲਾਈ ਹੈ ਤੇ ਜਾਂ ਸਮੂਹਿਕ ਕਲਿਆਣ ਹੈ, ਉਹ ਚੀਜ਼ਾਂ ਲੋਕਾਂ ਦੇ ਵਿਚਕਾਰ ਜਾਂ ਸਮਾਜ ਦੇ ਵਿੱਚ ਵੱਧ ਦੇਖਣ ਨੂੰ ਮਿਲਦੀਆਂ। ਕਿਉਂਕਿ ਸਮਾਜ ਕੀ ਹੈ? ਸਮਾਜ ਉਹ ਲੋਕਾਂ ਦਾ ਇਕੱਠ ਹੈ ਜੋ ਇਕੱਠੇ ਮਿਲ ਕੇ ਅੰਤਰ ਕਿਰਿਆਵਾਂ ਕਰ ਰਹੇ ਹੈ, ਗਤੀਵਿਧੀਆਂ ਕਰਦੇ ਪਏ ਹੈ, ਤੇ ਇੱਕ ਦੂਸਰੇ ਦੇ ਉੱਤੇ ਇੱਕ ਦੂਜੇ ਤੋਂ ਪ੍ਰਭਾਵਿਤ ਹੋ ਕੇ ਸਮਾਜ ਨੂੰ ਅੱਗੇ ਚਲਾ ਰਹੇ ਹੈ। ਸੋ ਜਿੱਥੇ ਸਮਾਜ ਦੇ ਵਿੱਚ ਸਮਾਜਿਕ ਭਾਵਨਾ ਹੋਏਗੀ, ਸਮੂਹਿਕ ਭਾਵਨਾ ਪਾਈ ਜਾਏਗੀ, ਉੱਥੇ ਸਮਾਜ ਦੇ ਵਿੱਚ ਨਿਯੰਤਰਣ ਰੱਖਣਾ ਬਹੁਤ ਸੁਖਾਲਾ ਹੋ ਜਾਏਗਾ। ਕਿਉਂਕਿ ਲੋਕ ਸਮਾਜ ਦੇ ਵਿੱਚ ਰਹਿ ਕੇ ਇੱਕ ਦੂਸਰੇ ਨਾਲ ਸਹੀ ਵਿਵਹਾਰ ਕਰਨਗੇ, ਸਮਾਜਿਕ ਕਲਿਆਣ ਕਰਨਗੇ, ਕਿਉਂਕਿ ਸਮਾਜਿਕ ਕਲਿਆਣ ਹੀ ਸਮਾਜਿਕ ਨਿਯੰਤਰਣ ਦਾ ਇੱਕ ਮੁੱਖ ਤੱਤ ਹੈ। ਸਮਾਜਿਕ ਕਲਿਆਣ ਜਿਸ ਦੇ ਵਿੱਚ ਰਹਿ ਕੇ ਵਿਅਕਤੀ ਕੋਈ ਵੀ ਕੰਮ ਕਰ ਰਿਹਾ ਹੈ, ਦੂਸਰੇ ਨੂੰ ਨੁਕਸਾਨ ਨਹੀਂ ਪਹੁੰਚਾ ਰਿਹਾ, ਜਾਂ ਉਹ ਸਹੀ ਦਿਸ਼ਾ ਦੇ ਵਿੱਚ ਸਮਾਜ ਨੂੰ ਚਲਾ ਰਿਹਾ। ਇਸ ਤੋਂ ਬਾਅਦ ਅੱਗੇ ਵਿਸ਼ੇਸ਼ਤਾ ਵੱਲ ਚੱਲਾਂਗੇ ਕਿ ਇਹ ਸਮਾਜਿਕ ਸੁਰੱਖਿਆ ਪ੍ਰਦਾਨ ਕਰਦਾ ਹੈ। ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ, ਸੋਸ਼ਲ ਸਿਕਿਉਰਿਟੀ ਪ੍ਰੋਵਾਈਡ ਕਰਨਾ, ਕਿਉਂਕਿ ਸਮਾਜ ਦੇ ਵਿੱਚ ਹਰ ਇੱਕ ਵਿਅਕਤੀ ਜੇ ਫ੍ਰੀ ਹੋ ਕੇ ਜ਼ਿੰਦਗੀ ਜੀ ਰਿਹਾ ਹੈ, ਜਾਂ ਫਿਰ ਉਹ ਸਮਾਜ ਦੇ ਵਿੱਚ ਸਹੀ ਦਿਸ਼ਾ ਦੇ ਵਿੱਚ ਚੱਲ ਰਿਹਾ ਹੈ, ਤਾਂ ਉਸ ਦੇ ਵਿੱਚ ਜੋ ਸਮਾਜਿਕ ਸੁਰੱਖਿਆ ਹੈ ਉਹਦਾ ਇੱਕ ਮਹੱਤਵਪੂਰਨ ਹੱਥ। ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ, ਜੇ ਇੱਕ ਵਿਅਕਤੀ ਜਾਂ ਕਾਨੂੰਨ ਹੈ ਜਾਂ ਇੱਥੇ ਹਰ ਇੱਕ ਤਰ੍ਹਾਂ ਦੀ ਵਿਵਸਥਾ ਸਥਾਪਿਤ ਕੀਤੀ ਹੋਈ ਹੈ ਜਿਸ ਦੇ ਨਾਲ ਇੱਕ ਵਿਅਕਤੀ ਦੂਸਰੇ ਨੂੰ ਨੁਕਸਾਨ ਨਹੀਂ ਪਹੁੰਚਾ ਰਿਹਾ, ਜਾਂ ਸੰਤੁਲਨ, ਇੱਕ ਬੈਲੈਂਸ ਕਾਇਮ ਕੀਤਾ ਗਿਆ ਸਮਾਜ ਦੇ ਵਿੱਚ, ਰੂਲਸ ਨੂੰ ਐਸਟੈਬਲਿਸ਼ ਕੀਤਾ ਗਿਆ, ਨਿਯਮਾਂ ਨੂੰ ਦੀ ਸਥਾਪਨਾ ਕੀਤੀ ਗਈ ਹੈ, ਇਹ ਤਾਂ ਹੀ ਹੋ ਪਾਇਆ ਕਿ ਜੇ ਇੱਕ ਵਿਅਕਤੀ ਨੇ ਇਸ ਚੀਜ਼ਾਂ ਨੂੰ ਪ੍ਰਵਾਨਗੀ ਦਿੱਤੀ ਹੋਈ ਹੈ। ਸੋ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ ਹੀ ਇੱਕ ਇਹਦੀ ਵਿਸ਼ੇਸ਼ਤਾ ਬਣ ਜਾਂਦੀ ਹੈ। ਇਸ ਤੋਂ ਬਾਅਦ ਅੱਗੇ ਦੇਖਾਂਗੇ ਕਿ ਕਈ ਤਰ੍ਹਾਂ ਦੀਆਂ ਏਜੰਸੀਆਂ ਪਾਈਆਂ ਜਾਂਦੀਆਂ। ਹੁਣ ਏਜੰਸੀਆਂ ਸਮਾਜ ਦੇ ਵਿੱਚ ਸਮਾਜਿਕ ਨਿਯੰਤਰਣ ਨੂੰ ਸਥਾਪਿਤ ਕਰਨਾ, ਕਿ ਸਮਾਜ ਦੇ ਵਿੱਚ ਸਮਾਜਿਕ ਭਲਾਈ ਦੇ ਲਈ ਆਪਣੀਆਂ ਇੱਛਾਵਾਂ ਉੱਤੇ ਜਦ ਇੱਕ ਵਿਅਕਤੀ ਨਿਰਭਰ ਹੁੰਦਾ ਤੇ ਉਹ ਇੱਛਾਵਾਂ ਨੂੰ ਪੂਰਾ ਕਰਨ ਵਾਸਤੇ ਜਾਂ ਉਹਨਾਂ ਦੀ ਪੂਰਤੀ ਲਈ ਦੂਜਿਆਂ ਨੂੰ ਨੁਕਸਾਨ ਨਾ ਪਹੁੰਚਾ ਕੇ ਜਾਂ ਨੁਕਸਾਨ ਪਹੁੰਚਾਉਣ ਤੋਂ ਬਿਨਾਂ ਹੀ ਸਹੀ ਢੰਗ ਦੇ ਨਾਲ ਸਮਾਜ ਦੇ ਵਿੱਚ ਵਿਚਰਨਾ, ਤਦ ਕੀ ਕਹਿ ਸਕਦੇ ਹਾਂ ਆਪਾਂ ਕਿ ਸਮਾਜ ਦੇ ਵਿੱਚ ਸਮਾਜਿਕ ਵਿਅਕਤੀ ਇੱਕ ਸੁਤੰਤਰ ਹੈ, ਵਿਅਕਤੀ ਇੱਕ ਆਪਣਾ ਕੰਮ ਸਹੀ ਢੰਗ ਨਾਲ ਕਰ ਰਿਹਾ ਹੈ, ਤੇ ਸੁਸਾਇਟੀ ਦੇ ਵਿੱਚ, ਸਮਾਜ ਦੇ ਵਿੱਚ ਕੰਟਰੋਲ ਕੀਤਾ ਜਾ ਰਿਹਾ। ਸੋ ਇਹ ਕੰਟਰੋਲ ਕਿਵੇਂ ਕੀਤਾ ਜਾਂਦਾ ਹੈ, ਕੌਣ ਕਰਦਾ ਹੈ, ਤੇ ਕਿਸ ਢੰਗ ਨਾਲ ਕੰਟਰੋਲ ਕੀਤਾ ਜਾਂਦਾ, ਇਹ ਏਜੰਸੀਆਂ ਦੇ ਵਿੱਚ ਦੇਖਣ ਨੂੰ ਮਿਲੇਗਾ। ਸਭ ਤੋਂ ਪਹਿਲਾਂ ਹੈ ਰਸਮੀ ਫਾਰਮਲ ਏਜੰਸੀ ਕਹਾਂਗੇ, ਉਹ ਏਜੰਸੀ ਜਿਸ ਦੇ ਵਿੱਚ ਬੜੇ ਨਿਯਮ, ਕੜੇ ਕਾਨੂੰਨ ਨਿਯਮ ਹੋਣਗੇ, ਜੋ ਇੱਕ ਫਾਰਮਲ ਵੇ ਦੇ ਵਿੱਚ ਲੋਕਾਂ ਨੂੰ ਕੰਟਰੋਲ ਕਰਦੀ ਹੈ। ਹੁਣ ਸਿੰਪਲ ਉਦਾਹਰਨ ਜੇ ਮੈਂ ਦੇਵਾਂ ਤਾਂ ਜੋ ਸਕੂਲ ਹੈ, ਕਾਲਜ ਜਾਂ ਯੂਨੀਵਰਸਿਟੀ ਹੈ, ਇਹ ਇੱਕ ਤਰ੍ਹਾਂ ਦੀ ਫਾਰਮਲ ਏਜੰਸੀ, ਇੱਕ ਤਰ੍ਹਾਂ ਦੇ ਇਹ ਰਸਮੀ ਏਜੰਸੀਆਂ ਹੋ ਗਈਆਂ। ਉਦਾਹਰਨ ਦੇ ਤੌਰ ਤੇ ਜਿਵੇਂ ਤੁਸੀਂ ਸਕਰੀਨ ਤੇ ਵਿਜ਼ੀਬਲ ਹੈ ਕਿ ਕਾਨੂੰਨ ਹੈ, ਲਾਅ, ਵਿਦਿਆਲਿਆ, ਕੋਈ ਵੀ ਸਕੂਲ, ਕਾਲਜ ਜਾਂ ਯੂਨੀਵਰਸਿਟੀ ਜਾਂ ਮੀਡੀਆ, ਇਹ ਇੱਦਾਂ ਦੀਆਂ ਰਸਮੀ ਏਜੰਸੀਆਂ ਹੈ ਜੋ ਇੱਕ ਵਿਅਕਤੀ ਦੇ ਵਿਵਹਾਰ ਨੂੰ ਸੰਤੁਲਨ ਕਰਦੀਆਂ, ਜੋ ਇੱਕ ਵਿਅਕਤੀ ਦੇ ਵਿਵਹਾਰ ਨੂੰ ਸਹੀ ਰੂਪ ਦੇ ਰਹੀ ਹੈ, ਤਾਂ ਕਿ ਸਮਾਜ ਦੇ ਵਿੱਚ ਸਹੀ ਢੰਗ ਦੇ ਨਾਲ ਵਿਚਰਿਆ ਜਾ ਸਕੇ। ਕਿਉਂਕਿ ਸਮਾਜ ਦੇ ਵਿੱਚ ਇੱਕ ਵਿਅਕਤੀ ਜੇ ਇਹਨਾਂ ਏਜੰਸੀਆਂ ਦੇ ਸਹਾਰੇ ਆਪਣੇ ਵਿਵਹਾਰ ਨੂੰ ਠੀਕ ਰੱਖੇਗਾ, ਆਪਣੇ ਵਿਵਹਾਰ ਨੂੰ ਬਦਲੇਗਾ, ਤਾਂ ਹੀ ਸਮਾਜ ਦੇ ਵਿੱਚ ਹਰ ਇੱਕ ਚੀਜ਼ ਸਹੀ ਦਿਸ਼ਾ ਦੇ ਵਿੱਚ ਚੱਲੇਗੀ। ਹੁਣ ਰਸਮੀ ਦੇ ਵਿੱਚ ਉਹ ਕੜੇ ਕਾਨੂੰਨ, ਉਹ ਨਿਯਮ ਜਿਨ੍ਹਾਂ ਦੇ ਅਨੁਸਾਰ ਇੱਕ ਵਿਅਕਤੀ ਆਪਣੇ ਵਿਵਹਾਰ ਨੂੰ ਢਾਲ ਰਿਹਾ ਹੈ, ਗਲਤ ਵਿਵਹਾਰ ਨੂੰ ਸਹੀ ਢੰਗ ਦੇ ਨਾਲ ਕਰ ਰਿਹਾ ਹੈ। ਜਿਵੇਂ ਕਾਨੂੰਨ ਹੈ, ਕਾਨੂੰਨ ਆਪਾਂ ਨੂੰ ਦੱਸਦਾ ਹੈ ਕਿ ਕੋਈ ਵੀ ਕੰਮ ਹੈ ਕਿ ਇਹ ਸਹੀ ਹੈ ਜਾਂ ਗਲਤ ਹੈ। ਆਪਾਂ ਨੂੰ ਕੁਝ ਰਾਈਟਸ ਦਿੱਤੇ ਗਏ ਹੈ, ਲਾਅ ਐਂਡ ਆਰਡਰ ਹੈ ਜੋ ਹਰ ਇੱਕ ਦੇਸ਼ ਦੇ ਵਿੱਚ, ਜਾਂ ਜੇ ਇੰਡੀਆ ਦੀ ਗੱਲ ਕਰੀਏ ਤਾਂ ਹਰ ਇੱਕ ਵਿਅਕਤੀ ਉਸਦੇ ਅੰਡਰ ਆਉਂਦਾ ਤੇ ਉਹਨੂੰ ਉਹ ਫੋਲੋ ਜ਼ਰੂਰ ਕਰਨਾ ਪੈਂਦਾ। ਸੋ ਕਾਨੂੰਨ ਜਾਂ ਕੋਈ ਵੀ ਵਿਦਿਆਲਿਆ ਹੋ ਗਿਆ, ਮੀਡੀਆ ਹੋ ਗਈ, ਸੋ ਇਹ ਇੱਦਾਂ ਦੇ ਰਸਮੀ ਏਜੰਸੀਆਂ ਹੈ, ਇੱਦਾਂ ਦੇ ਰਸਮੀ ਯੂਨਿਟਸ ਹੈ ਜੋ ਇੱਕ ਵਿਅਕਤੀ ਨੂੰ ਕੰਟਰੋਲ ਕਰ ਰਹੀ ਹੈ, ਜਿਸ ਨਾਲ ਸਮਾਜ ਦੇ ਵਿੱਚ ਨਿਯੰਤਰਣ ਸਥਾਪਿਤ ਹੁੰਦਾ ਹੈ। ਇਸ ਤੋਂ ਵਿਪਰੀਤ ਗੈਰ ਰਸਮੀ ਏਜੰਸੀਆਂ,
ਨੋਨ ਫਾਰਮਲ ਕਿਹਾ ਜਾਂਦਾ ਹੈ। ਸੋ ਗੈਰ ਰਸਮੀ ਕਿ ਉਹ ਏਜੰਸੀਆਂ ਜੋ ਇੱਕ ਵਿਅਕਤੀ ਉੱਤੇ ਨਿਯੰਤਰਣ ਤਾਂ ਰੱਖ ਰਹੀਆਂ ਪਰ ਗੈਰ ਰਸਮੀ ਢੰਗ ਦੇ ਨਾਲ। ਜੇ ਰਸਮੀ ਦੀ ਗੱਲ ਕਰਦੇ ਸੀ ਤਾਂ ਉਹਦੇ ਵਿੱਚ ਆਪਾਂ ਇਹ ਗੱਲ ਕੀਤੀ ਹੈ ਕਿ ਬੜੇ ਫਾਰਮਲ ਰੂਲਸ ਰੈਗੂਲੇਸ਼ਨਸ ਦੇ ਨਾਲ ਲੋਕਾਂ ਦੇ ਉੱਤੇ ਨਿਯੰਤਰਣ ਰੱਖਿਆ ਜਾਂਦਾ ਹੈ, ਕਾਗਜ਼ੀ ਕਾਰਵਾਈ ਕੀਤੀ ਜਾ ਰਹੀ ਹੈ, ਬੜੇ ਕੜੇ ਕਾਨੂੰਨ ਹੈ ਰਸਮੀ ਦੇ ਵਿੱਚ। ਤੇ ਉਸ ਤੋਂ ਬਿਲਕੁਲ ਵਿਪਰੀਤ ਹੈ ਗੈਰ ਰਸਮੀ, ਜਿਸ ਦੇ ਵਿੱਚ ਪਰਿਵਾਰ, ਆਪਣੀ ਫੈਮਿਲੀ, ਪੀਅਰ ਗਰੁੱਪ, ਖੇਡ ਸਮੂਹ ਕਹਿ ਸਕਦੇ ਹੋ, ਆਂਢ ਗੁਆਂਢ ਹੋ ਗਿਆ, ਆਪਣਾ ਨੇਬਰਹੁੱਡ, ਜਾਤ ਹੈ, ਕੋਈ ਸ਼੍ਰੇਣੀ ਹੈ, ਕਲਾਸ ਹੋ ਗਈ, ਜਾਂ ਧਰਮ ਹੈ, ਕੋਈ ਰਿਲੀਜਨ ਹੈ। ਸੋ ਇਹ ਸਾਰੇ ਹੀ ਗੈਰ ਰਸਮੀ ਢੰਗ ਦੇ ਨਾਲ ਇੱਕ ਵਿਅਕਤੀ ਉੱਤੇ ਨਿਯੰਤਰਣ ਰੱਖਦੇ ਹਨ। ਉਦਾਹਰਨ ਦੇ ਤੌਰ ਤੇ ਦੇਖਿਆ ਜਾਵੇ, ਜੇ ਪਰਿਵਾਰ ਹੈ ਤਾਂ ਪਰਿਵਾਰ ਦੇ ਵਿੱਚ ਮਾਤਾ ਪਿਤਾ ਆਪਣੇ ਬੱਚਿਆਂ ਉੱਤੇ, ਜਾਂ ਜੇ ਗ੍ਰੈਂਡ ਪੇਰੈਂਟਸ ਹੈ ਤਾਂ ਉਹ ਵੀ ਆਪਣੇ ਗ੍ਰੈਂਡ ਚਿਲਡਰਨਸ ਦੇ ਉੱਤੇ ਕੰਟਰੋਲ ਰੱਖਦੇ ਹਨ। ਸੋ ਉਹ ਜੋ ਕੰਟਰੋਲ ਹੈ, ਉਹ ਜੋ ਨਿਯੰਤਰਣ ਹੈ, ਉਹ ਗੈਰ ਰਸਮੀ ਢੰਗ ਦੇ ਨਾਲ ਰੱਖਿਆ ਜਾਂਦਾ ਹੈ। ਇਹਦਾ ਮਤਲਬ ਕਿ ਕੋਈ ਕੜੇ ਕਾਨੂੰਨ ਨਹੀਂ ਹੈ ਕਿ ਜੇ ਇੱਕ ਵਿਅਕਤੀ ਕਿਸੇ ਵੀ ਰੂਲ ਨੂੰ ਫੋਲੋ ਨਹੀਂ ਕਰਦਾ, ਕੋਈ ਵੀ ਨਿਯਮ ਦੀ ਉਲੰਘਣਾ ਕਰਦਾ ਹੈ, ਤਾਂ ਉਸ ਨੂੰ ਪਰਿਵਾਰ ਚੋਂ ਬਾਹਰ ਨਹੀਂ ਨਿਕਾਲ ਦਿੱਤਾ ਜਾਂਦਾ, ਬਲਕਿ ਪਿਆਰ ਦੇ ਨਾਲ ਸਮਝਾਇਆ ਜਾਂਦਾ ਹੈ। ਸੋ ਪਰਿਵਾਰ ਜਾਂ ਪੀਅਰ ਗਰੁੱਪ, ਆਂਢ ਗੁਆਂਢ, ਜਾਤੀ, ਸ਼੍ਰੇਣੀ ਜਾਂ ਧਰਮ, ਇਹ ਏਦਾਂ ਦੇ ਗੈਰ ਰਸਮੀ ਸੰਸਥਾਵਾਂ ਹੈ ਜਾਂ ਗੈਰ ਰਸਮੀ ਏਜੰਸੀਆਂ ਹੈ ਜੋ ਇੱਕ ਵਿਅਕਤੀ ਦੇ ਵਿਵਹਾਰ ਨੂੰ ਠੀਕ ਕਰ ਰਹੇ। ਹੁਣ ਠੀਕ ਕਿੱਦਾਂ ਕੀਤਾ ਜਾ ਰਿਹਾ ਹੈ ਕਿ ਇੱਕ ਬੱਚੇ ਨੂੰ ਸਿਖਾਇਆ ਜਾਂਦਾ ਹੈ ਪਰਿਵਾਰ ਦੁਆਰਾ, ਉਹਦਾ ਸਮਾਜੀਕਰਨ ਹੋ ਰਿਹਾ ਹੈ। ਉਸ ਬੱਚੇ ਨੂੰ ਸਿਖਾਇਆ ਜਾਂਦਾ ਹੈ ਕਿ ਪਰਿਵਾਰ ਦੇ ਵਿੱਚ ਰਹਿ ਕੇ ਉਸਨੇ ਕਿਵੇਂ ਸੱਚਾਈ ਦਾ ਸਾਥ ਦੇਣਾ ਹੈ, ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ, ਇੱਕ ਦੂਸਰੇ ਦੀ ਸਹਾਇਤਾ ਕਰਨੀ ਹੈ। ਸੋ ਇਹ ਏਦਾਂ ਦੀਆਂ ਚੀਜ਼ਾਂ ਸਿਖਾ ਕੇ ਉਸ ਵਿਅਕਤੀ ਦੇ ਜਾਂ ਉਸ ਬੱਚੇ ਦੇ ਵਿਵਹਾਰ ਨੂੰ ਠੀਕ ਕੀਤਾ ਜਾਂਦਾ ਹੈ। ਸੋ ਜੇ ਕੋਈ ਵੀ ਵਿਅਕਤੀ ਜਾਂ ਕੋਈ ਵੀ ਏਦਾਂ ਦਾ ਸਮੂਹ, ਕੋਈ ਏਜੰਸੀ ਜਾਂ ਕੋਈ ਵੀ ਯੂਨਿਟ, ਕੋਈ ਇਕਾਈ ਕਿਸੇ ਵਿਅਕਤੀ ਦੇ ਵਿਵਹਾਰ ਨੂੰ ਠੀਕ ਕਰਦੀ ਹੈ ਤਾਂ ਉਹ ਵੀ ਇੱਕ ਏਜੰਸੀ ਵਜੋਂ ਲਿੱਤਾ ਜਾਏਗਾ ਉਸ ਸਮੂਹ ਨੂੰ। ਉਸ ਤੋਂ ਬਾਅਦ ਆਉਂਦਾ ਹੈ ਪੀਅਰ ਗਰੁੱਪ। ਸੋ ਪੀਅਰ, ਉਹ ਪੀਅਰਸ, ਉਹ ਦੋਸਤ ਜੋ ਇੱਕ ਬੱਚਾ ਜਨਮ ਤੋਂ ਬਾਅਦ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਹੈ, ਉਹ ਆਪਣੇ ਦੋਸਤ ਮਿੱਤਰ ਬਣਾ ਰਿਹਾ ਹੈ। ਖੇਡ ਸਮੂਹ ਦੇ ਨਾਮ ਵੀ ਆਪਾਂ ਇਹਨੂੰ ਦੇ ਸਕਦੇ ਹਾਂ, ਪਲੇ ਗਰੁੱਪ ਵੀ ਬੋਲ ਸਕਦੇ ਹੋ, ਪੀਅਰ ਗਰੁੱਪ ਵੀ ਕਹਿ ਸਕਦੇ ਹੋ। ਸੋ ਇੱਕ ਉੱਦਾਂ ਦਾ ਗਰੁੱਪ ਜਿਸ ਦੇ ਵਿੱਚ ਇੱਕ ਵਿਅਕਤੀ ਜਾਂ ਇੱਕ ਬੱਚਾ ਆਪਣੇ ਦੋਸਤਾਂ ਜਾਂ ਮਿੱਤਰਾਂ ਦੀ ਗੱਲ ਜ਼ਿਆਦਾ ਮੰਨਦਾ ਹੈ, ਕਿਉਂਕਿ ਉਹਨਾਂ ਦੇ ਦੋਸਤਾਂ ਦਾ ਪ੍ਰਭਾਵ ਉਸ ਵਿਅਕਤੀ ਤੇ ਜ਼ਿਆਦਾ ਪੈਂਦਾ ਹੈ ਤੇ ਪਰਿਵਾਰਕ ਮੈਂਬਰਾਂ ਦਾ ਘੱਟ। ਸੋ ਉਹ ਪੀਅਰ ਗਰੁੱਪ ਵੀ ਆਪਣੇ ਫਰੈਂਡਸ ਨੂੰ ਸੰਤੁਲਿਤ ਰੱਖਦੇ ਆ, ਆਪਣੇ ਦੋਸਤਾਂ ਨੂੰ ਇੱਕ ਆਕਾਰ ਦੇ ਵਿੱਚ ਰੱਖਦੇ ਆ। ਹੁਣ ਆਕਾਰ ਦੇ ਵਿੱਚ ਰੱਖਣ ਦਾ ਅਰਥ ਕੀ ਹੈ ਕਿ ਵਿਅਕਤੀ ਦੇ ਜਾਂ ਉਸ ਬੱਚੇ ਦੇ ਵਿਵਹਾਰ ਨੂੰ ਠੀਕ ਕੀਤਾ ਜਾਂਦਾ ਹੈ, ਉਸਨੂੰ ਡਾਂਟ ਕੇ ਵੀ ਤੇ ਪਿਆਰ ਨਾਲ ਵੀ ਸਮਝਾਇਆ ਜਾਂਦਾ ਹੈ। ਉਸਦੇ ਜੋ ਪਰਸਨੈਲਿਟੀ ਹੈ, ਜੋ ਉਸਦਾ ਬਿਹੇਵੀਅਰ ਹੈ, ਉਸਨੂੰ ਬਿਲਕੁਲ ਠੀਕ ਕੀਤਾ ਜਾ ਰਿਹਾ ਹੈ, ਜਿਸ ਦੇ ਨਾਲ ਉਹ ਬੱਚਾ ਸਹੀ ਦਿਸ਼ਾ ਦੇ ਵਿੱਚ ਚੱਲੇਗਾ ਜਾਂ ਉਸਨੂੰ ਪਤਾ ਲੱਗੇਗਾ ਕਿ ਜੋ ਕੰਮ ਕਰ ਰਿਹਾ ਹੈ ਉਹ ਸਹੀ ਹੈ ਜਾਂ ਗਲਤ। ਇਸ ਤੋਂ ਇਲਾਵਾ ਅਗਲੀ ਉਦਾਹਰਨ ਇਸ ਦੇ ਵੀ ਦਿੱਤੀ ਗਈ ਹੈ ਆਂਢ ਗੁਆਂਢ ਦੀ, ਨੇਬਰਹੁੱਡ। ਸੋ ਇਹ ਇੱਕ ਕਹਾਵਤ ਹੈ ਕਿ ਚੰਗਾ ਗੁਆਂਢ ਹੈ ਤਾਂ ਉਸ ਬੱਚੇ ਦੀਆਂ, ਉਸ ਵਿਅਕਤੀ ਦੀਆਂ ਚੰਗੀਆਂ ਆਦਤਾਂ ਹੋਣਗੀਆਂ। ਚੰਗਾ ਗੁਆਂਢ ਜਾਂ ਤੇ ਚੰਗੀਆਂ ਆਦਤਾਂ। ਸੋ ਗੁਆਂਢ ਦਾ, ਆਂਢ ਗੁਆਂਢ ਦਾ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਉਹ ਇੱਕ ਬੱਚੇ ਦੀ ਜ਼ਿੰਦਗੀ ਦੇ ਵਿੱਚ, ਕਿਉਂਕਿ ਜਿੱਦਾਂ ਦਾ ਗੁਆਂਢ ਹੋਏਗਾ ਉਸ ਬੱਚੇ ਦੀਆਂ ਜਾਂ ਉਸ ਵਿਅਕਤੀ ਦੀਆਂ ਆਦਤਾਂ, ਉਸਦਾ ਬੈਠਣਾ ਉੱਠਣਾ, ਉਸਦੇ ਦੋਸਤ ਮਿੱਤਰ ਜਾਂ ਉਸਦਾ ਪਰਿਵਾਰ ਦੇ ਜੋ ਵਿਵਹਾਰ ਹੈ ਸਾਰਿਆਂ ਦਾ ਉਦਾਂ ਹੀ ਹੋ ਜਾਏਗਾ। ਸੋ ਆਂਢ ਗੁਆਂਢ ਕਿਵੇਂ ਇੱਕ ਵਿਅਕਤੀ ਦੇ ਉੱਤੇ ਗੈਰ ਰਸਮੀ ਢੰਗ ਦੇ ਨਾਲ ਕੰਟਰੋਲ ਕਰਦਾ ਹੈ। ਜਿਵੇਂ ਜੇ ਉਦਾਹਰਨ ਦੇਵਾਂ ਤਾਂ ਜੇ ਆਪਾਂ ਸਵੇਰੇ ਉੱਠ ਕੇ ਜੇ ਕਿਸੇ ਆਂਢੀ ਗੁਆਂਢੀ ਨੂੰ ਮਿਲਦੇ ਆ ਤੇ ਉਹਨਾਂ ਨੂੰ ਜੇ ਆਪਾਂ ਵਿਸ਼ ਨਹੀਂ ਕਰਾਂਗੇ, ਸਤਿ ਸ੍ਰੀ ਅਕਾਲ ਜਾਂ ਪ੍ਰਣਾਮ ਨਹੀਂ ਕਰਾਂਗੇ, ਤਾਂ ਉਹ ਵਿਅਕਤੀ ਆਪਣੇ ਸਾਡੇ ਪੇਰੈਂਟਸ ਨੂੰ ਕਹੇਗਾ ਕਿ ਤੁਹਾਡਾ ਬੱਚਾ ਉੱਠ ਕੇ ਜਾਂ ਕਹਿ ਲਓ ਕਿ ਜਦ ਮਿਲਦਾ ਹੈ ਤਾਂ ਕਦੇ ਵੀ ਵਿਸ਼ ਨਹੀਂ ਕਰਦਾ। ਸੋ ਇਹ ਚੀਜ਼ਾਂ ਇੱਕ ਪਰਿਵਾਰ ਦੇ ਉੱਤੇ ਪ੍ਰਭਾਵ ਪਾਉਣਗੀਆਂ। ਉਹ ਪਰਿਵਾਰ, ਉਹ ਪੇਰੈਂਟਸ, ਉਹ ਮਾਤਾ ਪਿਤਾ ਆਪਣੇ ਬੱਚੇ ਨੂੰ ਸਮਝਾਉਣਗੇ ਕਿ ਕੀ ਸਹੀ ਹੈ ਤੇ ਕੀ ਗਲਤ, ਜਿਸ ਦੇ ਨਾਲ ਇੱਕ ਬੱਚੇ ਦੀ ਸ਼ਖਸੀਅਤ ਦਾ ਵਿਕਾਸ ਹੋਏਗਾ, ਉਹਦੀ ਪਰਸਨੈਲਿਟੀ ਡਿਵੈਲਪ ਹੋਏਗੀ ਤੇ ਨਾਲ ਦੀ ਨਾਲ ਉਹ ਸਹੀ ਦਿਸ਼ਾ ਦੇ ਵਿੱਚ ਚੱਲੇਗਾ। ਉਸਨੂੰ ਪਤਾ ਹੋਏਗਾ ਕਿ ਇਹ ਜੇ ਅੱਜ ਉਸਨੇ ਕੰਮ ਕੀਤਾ ਹੈ ਤਾਂ ਇਹ ਗਲਤ ਹੈ, ਜੋ ਸਮਾਜ ਦੇ ਨਿਯਮਾਂ ਦੇ ਖਿਲਾਫ ਹੈ, ਜੋ ਸਮਾਜ ਉਸ ਚੀਜ਼ ਨੂੰ ਪ੍ਰਵਾਨਗੀ ਨਹੀਂ ਦੇ ਰਿਹਾ। ਕਿਉਂਕਿ ਸਮਾਜਿਕ ਨਿਯੰਤਰਣ ਇੱਕ ਏਦਾਂ ਦੀ ਚੀਜ਼ ਹੈ, ਇੱਕ ਏਦਾਂ ਦਾ ਵਿਵਹਾਰ ਹੈ, ਲੋਕਾਂ ਦੁਆਰਾ ਕੀਤਾ ਗਿਆ ਵਿਵਹਾਰ ਹੈ ਜਿਸ ਨੂੰ ਸਮਾਜ ਪ੍ਰਵਾਨਗੀ ਦੇ ਰਿਹਾ। ਜਿਹੜੀ ਚੀਜ਼ ਨੂੰ ਸਮਾਜ ਪ੍ਰਵਾਨਗੀ ਨਹੀਂ ਦਿੰਦਾ, ਫਿਰ ਸਮਾਜ ਆਪਣੇ ਅਨੁਸਾਰ ਉਸ ਵਿਅਕਤੀ ਉੱਤੇ, ਉਸ ਸਮੂਹ ਦੇ ਉੱਤੇ ਜਾਂ ਉਸ ਇਕਾਈ ਉੱਤੇ ਜਾਂ ਪੂਰੇ ਸਮਾਜ ਦੇ ਉੱਤੇ ਹੀ ਨਿਯੰਤਰਣ ਰੱਖ ਰਿਹਾ।
ਇਸ ਤੋਂ ਇਲਾਵਾ ਜਾਤ ਹੈ, ਜਾਤੀ, श्रेणी है, क्लास या धर्म। सो धर्म हो या जाति है या वर्ग है, ये सारे इदां दियां एजेंसियां है, गैर रस्मी ढंग दियां एजेंसियां हैं जो एक व्यक्ति के व्यवहार को संतुलित कर रही हैं। दस्या जाता है कि धर्म का साथ देना है या ये चीज़ां करनियां है या नहीं, जिसनों आपां डूज एंड डू नॉट्स कहते हैं। सो इसका मतलब कि जाति, धर्म या श्रेणी ये एक गैर रस्मी ढंग दियां एजेंसियां है, गैर रस्मी ढंग दे एक यूनिट्स हैं, ग्रुप्स हैं जो व्यक्ति के जीवन के उत्ते एक डूंगा प्रभाव पाते हैं ते उस व्यक्ति, वो जो व्यक्ति है वो अपने व्यवहार को भी सही दिशा दे विच चला रहे। इस तो इलावा होर एजेंसियां भी पाईयां जांदियां, रस्मी ते गैर रस्मी तो इलावा जो परिवार है, खेड समूह, जनतक राय, लोकां दी राय तुहाडे प्रति की है। एक व्यक्ति हमेशा इस चीज़ तो डर के कि लोग मेरे बारे की कहणगे, इस चीज़ तो डर के वो सही ढंग दे नाल, सही तरीके दे नाल काम करदा है, जिस दे नाल की है वो अपने व्यवहार नूं संतुलित करदा है, वो अपने व्यवहार नूं सही ढंग दे नाल चला रहा है। इस तो इलावा लोक तरीके, लोग जिंदगी किवें जी रहे हैं, वो जिंदगी जीण दे तरीके, फैशन है, सिक्ख्या, धर्म, सिक्ख्या दे विच सारियां विद्यक सिक्ख्यावां आ जाणगियां, संस्थावां आ जाणगियां, जिवें स्कूल, कॉलेज ते यूनीवर्सिटी, कोई भी संस्था है, कोई इंस्टीट्यूशन है, कोई संगठन है, कोई ऑर्गेनाइजेशन है, सो वो भी इहदे विच ही शामिल होएगी। धर्म की गल की गई है, एजेंसियां दे विच कानून है, कला है, लीडरशिप ते विश्वास। सो ये सारियां इदां दियां एजेंसियां हैं जो एक व्यक्ति दे उत्ते डूंगा प्रभाव पाउंदियां, क्योंकि जो रस्मी समाजिक नियंत्रण है वो समाज दे समाज दे विच एक व्यक्ति नूं कानून सिखा रहा है, उसनूं उसदियां आदतां नूं सही कीता जा रहा है रस्मी ढंग दे नाल। हुण रस्मी ढंग नाल किवें कि कड़े कानून है जो एक लिखती रूप दे विच कानून है। हुण जे कॉलेज या स्कूल दी उदाहरण दईए कि जे एक विद्यार्थी स्कूल दे विच उहने एडमिशन लै ली है लेकिन वो क्लासां नहीं लगा रहा, स्कूल दे विच नहीं जा रहा, तां उसनूं एक रिटन फॉर्म दे विच नोटिस आ जांदा है, उसनूं कुछ फाइन पे करना पएगा, उसनूं एक फॉर्मल वे दे विच सारी कार्रवाई अगे करनी पैंदी है। सो इसका मतलब कि एक व्यक्ति, एक बच्चे के व्यवहार नूं चंगे ढंग दे नाल ठीक करना, रस्मी ढंग दे नाल ठीक करना, जिस दे विच कुछ कड़े कानून होणगे, कुछ नियम होणगे जिन्हां दी पालना करना एक व्यक्ति दी जरूरी हो जाता है। ते इस तरह का समाजिक नियंत्रण रस्मी समाजिक नियंत्रण अखवाउंदा है। ते इस ते बिल्कुल विपरीत जे दोबारा मैं गल करां गैर रस्मी नॉन फॉर्मल सोशल कंट्रोल दी, तां व्यक्ति नियमां दी, इस दे विच भी नियम हुंदे आ, व्यक्ति नियमां दी पालना कर रहा है लेकिन वो नियम कड़े या सख्त नहीं होणगे, वो इदां दे नियम होणगे जो बड़े ही आम ढंग दे नाल, बड़े सधारण ढंग दे नाल लोकां नूं परिवार द्वारा या अपने दोस्तां मित्रां या आंढ गुआंढ द्वारा लोकां दे व्यवहार नूं ठीक करनगे। जिवें धर्म, परंपरावां, लोक रीतां, परिवार हो गया। सो ये इदां दे साधन है, इदां दे प्रकार हैं, इदां दी किस्मां या संस्थावां हैं जो लोकां दे व्यवहार नूं ठीक करदियां हैं। इस तो इलावा ये बहुत इंपॉर्टेंट अगे कंसैप्ट है कि समाजिक नियंत्रण दियां किस्मां की हैं। वो किस्मां जिवें आपां फॉर्मल ते इनफॉर्मल देखिया सी, सो ये भी हर एक सोशियोलॉजिस्ट ने अपने अकॉर्डिंग अलग अलग किस्मां बारे दस्सिया गया। सो सब तो पहला तां एक सोशियोलॉजिस्ट है गुरविच ने अपने अनुसार समाजिक नियंत्रण ਦੀਆਂ किस्मां ਦੀ ਗੱਲ ਕੀਤੀ है। सब तो पहला तो उसने दो किस्मां ਦੀ ਗੱਲ ਕੀਤੀ है, दो नहीं चार किस्मां ਦੀ ਗੱਲ ਕੀਤੀ है। संगठित समाजिक नियंत्रण, असंगठित समाजिक नियंत्रण, सहज समाजिक नियंत्रण ਅਤੇ ਵਧੇਰੇ सहज समाजिक नियंत्रण। सो जिथे सब तो एक एक करके ਆਪਾਂ ਇਹਨਾਂ ਚੀਜ਼ਾਂ ਨੂੰ ਦਾ ਵਰਣਨ ਕਰਾਂਗੇ। सब तो पहला है संगठित समाजिक नियंत्रण। सो संगठित अपने आप दे विच ही एक शब्द है कि है ऑर्गेनाइज्ड फॉर्म दे विच हर एक चीज़ नूं लैके जाना। सो ऑर्गेनाइज्ड फॉर्म होएगा, एक चीज़ नूं ऑर्गेनाइज्ड फॉर्म दे विच रखा जाएगा। इसका मतलब कि समाज दे विच जो नियंत्रण स्थापित किया जाएगा वो फॉर्मल वे दे विच होएगा। जिस तरह आपां फॉर्मल एजेंसी, रस्मी एजेंसी की गल की सी, जिवें स्कूल कॉलेज है, सो ये भी उहदे विच ही हो जाएगा। संगठित समाजिक नियंत्रण उहदा ही एक उदाहरण है। सो जिवें स्कूल या कॉलेज की एक व्यक्ति दे व्यवहार नूं संगठित किया जा रहा है, उसनूं नियंत्रण दे विच किया जा रहा है, लेकिन एक संगठित जो इकाई है या एक संगठित यूनिट है कोई भी उसके अनुसार।
ਸੋ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਬਣਾਏ ਗਏ ਜੋ ਨਿਯਮ ਹੈ ਉਹਨਾਂ ਨੂੰ ਸੰਗਠਿਤ ਰੂਪ ਦੇ ਵਿੱਚ ਸਟੈਬਲਿਸ਼ ਕੀਤਾ ਜਾਏਗਾ, ਜਿਸ ਦੇ ਉੱਤੇ ਲੋਕਾਂ ਨੂੰ ਜਾਂ ਜਿਸ ਦੇ ਅਨੁਸਾਰ ਲੋਕਾਂ ਦੇ ਉੱਤੇ ਨਿਯੰਤਰਣ ਰੱਖਿਆ ਜਾਏਗਾ। ਸੋ ਇਸ ਨੂੰ ਸੰਗਠਿਤ ਸਮਾਜਿਕ ਨਿਯੰਤਰਣ ਦਾ ਨਾਮ ਦਿੱਤਾ ਜਾਏਗਾ। ਉਦਾਹਰਨ ਸਕੂਲ ਜਾਂ ਕਾਲਜ। ਸੋ दूसरी किस्म है असंगठित सामाजिक नियंत्रण। सो असंगठित है, अनऑर्गेनाइज्ड है। संगठित ਦਾ ਬਿਲਕੁਲ ਆਪੋਜ਼ਿਟ ਫਾਰਮ ਹੈ असंगठित ਸਮਾਜਿਕ ਨਿਯੰਤਰਣ। ਸੋ ਜੇ ਕੜੇ ਕਾਨੂੰਨ ਜਿਵੇਂ ਫਾਰਮਲ ਦੀ ਗੱਲ ਕੀਤੀ ਸੀ ਉਹ ਸੰਗਠਿਤ ਸਮਾਜਿਕ ਨਿਯੰਤਰਣ ਦੇ ਵਿੱਚ ਆ ਜਾਏਗਾ, ਉਵੇਂ ਹੀ ਇਨਫਾਰਮਲ ਕਿੱਥੇ ਆ ਜਾਏਗਾ, असंगठित ਸਮਾਜਿਕ ਨਿਯੰਤਰਣ, ਕਿਉਂਕਿ ਇਹ ਗੈਰ ਰਸਮੀ ਹੈ। ਇਸ ਦੇ ਵਿੱਚ ਨਿਯਮ ਹੋਣਗੇ ਲੇਕਿਨ ਉਹ ਜ਼ਿਆਦਾ ਸਟ੍ਰਿਕਟ ਨਹੀਂ ਹੋਣਗੇ। ਜਿਵੇਂ ਪਰਿਵਾਰ ਜਾਂ ਲੋਕ ਰੀਤਾਂ, ਪਰੰਪਰਾਵਾਂ ਜਾਂ ਰੀਤੀ ਰਿਵਾਜ ਹੈ ਆਪਣੇ, ਉਹ ਇੱਕ ਵਿਅਕਤੀ ਸਿੱਖ ਰਿਹਾ ਤੇ ਅਸੰਗਠਿਤ ਰੂਪ ਦੇ ਵਿੱਚ ਸਿੱਖਦਾ ਤੇ ਆਪਣੇ ਆਪ ਨੂੰ ਅਸੰਗਠਿਤ ਤਰੀਕੇ ਨਾਲ ਹੀ ਆਪਣੇ ਉੱਤੇ ਉਹ ਨਿਯੰਤਰਣ ਰੱਖਦਾ ਹੈ, ਕਿਉਂਕਿ ਇਸ ਦੇ ਵਿੱਚ ਸੰਸਕ੍ਰਿਤਿਕ ਨਿਯਮ ਪਾਏ ਜਾਂਦੇ। ਇਨਫਾਰਮਲ ਵੇ ਦੇ ਵਿੱਚ ਸੰਸਕ੍ਰਿਤਿਕ ਨਿਯਮ ਪਾਏ ਜਾਣਗੇ। ਹੁਣ ਸੰਸਕ੍ਰਿਤਿਕ ਨਿਯਮ ਪਾਉਣ ਦਾ ਮਤਲਬ ਕਿ ਸੰਸਕ੍ਰਿਤੀ ਦੇ ਵਿੱਚ ਰਹਿ ਕੇ ਉਹ ਆਪਣੇ ਆਪ ਨੂੰ ਠੀਕ ਰੱਖੇਗਾ, ਸਮਾਜ ਦੇ ਨਿਯਮਾਂ ਦੇ ਅਨੁਸਾਰ ਆਪਣੇ ਆਪ ਨੂੰ ਚਲਾਏਗਾ ਬਿਨਾਂ ਕਿਸੇ ਨੂੰ ਨੁਕਸਾਨ ਪਹੁੰਚਾਉਂਦੇ ਹੋਏ। ਕਿਉਂਕਿ ਜੇ ਇੱਕ ਵਿਅਕਤੀ ਨੂੰ ਪਤਾ ਲੱਗ ਗਿਆ ਕਿ ਉਹਨੇ ਸਮਾਜ ਦੇ ਵਿੱਚ ਜਾਂ ਉਹਨੇ ਆਪਣੇ ਆਪ ਨੂੰ ਕਿਵੇਂ ਆਪਣੇ ਉੱਤੇ ਕਿਵੇਂ ਨਿਯੰਤਰਣ ਰੱਖਣਾ ਹੈ, ਤਦ ਉਹ ਸਮਾਜ ਦੇ ਵਿੱਚ ਚੰਗੀ ਤਰ੍ਹਾਂ ਵਿਚਰਨਾ ਸਮਝੇਗਾ। ਕਿਉਂਕਿ ਸੁਸਾਇਟੀ ਦੇ ਵਿੱਚ, ਸਮਾਜ ਦੇ ਵਿੱਚ ਸਰਵਾਈਵ ਕਰਨ ਲਈ ਬਹੁਤ ਜ਼ਰੂਰੀ ਹੈ ਕਿ ਸਮਾਜ ਦੇ ਵਿੱਚ ਨਿਯੰਤਰਣ ਸਥਾਪਿਤ ਕੀਤਾ ਜਾ ਸਕੇ। ਉਹ ਸਮਾਜ ਜਿੱਥੇ ਨਿਯੰਤਰਣ ਨਹੀਂ ਹੋਏਗਾ ਉਹ ਸਮਾਜ ਜ਼ਿਆਦਾ ਲੰਬੇ ਸਮੇਂ ਤੱਕ ਨਹੀਂ ਟਿਕ ਪਾਏਗਾ, ਕਿਉਂਕਿ ਸਮਾਜ ਦੀ ਨੀਂਹ ਜਾਂ ਸਮਾਜ ਦਾ ਮੁੱਢ ਹੀ ਇੱਕ ਨਿਯੰਤਰਣ ਹੈ। ਜੇ ਕੋਈ ਵੀ ਚੀਜ਼, ਉਦਾਹਰਨ ਦੇ ਤੌਰ ਤੇ ਜੇ ਆਪਾਂ ਦੇਖੀਏ ਕਿ ਇੱਕ ਬੱਚੇ ਨੂੰ ਜੋ ਚੀਜ਼ਾਂ ਆਪਾਂ ਸਿਖਾ ਰਹੇ ਹਾਂ, ਜੇ ਉਹ ਬੱਚਾ ਉਹ ਚੀਜ਼ਾਂ ਸਿੱਖ ਹੀ ਨਹੀਂ ਪਾਏਗਾ ਜਾਂ ਉਸਦੇ ਬਿਲਕੁਲ ਉਲਟ ਵਿਵਹਾਰ ਕਰੇਗਾ ਤਾਂ ਉਹ ਬੱਚੇ ਨੂੰ ਪਨਿਸ਼ਮੈਂਟ ਦਿੱਤੀ ਜਾ ਰਹੀ ਹੈ। ਸੋ ਉਦਾਂ ਹੀ ਸਮਾਜ ਦੇ ਵਿੱਚ ਵੀ ਇਹ ਚੀਜ਼ਾਂ ਲਾਗੂ ਕੀਤੀਆਂ ਜਾਂਦੀਆਂ। ਕੁਝ ਲੋਕਾਂ ਨੂੰ ਜਾਂ ਕੁਝ ਢੰਗ ਕੀ ਹੈ ਕਿ ਸੰਗਠਿਤ ਸਮਾਜ ਦੇ ਵਿੱਚ ਨਿਯੰਤਰਣ ਲੈ ਕੇ ਆਉਣਾ ਤੇ ਕੁਝ ਅਸੰਗਠਿਤ ਰੂਪ ਦੇ ਵਿੱਚ ਸਮਾਜ ਨੂੰ ਨਿਯੰਤਰਣ ਦੇ ਵਿੱਚ ਕਰਨਾ, ਸਮਾਜ ਦੇ ਲੋਕਾਂ ਨੂੰ ਨਿਯੰਤਰਣ ਦੇ ਵਿੱਚ ਰੱਖਣਾ, ਜਿਵੇਂ ਲੋਕ ਰੀਤਾਂ, ਰੀਤੀ ਰਿਵਾਜ, ਪਰੰਪਰਾਵਾਂ। ਸੋ ਇਹ ਜਿੰਨੇ ਵੀ ਸੰਸਕ੍ਰਿਤਿਕ ਨਿਯਮ ਹੁੰਦੇ ਆ ਇਹ ਸਾਰੇ ਅਸੰਗਠਿਤ ਸਮਾਜਿਕ ਨਿਯੰਤਰਣ ਦਾ ਹਿੱਸਾ ਹਨ। ਇਸ ਤੋਂ ਬਾਅਦ ਅੱਗੇ ਦੇਖਾਂਗੇ ਸਹਿਜ ਸਮਾਜਿਕ ਨਿਯੰਤਰਣ, ਆਟੋਮੈਟਿਕ। ਸੋ ਆਟੋਮੈਟਿਕ ਦਾ ਮਤਲਬ ਕਿ ਆਪਣੇ ਆਪ ਦੇ ਵਿੱਚ ਹੀ ਇਹ ਬੜੀ ਆਸਾਨੀ ਨਾਲ ਲੋਕ ਸਮਾਜ ਦੇ ਵਿੱਚ ਸਹੀ ਢੰਗ ਦੇ ਨਾਲ ਰਹਿਣਾ ਮੰਨ ਜਾਂਦੇ ਆ ਜਾਂ ਉਹ ਆਪਣੇ ਬਿਹੇਵੀਅਰ ਨੂੰ ਆਪੇ ਹੀ ਕੰਟਰੋਲ ਕਰ ਲੈਂਦੇ ਆ। ਦੈਟ ਇਜ਼ ਨੋਨ ਐਜ਼ ਆਟੋਮੈਟਿਕ। ਸੋ ਸਹਿਜ, ਇੱਕ ਸਹਿਜ ਢੰਗ ਦੇ ਨਾਲ ਮਤਲਬ ਵਿਅਕਤੀ ਦੇ ਆਪਣੇ ਆਦਰਸ਼, ਉਸਦੀਆਂ ਆਪਣੀਆਂ ਕਦਰਾਂ ਕੀਮਤਾਂ ਹੀ ਇੱਕ ਵਿਅਕਤੀ ਨੂੰ ਮਜਬੂਰ ਕਰ ਦਿੰਦੀਆਂ ਕਿ ਉਸਨੇ ਆਪਣੇ ਵਿਵਹਾਰ ਨੂੰ ਸੰਤੁਲਿਤ ਰੱਖਣਾ ਹੈ। ਸੋ ਦੁਬਾਰਾ ਮੈਂ ਇਹ ਚੀਜ਼ ਦੱਸਣਾ ਚਾਹਾਂਗੀ ਕਿ ਸਹਿਜ ਜਾਂ ਆਟੋਮੈਟਿਕ ਸਮਾਜਿਕ ਨਿਯੰਤਰਣ ਕਿ ਇੱਕ ਵਿਅਕਤੀ ਜਾਂ ਵਿਅਕਤੀ ਨੇ ਆਪਣੇ ਜੋ ਆਦਰਸ਼ ਹੈ ਉਸਦੇ ਜਾਂ ਕੀਮਤਾਂ ਹੈ, ਕਦਰਾਂ ਕੀਮਤਾਂ, ਉਹ ਕਦਰਾਂ ਕੀਮਤਾਂ ਜੋ ਇੱਕ ਵਿਅਕਤੀ ਸਮਾਜ ਦੇ ਵਿੱਚ ਰਹਿ ਕੇ ਆਪਣੇ ਮਾਤਾ ਪਿਤਾ ਤੋਂ, ਆਪਣੇ ਦੋਸਤਾਂ ਤੋਂ, ਆਪਣੇ ਆਂਢੀ ਗੁਆਂਢੀਆਂ ਤੋਂ ਜਾਂ ਸਮਾਜ ਦੇ ਬਾਕੀ ਲੋਕਾਂ ਤੋਂ ਸਿੱਖਦਾ ਹੈ। ਸੋ ਜਦ ਇੱਕ ਵਿਅਕਤੀ ਸਿੱਖ ਜਾਂਦਾ ਹੈ, ਉਹ ਕਦਰਾਂ ਕੀਮਤਾਂ, ਨੋਰਮਸ ਐਂਡ ਵੈਲਿਊਜ਼ ਜੋ ਕਿਹਾ ਜਾਂਦਾ ਹੈ, ਉਹ ਨੋਰਮਸ ਐਂਡ ਵੈਲਿਊਜ਼ ਦੇ ਅਨੁਸਾਰ ਹੀ ਸੁਸਾਇਟੀ ਦੇ ਵਿੱਚ ਉਦਾਂ ਹੀ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਸੋ ਸਹਿਜ ਸਮਾਜਿਕ ਨਿਯੰਤਰਣ ਦਾ ਮਤਲਬ ਕੀ ਹੁੰਦਾ ਹੈ ਕਿ ਵਿਅਕਤੀ ਨੇ ਆਪਣੇ ਆਦਰਸ਼ਾਂ ਦੇ ਅਨੁਸਾਰ, ਆਪਣੇ ਸਹੀ ਨਿਯਮਾਂ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲਿਆ ਹੈ ਤੇ ਸਮਾਜ ਦੇ ਵਿੱਚ ਸਹੀ ਇੱਕ ਨਾਗਰਿਕ ਬਣ ਕੇ ਅੱਗੇ ਆਇਆ ਹੈ। ਸੋ ਇਸ ਨੂੰ ਕਿਹਾ ਜਾਂਦਾ ਹੈ ਆਟੋਮੈਟਿਕ ਸੋਸ਼ਲ ਕੰਟਰੋਲ, ਸਹਿਜ ਸਮਾਜਿਕ ਨਿਯੰਤਰਣ। ਔਰ ਇਸ ਦਾ ਨੈਕਸਟ ਫਾਰਮ ਹੈ ਵਧੇਰੇ ਸਹਿਜ ਸਮਾਜਿਕ ਨਿਯੰਤਰਣ, ਮੋਰ ਆਟੋਮੈਟਿਕ ਸੋਸ਼ਲ ਕੰਟਰੋਲ। ਹੁਣ ਮੋਰ ਆਟੋਮੈਟਿਕ ਮਤਲਬ ਵਿਅਕਤੀ ਦੇ ਆਪਣੇ ਜੀਵਨ ਦੇ ਤਜਰਬੇ, ਜੋ ਇੱਕ ਵਿਅਕਤੀ ਨੇ ਤਜਰਬੇ ਜੋ ਉਹਨੇ ਐਕਸਪੀਰੀਅੰਸ ਕੀਤਾ ਗਿਆ ਹੁੰਦਾ ਜਾਂ ਜੋ ਉਹ ਜਿਵੇਂ ਜਿਵੇਂ ਜੀਵਨ ਦੇ ਵਿੱਚ ਅੱਗੇ ਵੱਧਦਾ ਜਾਂਦਾ ਹੈ ਉਹ ਹਾਲਾਤਾਂ ਦੇ ਅਨੁਸਾਰ ਕੁਝ ਨਾ ਕੁਝ ਸਿੱਖਦਾ ਰਹਿੰਦਾ, ਕਿਉਂਕਿ ਹਰ ਇੱਕ ਵਿਅਕਤੀ ਦੂਸਰੇ ਵਿਅਕਤੀ ਦੇ ਨਾਲ ਜਦ ਉਹਨੂੰ ਆਬਜ਼ਰਵ ਕਰਦਾ ਜਾਂ ਜਦ ਅੰਤਰ ਕਿਰਿਆਵਾਂ ਕਰਦਾ ਤਾਂ ਉਹ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈ। ਸੋ ਜਦੋਂ ਇੱਕ ਵਿਅਕਤੀ ਦੂਸਰੇ ਵਿਅਕਤੀ ਦੇ ਨਾਲ ਸਮਾਜ ਦੇ ਵਿੱਚ ਵਿਚਰ ਰਿਹਾ ਹੈ, ਉਹ ਕੁਝ ਨਾ ਕੁਝ ਸਿੱਖ ਰਿਹਾ ਹੈ, ਸੋ ਉਹਦੇ ਅੰਦਰ ਆਪੇ ਹੀ ਸਹਿਜ ਦੀ ਭਾਵਨਾ ਆ ਜਾਂਦੀ ਹੈ, ਵਧੇਰੇ ਸਹਿਜ, ਉਹ ਆਪਣੇ ਆਪ ਨੂੰ ਆਪੇ ਹੀ ਕੰਟਰੋਲ ਕਰਨਾ ਸ਼ੁਰੂ ਕਰ ਦਿੰਦਾ ਹੈ, ਕਿਉਂਕਿ ਵਿਅਕਤੀ ਨੇ ਆਪਣੇ ਜੀਵਨ ਦੇ ਤਜਰਬੇ ਅਤੇ ਸਮੂਹਿਕ ਇੱਛਾਵਾਂ ਨੂੰ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਜਿਸ ਦੇ ਨਾਲ ਉਹ ਆਪਣੇ ਆਪ ਦੇ ਉੱਤੇ ਕੰਟਰੋਲ ਰੱਖਦਾ। ਇੱਕ ਵਿਅਕਤੀ ਨੇ ਜੋ ਸੋਸ਼ਲ ਇੰਟਰਸਟ ਹੁੰਦਾ ਹੈ ਕਿ ਸਮਾਜਿਕ ਜਾਂ ਸਮੂਹਿਕ ਇੱਛਾਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਜੇ ਮੈਂ ਇਹ ਕੰਮ ਕਰ ਰਿਹਾ ਹੈ ਜਾਂ ਇਹ ਮੈਂ ਕੋਈ ਵੀ ਕਿਸੇ ਵੀ ਚੀਜ਼ ਦੇ ਵਿੱਚ ਇਨਵੋਲਵ ਹੋ ਰਿਹਾ ਹੈ ਤਾਂ ਇਸ ਦੇ ਨਾਲ ਸਮਾਜ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ। ਸੋ ਇਹ ਚੀਜ਼ਾਂ ਬਾਰੇ ਸੋਚ ਕੇ ਜਾਂ ਜ਼ਿਆਦਾ ਐਕਸਪੀਰੀਅੰਸ ਸਮਾਜ ਦੇ ਵਿੱਚ ਰਹਿਣ ਦਾ ਜ਼ਿਆਦਾ ਐਕਸਪੀਰੀਅੰਸ ਜਾਂ ਕਹਿ ਲਓ ਕਿ ਜ਼ਿਆਦਾ ਉਮਰ ਹੋਣ ਦੇ ਨਾਲ ਵੀ ਵਧੇਰੇ ਸਹਿਜ ਸਮਾਜਿਕ ਨਿਯੰਤਰਣ ਸਮਾਜ ਦੇ ਵਿੱਚ ਦੇਖਣ ਨੂੰ ਮਿਲਦਾ। ਇਸ ਤੋਂ ਇਲਾਵਾ ਗੱਲ ਕਰਾਂਗੇ ਸਿੱਧਾ ਸਮਾਜਿਕ ਨਿਯੰਤਰਣ ਤੇ ਅਸਿੱਧੇ ਸਮਾਜਿਕ ਨਿਯੰਤਰਣ। ਸੋ ਇੱਕ ਕਾਰਲ ਮੈਨਹਾਈਮ ਇੱਕ ਸੋਸ਼ੀਓਲੋਜਿਸਟ ਹੈ ਜਿਸ ਨੇ ਇਹ ਟਾਈਪਸ ਬਾਰੇ ਗੱਲ ਕੀਤੀ ਹੈ। ਉਸਨੇ ਕਿਹਾ ਕਿ ਇੱਕ ਸਮਾਜਿਕ ਨਿਯੰਤਰਣ ਸਿੱਧੇ ਰੂਪ ਦੇ ਵਿੱਚ ਹੁੰਦਾ ਤੇ ਇੱਕ ਅਸਿੱਧੇ ਰੂਪ ਦੇ ਵਿੱਚ। ਹੁਣ ਸਿੱਧੇ ਸਮਾਜਿਕ ਨਿਯੰਤਰਣ ਮਤਲਬ ਡਾਇਰੈਕਟ ਫਾਰਮ ਦੇ ਵਿੱਚ, ਸੋ ਜੋ ਵਿਅਕਤੀ ਦੇ ਨਜ਼ਦੀਕੀ ਰਿਸ਼ਤੇਦਾਰ ਉਸ ਦੇ ਉੱਤੇ ਨਿਯੰਤਰਣ ਰੱਖਦੇ। ਹੁਣ ਨਜ਼ਦੀਕੀ ਰਿਸ਼ਤੇਦਾਰ ਕੌਣ ਹੋਏ? ਭੈਣ ਭਰਾ, ਮਾਤਾ ਪਿਤਾ ਜਾਂ ਹੋਰ ਰਿਸ਼ਤੇਦਾਰ। ਇਸ ਦਾ ਮਤਲਬ ਕਿ ਜੋ ਪਰਿਵਾਰ ਹੈ ਉਹ ਇੱਕ ਐਦਾਂ ਦਾ ਏਜੰਸੀ ਹੈ ਜਾਂ ਐਦਾਂ ਦਾ ਸਮੂਹ ਹੈ, ਇੱਕ ਪ੍ਰਾਥਮਿਕ ਸਮੂਹ ਹੈ ਜੋ ਸਿੱਧੇ ਰੂਪ ਦੇ ਵਿੱਚ ਲੋਕਾਂ ਦੇ ਵਿੱਚ ਨਾਲ ਵਿਚਰ ਰਿਹਾ। ਹੁਣ ਮੇਰਾ ਪਰਿਵਾਰ ਮੇਰੇ ਨਾਲ ਸਿੱਧੇ ਰੂਪ ਦੇ ਵਿੱਚ ਮੇਰੇ ਉੱਤੇ ਉਹ ਨਿਯੰਤਰਣ ਰੱਖਦਾ ਪਿਆ। ਐਦਾਂ ਹੀ ਕਿਉਂਕਿ ਹਰ ਇੱਕ ਚੀਜ਼ ਨੂੰ ਉਦਾਹਰਨ ਦੇ ਤੌਰ ਤੇ ਹੀ ਲੈ ਕੇ ਚੱਲਣਾ ਹੈ ਜਾਂ ਉਦਾਹਰਨ ਨੂੰ ਨਾਲ ਹਰ ਇੱਕ ਵਿਸ਼ੇ ਦੇ ਲੈ ਕੇ ਚੱਲਣਾ। ਸੋ ਜੇ ਸਿੱਧਾ ਸਮਾਜਿਕ ਨਿਯੰਤਰਣ ਹੈ, ਪਰਿਵਾਰ ਇੱਕ ਵਿਅਕਤੀ ਦੀਆਂ ਆਦਤਾਂ ਨੂੰ, ਉਹਦੀਆਂ ਕਦਰਾਂ ਕੀਮਤਾਂ ਨੂੰ ਸਹੀ ਕਰ ਰਿਹਾ ਹੈ ਜਿਸ ਦੇ ਨਾਲ ਉਹ ਵਿਅਕਤੀ ਸਮਾਜ ਦੇ ਵਿੱਚ ਸਹੀ ਢੰਗ ਨਾਲ ਵਿਚਰ ਰਿਹਾ। ਕਿਉਂਕਿ ਸਿੱਧਾ ਸਮਾਜਿਕ ਨਿਯੰਤਰਣ ਜਿੱਥੇ ਆਪਾਂ ਲੋਕਾਂ ਦੇ ਨਾਲ ਸਿੱਧੇ ਰੂਪ ਦੇ ਵਿੱਚ ਉਹਨਾਂ ਦੇ ਨਾਲ ਕੰਟੈਕਟ ਦੇ ਵਿੱਚ ਆਉਂਦੇ ਹਾਂ। ਟੇਕ ਐਨ ਐਗਜ਼ਾਮਪਲ ਆਫ ਫੈਮਿਲੀ। ਪਰਿਵਾਰ ਦੇ ਨਾਲ ਹਰ ਇੱਕ ਵਿਅਕਤੀ ਸਿੱਧੇ ਰੂਪ ਨਾਲ ਜੁੜਿਆ ਹੋਇਆ ਹੈ ਜਿਸ ਨਾਲ ਆਪਾਂ ਕਹਿ ਸਕਦੇ ਹਾਂ ਕਿ ਸਿੱਧਾ ਸਮਾਜਿਕ ਨਿਯੰਤਰਣ ਉਸ ਵਕਤ ਉੱਥੇ ਦੇਖਣ ਨੂੰ ਮਿਲਦਾ ਹੈ। ਸੋ ਜੋ ਵਿਅਕਤੀ ਦੇ ਨਜ਼ਦੀਕੀ ਰਿਸ਼ਤੇਦਾਰ ਉਸ ਦੇ ਨਾਲ ਜੁੜੇ ਹੋਏ ਹੁੰਦੇ ਆ, ਜਿਵੇਂ ਪਰਿਵਾਰ ਹੋ ਗਿਆ, ਗੁਆਂਢ ਹੈ, ਸੋ ਲੋਕ ਉਸ ਦੇ ਉੱਤੇ ਦਬਾਅ ਪਾਉਂਦੇ ਆ। ਹੁਣ ਇੱਕ ਵਿਅਕਤੀ ਦੇ ਉੱਤੇ ਉਸ ਦਾ ਪਰਿਵਾਰ ਦਬਾਅ ਪਾ ਰਿਹਾ ਹੈ ਕਿ ਉਹਨੇ ਸਹੀ ਦਿਸ਼ਾ ਦੇ ਵਿੱਚ ਚੱਲਣਾ ਹੈ, ਸਮਾਜ ਦੇ ਵਿੱਚ ਸਮਾਜ ਦੇ ਨਿਯਮਾਂ ਦੀ ਉਲੰਘਣਾ ਨਹੀਂ ਕਰਨੀ ਜਾਂ ਸਮਾਜ ਦੇ ਨਿਯਮਾਂ ਨੂੰ ਫੋਲੋ ਕਰਨਾ ਹੈ। ਪਰਿਵਾਰ, ਗੁਆਂਢ ਹੋ ਗਿਆ ਜਾਂ ਰਿਸ਼ਤੇਦਾਰ ਹੋ ਗਏ, ਹੋਰ ਕੋਈ ਜਾਂ ਦੋਸਤ ਮਿੱਤਰ ਹੋ ਗਏ। ਸੋ ਇਹ ਸਿੱਧੇ ਰੂਪ ਦੇ ਵਿੱਚ ਇੱਕ ਵਿਅਕਤੀ ਦੇ ਵਿਵਹਾਰ ਨੂੰ ਨਿਯੰਤਰਿਤ ਕਰਦੇ ਹਨ। ਉਸ ਤੋਂ ਇਲਾਵਾ ਦੂਸਰਾ ਹੈ ਇਹਦਾ ਬਿਲਕੁਲ ਆਪੋਜ਼ਿਟ ਫਾਰਮ, ਅਸਿੱਧੇ ਸਮਾਜਿਕ ਨਿਯੰਤਰਣ। ਸਿੱਧਾ ਦਾ ਆਪੋਜ਼ਿਟ ਅਸਿੱਧੇ, ਇਨਡਾਇਰੈਕਟ ਫਾਰਮ ਦੇ ਵਿੱਚ, ਜਿਸ ਨੂੰ ਪ੍ਰਤੱਖ ਜਾਂ ਅਸਿੱਧੇ ਸਮਾਜਿਕ ਨਿਯੰਤਰਣ ਵੀ ਕਿਹਾ ਗਿਆ। ਸੋ ਇਹ ਉੱਦਾਂ ਦਾ ਨਿਯੰਤਰਣ ਹੈ ਜੋ ਵਿਅਕਤੀ ਅਲੱਗ-ਅਲੱਗ ਸੰਸਥਾਵਾਂ ਤੋਂ, ਸਮੂਹਾਂ ਤੋਂ ਆਪਣੇ ਉੱਤੇ ਨਿਯੰਤਰਣ ਰੱਖਦਾ ਹੈ। ਇਨਡਾਇਰੈਕਟ ਫਾਰਮ ਦਾ ਮਤਲਬ ਕਿ ਸੋਸ਼ਲ ਵੈਲਫੇਅਰ ਲਈ ਜਾਂ ਫਿਰ ਲਾਅ ਹੈ, ਪੁਲਿਸ ਹੈ, ਲੋਕ ਰਾਏ ਹੋ ਗਈ ਜਾਂ ਲੋਕਾਂ ਦੀ ਓਪੀਨੀਅਨ ਹੈ, ਇਹ ਸਾਰਾ ਕੁਛ ਹੀ ਜਿਵੇਂ ਆਪਾਂ ਮਾਡਰਨ ਸੁਸਾਇਟੀ ਦੇ ਵਿੱਚ ਹੁਣ ਰਹਿ ਰਹੇ ਹਾਂ। ਸੋ ਇੱਥੇ ਕੀ ਹੈ, ਡਾਇਰੈਕਟ ਵੇ ਦੇ ਵਿੱਚ ਲੋਕਾਂ ਨਾਲ ਆਪਾਂ ਨਹੀਂ ਜੁੜੇ ਹੋਏ ਲੇਕਿਨ ਫਿਰ ਵੀ ਲੋਕਾਂ ਨੂੰ ਦੇਖ ਕੇ ਆਪਾਂ ਆਪਣੇ ਉੱਤੇ ਨਿਯੰਤਰਣ ਰੱਖਿਆ ਹੋਇਆ। ਜੇ ਇੱਕ ਵਿਅਕਤੀ ਚੋਰੀ ਨਹੀਂ ਕਰ ਰਿਹਾ, ਇਹ ਉਦਾਹਰਨ ਹੈ, ਜੇ ਇੱਕ ਵਿਅਕਤੀ ਚੋਰੀ ਨਹੀਂ ਕਰ ਰਿਹਾ ਜਾਂ ਉਹ ਕੋਈ ਟੈਰਰਿਸਟ ਨਹੀਂ ਬਣ ਰਿਹਾ, ਕੋਈ ਗਲਤ ਕੰਮ ਨਹੀਂ ਕਰ ਰਿਹਾ, ਇਸ ਦਾ ਮਤਲਬ ਕਿ ਉਸਨੂੰ ਡਰ ਹੈ ਕਿਸੇ ਚੀਜ਼ ਦਾ, ਉਸਨੂੰ ਪਤਾ ਹੈ ਕਿ ਜੇ ਗਲਤ ਕੰਮ ਹੋਏਗਾ ਜਾਂ ਉਹ ਉਸ ਦੁਆਰਾ ਗਲਤ ਕੰਮ ਕੀਤਾ ਜਾਏਗਾ ਤਾਂ ਉਸਨੂੰ ਪੁਲਿਸ ਫੜ ਕੇ ਲੈ ਜਾਏਗੀ ਜਾਂ ਇਹ ਕਾਨੂੰਨ ਦੇ ਖਿਲਾਫ ਹੈ। ਸੋ ਅਸਿੱਧੇ ਰੂਪ ਦੇ ਨਾਲ ਸਮਾਜ ਦੇ ਵਿੱਚੋਂ ਆਪਣੇ ਉੱਤੇ ਨਿਯੰਤਰਣ ਰੱਖਦਾ ਹੈ। ਇਸ ਤੋਂ ਇਲਾਵਾ ਅਗਲੀ ਜੋ ਕਿਸਮ ਹੈ ਉਹ ਕੀ ਹੈ, ਸਕਾਰਾਤਮਕ ਸਮਾਜਿਕ ਨਿਯੰਤਰਣ। ਸਕਾਰਾਤਮਕ, ਇਸ ਦਾ ਮਤਲਬ ਪੋਜ਼ਿਟਿਵ। ਸੋ ਪੋਜ਼ਿਟਿਵ ਵੇ ਦੇ ਵਿੱਚ ਮਤਲਬ ਕੋਈ ਰਿਵਾਰਡ ਲੈਣ ਵਾਸਤੇ ਜਾਂ ਇਨਾਮ ਦੀ ਇੱਛਾ ਦੇ ਵਿੱਚ ਇੱਕ ਵਿਅਕਤੀ ਆਪਣੇ ਆਪ ਨੂੰ ਠੀਕ ਰੱਖ ਰਿਹਾ ਹੈ। ਠੀਕ ਰੱਖਣ ਦਾ ਮਤਲਬ ਕਿ ਉਹ ਆਪਣੇ ਵਿਵਹਾਰ ਨੂੰ ਸਹੀ ਦਿਸ਼ਾ ਦੇ ਵਿੱਚ ਰੱਖ ਰਿਹਾ ਹੈ। ਕਿਉਂਕਿ ਸਕਾਰਾਤਮਕ ਸਮਾਜਿਕ ਨਿਯੰਤਰਣ ਇੱਕ ਐਦਾਂ ਦਾ ਨਿਯੰਤਰਣ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਆਪਣੀ ਇੱਛਾ ਨੂੰ ਅਲੱਗ ਤੋਂ ਰੱਖ ਕੇ, ਜਾਂ ਕਹਿ ਸਕਦੇ ਹਾਂ ਕਿ ਉਹ ਇਨਾਮ ਦੀ ਇੱਛਾ, ਮਤਲਬ ਉਸਨੂੰ ਇਹ ਹੈ ਕਿ ਜੇ ਮੈਂ ਵਧੀਆ ਕੰਮ ਕਰਾਂਗਾ ਤਾਂ ਮੈਨੂੰ ਇਨਾਮ ਦਿੱਤਾ ਜਾਏਗਾ, ਲੋਕ ਮੇਰੀ ਪ੍ਰਸ਼ੰਸਾ ਕਰਨਗੇ, ਲੋਕਾਂ ਦੇ ਵਿੱਚ ਮੈਂ ਜ਼ਿਆਦਾ ਪ੍ਰਚਲਿਤ ਹੋਵਾਂਗਾ, ਮੈਨੂੰ ਵਾਹਵਾਹੀ ਮਿਲੇਗੀ ਜਾਂ ਮੈਨੂੰ ਵੱਧ ਤੋਂ ਵੱਧ ਲੋਕ ਜਾਣਨਗੇ ਇੱਕ ਚੰਗੇ ਕੰਮ ਵਾਸਤੇ, ਇੱਕ ਚੰਗੇ ਵਿਅਕਤੀ ਦੇ ਰੂਪ ਵਜੋਂ। ਸੋ ਇਹ ਚੀਜ਼ਾਂ ਨੂੰ ਸੋਚਦੇ ਹੋਏ ਉਹ ਵਿਅਕਤੀ ਸਹੀ ਦਿਸ਼ਾ ਦੇ ਵਿੱਚ ਚੱਲੇਗਾ ਜਾਂ ਉਹ ਆਪਣੇ ਵਿਵਹਾਰ ਨੂੰ ਠੀਕ ਰੱਖੇਗਾ। ਸੋ ਉਸ ਕਿਸਮ ਨੂੰ ਕਿਹਾ ਜਾਂਦਾ ਹੈ ਸਕਾਰਾਤਮਕ ਸਮਾਜਿਕ ਨਿਯੰਤਰਣ, ਕਿਉਂਕਿ ਇੱਕ ਵਿਅਕਤੀ ਇਨਾਮ ਦੀ ਇੱਛਾ ਦੇ ਵਿੱਚ ਵਿਸ਼ੇਸ਼ ਤਰ੍ਹਾਂ ਨਾਲ, ਇੱਕ ਵਿਸ਼ੇਸ਼ ਪ੍ਰਕਾਰ ਨਾਲ ਉਹ ਵਿਵਹਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਹੁਣ ਇਸ
ਇਹ ਜੋ ਟਾਈਪ ਹੈ, ਕਿਸਮ ਹੈ, ਇਸ ਦੇ ਵਿੱਚ ਉਦਾਹਰਨ ਜੇ ਦਿੱਤੀ ਜਾਵੇ ਤਾਂ ਕਹਾਂਗੇ ਕਿ ਜੇ ਇੱਕ ਬੱਚੇ ਨੂੰ ਲਾਲਚ ਹੈ ਕਿ ਉਸਨੂੰ ਟੌਫੀ ਮਿਲੇਗੀ ਜਾਂ ਫਿਰ ਜੇ ਉਹ ਆਪਣਾ ਹੋਮਵਰਕ ਸਹੀ ਕਰੇਗਾ, ਟਾਈਮ ਤੇ ਕਰੇਗਾ, ਤਦ ਉਸਨੂੰ ਉਸਦੇ ਪੇਰੈਂਟਸ, ਉਹਦੇ ਮਾਤਾ ਪਿਤਾ ਇੱਕ ਚਾਕਲੇਟ ਆਫਰ ਕਰਨਗੇ ਜਾਂ ਸਕੂਲ ਦੇ ਵਿੱਚ ਉਹਨੂੰ ਵਧੀਆ ਮਾਰਕਸ ਮਿਲਣਗੇ। ਸੋ ਇਹ ਉਦਾਂ ਦਾ ਪਰਸਨਲ ਐਡਵਾਂਟੇਜ ਹੋ ਜਾਂਦੀ ਹੈ, ਜਾਂ ਉਦਾਂ ਦਾ ਇੱਕ ਇੱਛਾ ਹੋ ਜਾਂਦੀ ਹੈ, ਇੱਕ ਵਿਅਕਤੀਗਤ ਇੱਛਾ ਹੋ ਜਾਂਦੀ ਹੈ ਕਿ ਇੱਕ ਬੱਚਾ ਆਪਣਾ ਕੰਮ ਜਲਦੀ ਸਹੀ ਢੰਗ ਦੇ ਨਾਲ ਕਰ ਰਿਹਾ ਹੈ ਤਾਂ ਕਿ ਉਸਨੂੰ ਅੱਗੇ ਜਾ ਕੇ ਇਨਾਮ ਮਿਲ ਸਕੇ। ਸੋ ਇਹ ਹੈ ਸਕਾਰਾਤਮਕ ਸਮਾਜਿਕ ਨਿਯੰਤਰਣ। ਇਸ ਤੋਂ ਬਾਅਦ ਨਕਾਰਾਤਮਕ ਸਮਾਜਿਕ ਨਿਯੰਤਰਣ ਹੈ। ਨਕਾਰਾਤਮਕ ਸਮਾਜਿਕ ਨਿਯੰਤਰਣ ਮਤਲਬ ਜਿਸਨੂੰ ਨੈਗੇਟਿਵ ਸੋਸ਼ਲ ਕੰਟਰੋਲ ਕਿਹਾ ਜਾਂਦਾ ਹੈ, ਕਿ ਕਿਸੇ ਚੀਜ਼ ਦੇ ਡਰ ਤੋਂ ਇੱਕ ਵਿਅਕਤੀ ਜਾਂ ਜਦੋਂ ਵਿਅਕਤੀ ਨੂੰ ਪਤਾ ਹੋਵੇ ਕਿ ਉਹ ਗਲਤ ਕੰਮ ਕਰੇਗਾ ਤਦ ਉਸਨੂੰ ਫੜ ਲਿੱਤਾ ਜਾਊਗਾ, ਉਸਨੂੰ ਪਨਿਸ਼ਮੈਂਟ ਹੋਏਗੀ, ਪੁਲਿਸ ਫੜ ਕੇ ਲੈ ਜਾਏਗੀ ਜਾਂ ਉਸਦੇ ਉੱਤੇ ਕੋਈ ਕੇਸ ਹੋ ਜਾਏਗਾ ਜਾਂ ਸਮਾਜ ਦੁਆਰਾ ਉਸਨੂੰ ਨਿੰਦਿਆ ਜਾਏਗਾ। ਸੋ ਉਸ ਚੀਜ਼ ਦੇ ਡਰ ਤੋਂ ਇੱਕ ਵਿਅਕਤੀ ਆਪਣੇ ਆਪ ਨੂੰ ਆਪੇ ਹੀ ਕੰਟਰੋਲ ਦੇ ਵਿੱਚ ਰੱਖ ਲੈਂਦਾ। ਆਪਣੇ ਆਪ ਨੂੰ ਕੰਟਰੋਲ 'ਚ ਰੱਖਣਾ, ਇਸ ਦਾ ਮਤਲਬ ਕਿ ਆਪਣੇ ਵਿਵਹਾਰ ਨੂੰ ਸਹੀ ਕਰਨਾ। ਜਿੱਥੇ ਇੱਕ ਵਿਅਕਤੀ ਆਪਣੇ ਵਿਵਹਾਰ ਨੂੰ ਸਹੀ ਕਰੇਗਾ ਉੱਥੇ, ਜਾਂ ਲੋਕਾਂ ਦੇ ਡਰ ਤੋਂ ਕਿ ਕਿਤੇ ਉਸਨੂੰ ਪੁਲਿਸ ਨਾ ਲੈ ਜਾਵੇ, ਜਾਂ ਜਦੋਂ ਵਿਅਕਤੀ ਨੂੰ ਪਤਾ ਹੋਵੇ ਕਿ ਉਹ ਗਲਤ ਕੰਮ ਕਰੇਗਾ ਅਤੇ ਉਹ ਫੜ ਲਿੱਤਾ ਜਾਏਗਾ, ਸੋ ਉਸਨੂੰ ਸਜ਼ਾ ਮਿਲੇਗੀ, ਤਾਂ ਇਸ ਤਰ੍ਹਾਂ ਦਾ ਡਰ ਨਕਾਰਾਤਮਕ ਸਮਾਜਿਕ ਨਿਯੰਤਰਣ ਅਖਵਾਉਂਦਾ ਹੈ। ਕਿਉਂਕਿ ਜਿੱਥੇ ਆਪਾਂ ਪੋਜ਼ਿਟਿਵ ਦੀ ਗੱਲ ਕਰ ਰਹੇ ਹਾਂ, ਸਕਾਰਾਤਮਕ ਸਮਾਜਿਕ ਨਿਯੰਤਰਣ ਦੀ ਗੱਲ ਕਰ ਰਹੇ ਹਾਂ, ਉੱਥੇ ਦੇਖਿਆ ਜਾ ਰਿਹਾ ਹੈ ਕਿ ਜੇ ਕੋਈ ਪੁਲਿਸ ਆਫਿਸਰ ਹੈ ਜਾਂ ਜੇ ਕੋਈ ਫੌਜੀ ਹੈ, ਸੋ ਉਹ ਬਾਰਡਰ ਦੇ ਉੱਤੇ ਖੜਾ ਹੈ, ਉਹ ਦੇਸ਼ ਦੀ ਸੇਵਾ ਕਰ ਰਿਹਾ ਹੈ, ਉਹ ਵਧੀਆ ਕੰਮ ਕਰ ਰਿਹਾ ਹੈ, ਉਸਨੂੰ ਪਤਾ ਹੈ ਕਿ ਜੇ ਉਹ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾਏਗਾ ਤਾਂ ਲੋਕਾਂ ਦੁਆਰਾ ਉਸਦੀ ਪ੍ਰਸ਼ੰਸਾ ਕੀਤੀ ਜਾਏਗੀ, ਲੋਕ ਉਸਨੂੰ ਵਧੀਆ ਮੰਨਣਗੇ, ਉਸਦੇ ਕੰਮ ਦੀ ਸਹਾਰਨਾ ਕੀਤੀ ਜਾਏਗੀ ਜਾਂ ਉਸਦੇ ਕੰਮ ਨੂੰ ਵਧੀਆ ਮੰਨਿਆ ਜਾਏਗਾ। ਸੋ ਇਹ ਉਦਾਂ ਦਾ ਸਕਾਰਾਤਮਕ ਸਮਾਜਿਕ ਨਿਯੰਤਰਣ ਹੋ ਜਾਂਦਾ ਹੈ ਕਿ ਉਹ ਇੱਕ ਪੋਜ਼ਿਟਿਵ ਵੇ ਦੇ ਵਿੱਚ, ਕਿ ਉਹ ਆਪਣੀ ਲਾਈਫ ਨੂੰ ਜੇ ਨੇਸ਼ਨ ਵਾਸਤੇ, ਇਸ ਦੇਸ਼ ਵਾਸਤੇ ਸੈਕਰੀਫਾਈਸ ਵੀ ਕਰ ਦਿੰਦਾ ਇੱਕ ਫੌਜੀ, ਤਾਂ ਉਹ ਕੰਟਰੋਲ ਰੱਖ ਰਿਹਾ ਆਪਣੇ ਬਿਹੇਵੀਅਰ ਨੂੰ, ਇੱਕ ਸਕਾਰਾਤਮਕ ਢੰਗ ਦੇ ਨਾਲ ਕੰਟਰੋਲ ਰੱਖਿਆ ਜਾ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਤੋਂ ਇਹ ਦੇਖਣ ਨੂੰ ਮਿਲਿਆ ਕਿ ਜੋ ਸਮਾਜਿਕ ਨਿਯੰਤਰਣ ਹੈ ਉਹ ਬਹੁਤ ਹੀ ਸਾਧਾਰਨ ਚੀਜ਼ ਹੈ। ਇੱਕ ਵਿਅਕਤੀ ਆਪਣੇ ਵਿਵਹਾਰ ਨੂੰ ਜਿੱਥੇ ਕੰਟਰੋਲ ਰੱਖੇਗਾ, ਸਮਾਜ ਦੀਆਂ ਇਕਾਈਆਂ ਜਦੋਂ ਠੀਕ ਤਰੀਕੇ ਨਾਲ ਕੰਮ ਕਰਨਗੀਆਂ ਤੇ ਕਿਸੇ ਨੂੰ ਨੁਕਸਾਨ ਪਹੁੰਚਾਏ ਬਿਨਾਂ, ਕਿਉਂਕਿ ਜਿੱਥੇ ਇੱਕ ਵਿਅਕਤੀ ਦੂਸਰੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਉੱਥੇ ਆਪਣਾ ਸਮਾਜ ਇੱਕ ਸੰਗਠਿਤ ਰੂਪ ਦੇ ਵਿੱਚ ਨਹੀਂ ਚੱਲੇਗਾ। ਕਿਉਂਕਿ ਸਮਾਜ ਇੱਕ ਏਦਾਂ ਦੀ ਚੀਜ਼ ਹੈ ਜਿੱਥੇ ਵਿਅਕਤੀ ਦੂਜਿਆਂ ਨਾਲ ਮਿਲ ਕੇ ਅੰਤਰ ਕਿਰਿਆਵਾਂ ਕਰ ਰਿਹਾ ਹੈ, ਜਿੱਥੇ ਵਿਅਕਤੀ ਸਮਾਜ ਦੇ ਵਿੱਚ ਲੋਕਾਂ ਨਾਲ ਵਿਚਰ ਰਿਹਾ ਹੈ, ਸਮਾਜ ਨੂੰ ਇੱਕ ਵਧੀਆ ਇੱਕ ਹਾਈਟਸ ਤੇ ਲੈ ਕੇ ਜਾ ਰਿਹਾ ਹੈ, ਜਾਂ ਕਹਿ ਸਕਦੇ ਹੋ ਕਿ ਸਮਾਜ ਦੇ ਵਿੱਚ ਵਿਕਾਸ ਹੋਣਾ ਤਾਂ ਹੀ ਜ਼ਰੂਰੀ ਹੈ ਜੇ ਲੋਕ ਇੱਕ ਦੂਸਰੇ ਨਾਲ ਨਿਯੰਤਰਣ ਦੇ ਵਿੱਚ ਰਹਿਣਗੇ। ਸੋ ਇਸ ਤੋਂ ਬਾਅਦ ਇਹ ਚੀਜ਼ਾਂ ਦਾ ਜੇ ਆਪਾਂ ਕਨਕਲੂਡ ਕਰਕੇ ਦੇਖੀਏ ਤਾਂ ਆਪਾਂ ਇਹ ਚੀਜ਼ਾਂ ਕਹਾਂਗੇ ਕਿ ਵਿਅਕਤੀ ਦਾ ਵਿਵਹਾਰ ਜਦੋਂ ਸਮਾਜ ਦੇ ਵਿੱਚ ਸਹੀ ਢੰਗ ਦੇ ਨਾਲ ਚੱਲੇਗਾ ਜਾਂ ਉਹ ਵਿਵਹਾਰ ਸਹੀ ਢੰਗ ਨਾਲ ਕਰੇਗਾ, ਜਦ ਉਸ ਦੀਆਂ ਆਦਤਾਂ, ਉਸਦੇ ਵਿਚਾਰ, ਉਸਦਾ ਸੁਭਾਅ ਜਾਂ ਉਸਦਾ ਵਿਵਹਾਰ ਠੀਕ ਹੋਏਗਾ, ਉਹ ਆਪਣੇ ਵਿਵਹਾਰ ਉੱਤੇ ਇੱਕ ਨਿਯੰਤਰਣ ਕਸੇਗਾ ਜਾਂ ਇੱਕ ਨਿਯੰਤਰਿਤ ਰੂਪ ਦੇ ਵਿੱਚ ਉਹ ਲੋਕਾਂ ਦੇ ਵਿੱਚ ਜਾਏਗਾ, ਵਿਚਰੇਗਾ, ਤਾਂ ਉਸਨੂੰ ਸਮਾਜਿਕ ਨਿਯੰਤਰਣ ਦਾ ਨਾਮ ਦਿੱਤਾ ਜਾਏਗਾ। ਸੋ ਵਿਅਕਤੀ ਜਦੋਂ ਸਮਾਜ ਦੇ ਵਿੱਚ ਰਹਿੰਦਾ ਹੈ, ਉਸਨੂੰ ਆਪਣੇ ਵਿਵਹਾਰ ਨੂੰ ਸਮਾਜ ਦੇ ਨਿਯਮਾਂ ਦੇ ਅਨੁਸਾਰ ਹੀ ਢਾਲਣਾ ਪੈਂਦਾ। ਇਹ ਇੱਕ ਕੁਦਰਤ ਦੁਆਰਾ ਹੀ ਇੱਕ ਨਿਯਮ ਹੈ, ਜਾਂ ਕਹਿ ਲਓ ਕਿ ਲੋਕਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਜੇ ਇੱਕ ਵਿਅਕਤੀ ਲੋਕਾਂ ਨਾਲ ਜਾਂ ਬਾਕੀ ਸਮਾਜ ਦੇ ਜਿੰਨੇ ਵੀ ਵਿਅਕਤੀ ਹੈ ਉਹਨਾਂ ਦੇ ਨਾਲ ਸਹੀ ਦਿਸ਼ਾ ਦੇ ਵਿੱਚ ਕੰਮ ਕਰੇਗਾ ਤਾਂ ਹੀ ਉਹ ਸਮਾਜ ਦੇ ਵਿੱਚ ਇੱਕ ਵਧੀਆ ਇਨਸਾਨ ਕਹਿਲਾਏਗਾ। ਕਿਉਂਕਿ ਇਹ ਸਮਾਜ ਇੱਕ ਏਦਾਂ ਦਾ ਚੀਜ਼ ਹੈ ਜੋ ਗਲਤ ਇਨਸਾਨ ਨੂੰ ਕਦੇ ਵੀ ਸਪੋਰਟ ਨਹੀਂ ਕਰਦਾ, ਔਰ ਸਮਾਜਿਕ ਭਲਾਈ ਦੇ ਵਾਸਤੇ ਵੀ ਇੱਕ ਵਿਅਕਤੀ ਨੂੰ ਜੋ ਆਪਣੀਆਂ ਇੱਛਾਵਾਂ ਹੈ ਉਹ ਉਸਦਾ ਤਿਆਗ ਜ਼ਰੂਰ ਕਰਨਾ ਪੈਂਦਾ, ਕਿਉਂਕਿ ਵਿਅਕਤੀਗਤ ਭਲਾਈ ਨਾਲੋਂ ਜ਼ਿਆਦਾ ਸਮਾਜਿਕ ਭਲਾਈ ਦੀ ਜ਼ਰੂਰਤ ਹੁੰਦੀ ਹੈ, ਜਿਸ ਦੇ ਨਾਲ ਵਿਅਕਤੀ ਸਮਾਜ ਦਾ ਇੱਕ ਵਧੀਆ ਹਿੱਸਾ ਬਣ ਕੇ ਜਾਂ ਸਮਾਜ ਨੂੰ ਇੱਕ ਵਧੀਆ ਢੰਗ ਦੇ ਨਾਲ ਚਲਾਏਗਾ। ਸੋ ਇਹ ਜੋ ਸਮਾਜਿਕ ਨਿਯੰਤਰਣ ਹੈ ਇਹ ਇੱਕ ਤਰ੍ਹਾਂ ਦਾ ਪੈਟਰਨ ਹੈ, ਇੱਕ ਤਰ੍ਹਾਂ ਦਾ ਨਮੂਨਾ ਹੈ। ਉਹ ਨਮੂਨਾ ਸਮਾਜ ਦੇ ਵਿੱਚ ਤਿਆਰ ਕਰਨਾ ਜਿਸ ਦੁਆਰਾ ਇੱਕ ਵਿਅਕਤੀ ਨੂੰ ਪਤਾ ਲੱਗੇਗਾ ਕਿ ਉਹਨੇ ਵਿਵਹਾਰ ਕਿਵੇਂ ਕਰਨਾ।
ਕਿਉਂਕਿ ਕੁਝ ਐਦਾਂ ਦੀ ਫੋਰਸ ਹੈ, ਕੁਝ ਐਦਾਂ ਦਾ ਦੇ ਫੋਰਸ ਹੈ ਜੋ ਇੱਕ ਵਿਅਕਤੀ ਨੂੰ ਦੇ ਵਿਵਹਾਰ ਦੇ ਉੱਤੇ ਪ੍ਰੈਸ਼ਰ ਪਾ ਰਹੀ ਹੈ, ਵਿਅਕਤੀ ਦੇ ਵਿਵਹਾਰ ਨੂੰ ਦਬਾ ਰਹੀ ਹੈ ਜਾਂ ਉਸਦੇ ਵਿਵਹਾਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਇਹ ਸਕਾਰਾਤਮਕ ਢੰਗ ਦੇ ਨਾਲ ਉਹਦੇ ਵਿਵਹਾਰ ਨੂੰ ਦਬਾਇਆ ਜਾ ਰਿਹਾ ਹੈ, ਜਿਸ ਦੇ ਨਾਲ ਵਿਅਕਤੀ ਸਮਾਜ ਦੇ ਵਿੱਚ ਇੱਕ ਸੰਤੁਲਨ, ਸਮਾਜ ਦੇ ਵਿੱਚ ਸੰਤੁਲਨ ਲੈ ਕੇ ਆਉਂਦਾ ਹੈ, ਸੁਸਾਇਟੀ ਨੂੰ ਆਰਗੇਨਾਈਜ਼ਡ ਫਾਰਮ ਦੇ ਵਿੱਚ ਕਰਦਾ ਹੈ ਤੇ ਨਿਯੰਤਰਣ ਵੀ ਰੱਖਦਾ ਹੈ। ਸੋ ਉੱਦਾਂ ਦੀ ਤਾਕਤ ਇਹ ਉਸ ਤਰ੍ਹਾਂ ਦੀ ਤਾਕਤ ਹੈ ਜਿਸ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਲੋਕਾਂ ਦੇ ਉੱਤੇ, ਲੋਕਾਂ ਦੁਆਰਾ ਹੀ ਲੋਕਾਂ ਦੇ ਉੱਤੇ ਪ੍ਰਯੋਗ ਕੀਤਾ ਜਾਂਦਾ ਹੈ, ਜਿਸ ਦੇ ਨਾਲ ਵਿਅਕਤੀ ਆਪਣਾ ਸਮਾਜ ਦੇ ਵਿੱਚ ਸਹੀ ਦਿਸ਼ਾ ਦੇ ਵਿੱਚ ਚੱਲ ਰਿਹਾ ਹੈ, ਉਹ ਇੱਕ ਰਾਈਟ ਪਾਥ ਨੂੰ ਫੋਲੋ ਕਰ ਰਿਹਾ ਹੈ ਤੇ ਸਮਾਜ ਦੇ ਵਿੱਚ ਜਿੰਨੀਆਂ ਵੀ ਇਕਾਈਆਂ ਦੇ ਵਿੱਚ ਲੋਕ ਵੰਡੇ ਹੋਏ ਹੈ, ਹਰ ਇੱਕ ਇਕਾਈ ਦੇ ਵਿੱਚ ਰਹਿ ਕੇ ਵਿਅਕਤੀ ਆਪਣੇ ਆਪ ਨੂੰ ਸਹੀ ਢੰਗ ਦੇ ਨਾਲ ਚਲਾ ਰਿਹਾ ਹੈ। ਇਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਸਮਾਜਿਕ ਨਿਯੰਤਰਣ ਦੇ ਵਿੱਚ ਇਹ ਵੀ ਗੱਲ ਕਰਾਂਗੇ ਕਿ ਸਮਾਜ ਨੂੰ ਵਿਕਾਸ ਦੇ ਰਸਤੇ ਤੇ ਲੈ ਕੇ ਜਾਣ ਵਾਸਤੇ ਜਾਂ ਸੁਸਾਇਟੀ ਦੇ ਵਿੱਚ ਜੇ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਤਾਂ ਲੋਕਾਂ ਨੂੰ ਉਸ ਸਮਾਜ ਦੇ ਕਾਇਦੇ ਕਾਨੂੰਨ ਜਾਂ ਨਿਯਮਾਂ ਨੂੰ ਫੋਲੋ ਕਰਨਾ ਹੀ ਪਏਗਾ। ਸਮਾਜ ਦੇ ਵਿੱਚ ਅਲੱਗ-ਅਲੱਗ ਨਿਯਮ ਕਾਨੂੰਨ ਬਣਾਏ ਗਏ ਹੈ ਲੋਕਾਂ ਦੀ ਭਲਾਈ ਵਾਸਤੇ, ਜਿਵੇਂ ਲਾਅ ਹੈ, ਪੁਲਿਸ ਹੈ ਜਾਂ ਕॉन्स्टिट्यूशन ऑफ इंडिया है, पार्लियामेंट है, प्राइम मिनिस्टर हो गया है ना। सो ये सारे लोग ही हैं, हायर अथॉरिटीज़ हैं जिन्हां ने लोकां नूं कुछ रूल्स रेगुलेशन दिते हैं कि जे इस ढंग नाल एक व्यक्ति काम करेगा तां ही समाज सही ढंग नाल चलेगा। सो वो नॉर्म्स नूं फॉलो करना, वो वैल्यूज़ नूं फॉलो करना, वो रूल्स रेगुलेशन नूं फॉलो करना टू बी इन यूनिटी, समाज दे विच एकता स्थापित करना। जे ਸਮਾਜ ਦੇ ਵਿੱਚ ਵਿਅਕਤੀ ਨਿਯਮਾਂ ਨੂੰ ਫੋਲੋ ਕਰੇਗਾ, ਨਿਯਮਾਂ ਦੀ ਉਲੰਘਣਾ ਨਹੀਂ ਕਰੇਗਾ, ਇਸ ਦਾ ਮਤਲਬ ਕਿ ਉਹ ਏਕਤਾ ਦੇ ਵਿੱਚ ਅੱਗੇ ਚੱਲ ਰਿਹਾ ਹੈ, ਉਹ ਸਮਾਜ ਦੇ ਵਿੱਚ ਏਕਤਾ ਲੈ ਕੇ ਆ ਰਿਹਾ ਹੈ ਜਾਂ ਏਕਤਾ ਨੂੰ ਸਥਾਪਿਤ ਕਰ ਰਿਹਾ ਹੈ। ਕਿਉਂਕਿ ਇਹ ਮੰਨਿਆ ਗਿਆ ਹੈ ਕਿ ਜੇ ਸਮਾਜ ਦੇ ਵਿੱਚ ਏਕਤਾ ਸਥਾਪਿਤ ਹੋਏਗੀ ਤਾਂ ਹੀ ਸਮਾਜ ਅੱਗੇ ਚੱਲੇਗਾ। ਬਿਨਾਂ ਯੂਨਿਟੀ ਤੋਂ, ਬਿਨਾਂ ਸੋਲੀਡੈਰਿਟੀ ਤੋਂ ਜਾਂ ਬਿਨਾਂ ਟੂਗੈਦਰਨੈਸ ਤੋਂ ਇਹ ਸਮਾਜ ਅੱਗੇ ਨਹੀਂ ਵੱਧ ਸਕਦਾ। ਸਮਾਜ ਦੇ ਵਿੱਚ ਇੱਕ ਵਿਅਕਤੀ ਦਾ ਦੂਸਰੇ ਉੱਤੇ ਨਿਰਭਰ ਹੋਣਾ ਬਹੁਤ ਜ਼ਰੂਰੀ ਹੈ, ਇੱਕ ਵਿਅਕਤੀ ਦਾ ਦੂਜੇ ਨਾਲ ਅੰਤਰਕਿਰਿਆਵਾਂ ਕਰਨਾ ਤਾਂ ਕਿ ਉਹ ਇੱਕ ਸਮੂਹ ਬਣਾ ਸਕੇ, ਉਹ ਸਮੂਹ ਦੇ ਵਿੱਚ ਰਹਿ ਕੇ ਹੀ ਆਪਣੇ ਉੱਤੇ ਵੀ ਤੇ ਆਪਣੇ ਬਾਕੀ ਮੈਂਬਰਾਂ ਦੇ ਉੱਤੇ ਵੀ ਨਿਯੰਤਰਣ ਰੱਖ ਸਕੇ। ਜਿਵੇਂ ਉਦਾਹਰਨ ਦੇ ਤੌਰ ਤੇ ਦੇਖੀਏ ਕਿ ਪਰਿਵਾਰ ਹੈ ਤਾਂ ਪਰਿਵਾਰ ਦੇ ਵਿੱਚ ਪਿਤਾ ਪਰਿਵਾਰ ਦਾ ਮੁਖੀਆ ਹੈ, ਉਹ ਮੁਖੀਆ, ਉਹ ਪਿਤਾ ਜਾਂ ਉਹ ਮਾਤਾ ਜੋ ਪਰਿਵਾਰ ਦਾ ਮੁਖੀਆ ਹੈ, ਉਹ ਆਪਣੇ ਸਾਰੇ ਪਰਿਵਾਰਿਕ ਮੈਂਬਰਾਂ ਉੱਤੇ ਨਿਯੰਤਰਣ ਰੱਖਦਾ ਹੈ। ਨਿਯੰਤਰਣ ਰੱਖਣਾ ਜਿਵੇਂ ਕਿ ਘਰ ਤੋਂ ਕਿ ਇੱਕ ਟਾਈਮ ਫਿਕਸ ਕੀਤਾ ਗਿਆ ਕਿ ਇਹ ਚੀਜ਼ਾਂ ਕਰਨੀਆਂ ਹੈ, ਨਹੀਂ ਕਰਨੀਆਂ, ਕਿੰਨੇ ਵਜੇ ਉੱਠਣਾ ਹੈ, ਘਰ ਤੋਂ ਬਾਹਰ ਕਦ ਜਾਣਾ ਹੈ, ਕਦ ਨਹੀਂ, ਇਹ ਇੱਕ ਮੁਖੀਆ ਦੁਆਰਾ ਹੀ ਚੀਜ਼ਾਂ ਨੂੰ ਡਿਸਾਈਡ ਕੀਤਾ ਗਿਆ ਹੁੰਦਾ ਹੈ ਤੇ ਸਾਰੇ ਫੈਮਿਲੀ ਮੈਂਬਰਸ ਹੀ ਉਹਨਾਂ ਡਿਸੀਜਨਸ ਨੂੰ ਫੋਲੋ ਕਰਦੇ ਹੈ, ਉਸ ਜੋ ਫੈਮਿਲੀ ਦੇ ਹੈੱਡ ਹੈ ਉਸ ਨੂੰ ਫੋਲੋ ਕਰਦੇ ਹੈ। ਸੋ ਇਹ ਜਿੱਥੇ ਲੋਕ ਇਹਨਾਂ ਚੀਜ਼ਾਂ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਆ, रूल्स रेगुलेशन ਨੂੰ ਫੋਲੋ ਕਰਨਾ ਸ਼ੁਰੂ ਕਰਦੇ ਆ, ਨਿਯਮਾਂ ਦੀ ਪਾਲਣਾ ਕਰਨਗੇ ਤਾਂ ਹੀ ਸਮਾਜ ਦੇ ਵਿੱਚ ਨਿਯੰਤਰਣ ਸਥਾਪਿਤ ਹੋਏਗਾ, ਕਿਉਂਕਿ ਬਿਨਾਂ ਨਿਯੰਤਰਣ ਦੇ ਸਮਾਜ ਇੱਕ ਸੰਗਠਿਤ ਰੂਪ ਦੇ ਵਿੱਚ ਨਹੀਂ ਚੱਲ ਸਕਦਾ। ਹੁਣ ਜੇ ਆਪਾਂ ਦੇਖੀਏ ਤਾਂ ਸਮਾਜ ਦੇ ਵਿੱਚ ਜੋ ਸ਼ਾਂਤੀ ਸਥਾਪਿਤ ਕਰਨੀ ਹੈ, ਕਿਵੇਂ ਸਥਾਪਿਤ ਹੋਏਗੀ? ਸਮਾਜ ਕੀ ਹੈ? ਲੋਕਾਂ ਦਾ ਇਕੱਠ ਹੈ, ਜਿੱਥੇ ਲੋਕ ਅਲੱਗ-ਅਲੱਗ ਸ਼੍ਰੇਣੀਆਂ ਦੇ ਵਿੱਚ, ਅੱਡ-ਅੱਡ ਧਰਮਾਂ ਦੇ ਵਿੱਚ, ਅਲੱਗ-ਅਲੱਗ ਇਕਾਈਆਂ ਦੇ ਵਿੱਚ ਵੰਡੇ ਹੋਏ ਹਨ। ਸੋ ਅਲੱਗ-ਅਲੱਗ ਇਕਾਈਆਂ ਦੇ ਵਿੱਚ ਵੰਡੇ ਹੋਣ ਦੇ ਨਾਲ ਕੀ ਹੈ, ਇੱਕ ਵਿਅਕਤੀ ਦੂਸਰੇ ਨਾਲੋਂ ਕਿਤੇ ਨਾ ਕਿਤੇ ਅਲੱਗ ਵੀ ਹੈ, ਪਰ ਫਿਰ ਵੀ ਇੱਕ ਸਮੂਹ ਦੇ ਵਿੱਚ ਜਾਂ ਇੱਕ ਸਮਾਜਿਕ ਸੰਗਠਨ ਦੇ ਰੂਪ ਦੇ ਵਿੱਚ ਉਹ ਵਿਵਹਾਰ ਕਰ ਰਿਹਾ ਹੈ। ਆਪਣਾ ਜੇ ਸਮਾਜ ਹੈ ਤਾਂ ਉਸ ਦੇ ਵਿੱਚ ਸਿਰਫ ਇੱਕ ਇਕਾਈ ਨਹੀਂ ਹੈ, ਉਹ ਸਮਾਜ ਵੱਖ-ਵੱਖ ਇਕਾਈਆਂ ਤੋਂ ਮਿਲ ਕੇ ਬਣਿਆ ਹੈ, ਜਿੱਥੇ ਹਰ ਇੱਕ ਵਿਅਕਤੀ ਦੂਸਰੇ ਨਾਲੋਂ ਅਲੱਗ ਹੈ ਔਰ ਅਲੱਗ ਹੋਣ ਦੇ ਬਾਵਜੂਦ ਵੀ ਇਕੱਠੇ ਮਿਲ ਕੇ ਕੰਮ ਕਰ ਰਹੇ ਹੈ। ਅਲੱਗ ਕਿਵੇਂ ਹੈ? ਹਰ ਇੱਕ ਵਿਅਕਤੀ ਦੂਸਰੇ ਨਾਲੋਂ ਅਲੱਗ ਕਿਵੇਂ ਹੈ? ਜਿਵੇਂ ਉਹਦੀ ਜਾਤ ਅਲੱਗ ਹੈ, ਧਰਮ ਦੇ ਆਧਾਰ ਤੇ ਉਹ ਦੋ ਵਿਅਕਤੀ ਵੱਖ-ਵੱਖ ਹੁੰਦੇ ਹੈ, ਨਸਲ ਦੇ ਆਧਾਰ ਤੇ, ਚਮੜੀ ਦਾ ਰੰਗ ਅਲੱਗ ਹੈ, ਲਿੰਗ ਅਲੱਗ ਹੈ, ਪੁਰਸ਼ ਜਾਂ ਇਸਤਰੀ, ਜਾਂ ਉਸ ਤੋਂ ਇਲਾਵਾ ਭਾਸ਼ਾ ਵੱਖ-ਵੱਖ ਹੈ, ਅਲੱਗ-ਅਲੱਗ ਦੇਸ਼ ਦੇ ਵਾਸੀ ਹੋ ਸਕਦੇ ਹੈ। ਸੋ ਇਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਲੋਕ ਅਲੱਗ-ਅਲੱਗ ਹੈ, ਸੋ ਅੱਡ-ਅੱਡ ਹੋਣ ਦੇ ਬਾਵਜੂਦ ਜਿੱਥੇ ਏਕਤਾ ਸਥਾਪਿਤ ਹੋਏਗੀ, ਜਿੱਥੇ ਸਮਾਜ ਦੇ ਵਿੱਚ ਯੂਨਿਟੀ ਪਾਈ ਜਾਏਗੀ, ਜਿੱਥੇ ਲੋਕ ਇੱਕ ਦੂਸਰੇ ਦੇ ਨਾਲ ਮਿਲ ਕੇ ਸਮਾਜ ਦੇ ਵਿੱਚ ਕੰਮ ਕਰਨਗੇ। ਸੋ ਜਿੱਥੇ ਏਕਤਾ ਪਾਈ ਜਾਣ ਦਾ ਮਤਲਬ ਇਹੀ ਹੈ ਕਿ ਇੱਕ ਵਿਅਕਤੀ ਨੇ ਆਪਣੇ ਉੱਤੇ, ਆਪਣੇ ਵਿਵਹਾਰ ਉੱਤੇ ਨਿਯੰਤਰਣ ਰੱਖਿਆ ਤੇ ਇਸ ਦੇ ਨਾਲ-ਨਾਲ ਉਸਨੇ ਲੋਕਾਂ ਦੇ ਵਿਵਹਾਰ ਉੱਤੇ ਵੀ ਨਿਯੰਤਰਣ ਕਰਨਾ ਸਿੱਖ ਲਿਆ।
ਉਦਾਹਰਨ ਦੇ ਤੌਰ ਤੇ ਜੇ ਇੱਕ ਸਕੂਲ ਦਾ ਪ੍ਰਿੰਸੀਪਲ ਹੈ, ਉਹ ਸਕੂਲ ਦੇ ਬਾਕੀ ਅਧਿਆਪਕਾਂ ਉੱਤੇ ਨਿਯੰਤਰਣ ਰੱਖਦਾ ਹੈ, ਅਧਿਆਪਕ ਆਪਣੇ ਸਕੂਲ ਦੇ ਜੋ ਸਟੂਡੈਂਟਸ ਹੈ ਉਹਨਾਂ ਉੱਤੇ ਨਿਯੰਤਰਣ ਰੱਖ ਰਹੇ ਹੈ। ਸੋ ਏਦਾਂ ਹੀ ਇੱਕ ਚੇਨ ਵਾਂਗ, ਇੱਕ ਪ੍ਰਕਿਰਿਆ ਦੇ ਵਾਂਗ ਇਹ ਚੀਜ਼ਾਂ ਚੱਲਦੀਆਂ ਜਾਂਦੀਆਂ ਹੈ। ਔਰ ਜੇ ਇਹ ਸੋਚਿਆ ਜਾਵੇ ਕਿ ਜੇ ਸਮਾਜ ਦੇ ਵਿੱਚ ਨਿਯੰਤਰਣ ਨਹੀਂ ਹੋਏਗਾ ਤਾਂ ਸਮਾਜ ਆਪਣਾ ਇੱਕ ਇਕਾਈ ਦੇ ਵਾਂਗ ਅੱਗੇ ਨਹੀਂ ਚੱਲੇਗਾ। ਇਕਾਈ, ਉਹ ਇਕਾਈ ਜਿਸ ਦੇ ਵਿੱਚ ਲੋਕ ਇਕੱਠੇ ਹੋ ਕੇ ਇਕਜੁੱਟ ਹੋ ਕੇ ਕੰਮ ਕਰਨਗੇ ਤੇ ਸਮਾਜ ਦਾ ਵਿਕਾਸ ਕਰਨਗੇ। ਸੋ ਜਿੱਥੇ ਸਮਾਜ ਦੇ ਵਿੱਚ ਏਕਤਾ ਨਹੀਂ ਰਹੇਗੀ ਤਾਂ ਉੱਥੇ ਹਰ ਇੱਕ ਚੀਜ਼ ਦਾ ਹਰ ਇੱਕ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਬਨਾਵਟੀਪਨ ਆ ਜਾਏਗਾ। ਕਿਉਂਕਿ ਜੋ ਇਹ ਸਮਾਜਿਕ ਨਿਯੰਤਰਣ ਹੈ, ਇਹ ਇੱਕ ਵਿਅਕਤੀ ਨੂੰ ਦਿਸ਼ਾ ਪ੍ਰਦਾਨ ਕਰਨਾ। ਹੁਣ ਦਿਸ਼ਾ ਪ੍ਰਦਾਨ ਕਿਵੇਂ ਕਰਨਾ ਕਿ ਵਿਅਕਤੀ ਨੂੰ ਦੱਸਣਾ ਕਿ ਉਹ ਆਹ ਚੀਜ਼ ਸਹੀ ਹੈ, ਉਹਨੇ ਇਸ ਚੀਜ਼ਾਂ ਨੂੰ ਐਵੇਂ ਫੋਲੋ ਕਰਨਾ ਹੈ ਜਾਂ ਨਹੀਂ ਕਰਨਾ। ਸੋ ਇਸ ਦਾ ਮਤਲਬ ਕਿ ਇੱਕ ਵਿਅਕਤੀ ਜਿੱਥੇ ਸਮਾਜ ਦੇ ਵਿੱਚ ਦੂਜੇ ਵਿਅਕਤੀਆਂ ਨਾਲ ਮਿਲ ਕੇ ਨੋਰਮਸ ਐਂਡ ਵੈਲਿਊਜ਼ ਦੇ ਅਨੁਸਾਰ ਕੰਮ ਕਰੇਗਾ, ਉੱਥੇ ਉਹ ਦੂਜੇ ਲੋਕਾਂ ਦੇ ਨਾਲ ਆਪਣੇ ਸਮਾਜ ਦੇ ਵਿੱਚ ਰਹਿ ਕੇ ਸਮਾਜ ਨੂੰ ਸਹੀ ਢੰਗ ਦੇ ਨਾਲ ਚਲਾਏਗਾ। ਕਿਉਂਕਿ ਇਹ ਇੱਕ ਲੋਕਾਂ ਦਾ ਸਮੂਹ ਹੀ ਹੈ ਜਿਸ ਨੇ ਦੂਜਿਆਂ ਉੱਤੇ ਨਿਯੰਤਰਣ ਰੱਖਿਆ ਹੋਇਆ। ਸਮਾਜ ਦੇ ਵਿੱਚ ਸਮਾਜਿਕ ਇਕਾਈ ਦੀ ਸਥਾਪਨਾ ਕਰਨਾ, ਸਮਾਜ ਦੇ ਵਿੱਚ ਜੋ ਇੱਕ ਫੀਲਿੰਗ ਆਫ ਕੋਆਪਰੇਸ਼ਨ ਹੈ, ਜੋ ਇੱਕ ਆਪਸੀ ਭਲਾਈ ਦੀ ਜੋ ਭਾਵਨਾ ਹੈ, ਉਸ ਨੂੰ ਪੈਦਾ ਕਰਨਾ, ਜੋ ਇੱਕ ਮੁੱਖ ਵਿਸ਼ੇਸ਼ਤਾ ਦੇ ਵਜੋਂ ਵੀ ਜਾਣੀ ਜਾਂਦੀ ਹੈ। ਕਿਉਂਕਿ ਕੋਆਪਰੇਸ਼ਨ ਦੀ ਫੀਲਿੰਗ, ਇੱਕ ਵਿਅਕਤੀ ਜਦ ਸਮਾਜ ਦੇ ਵਿੱਚ ਰਹਿ ਕੇ ਦੂਜੇ ਨਾਲ ਕੋਆਪਰੇਟ ਕਰੇਗਾ, ਜਦੋਂ ਦੂਜੇ ਨਾਲ ਅੰਤਰ ਕਿਰਿਆਵਾਂ ਕਰੇਗਾ, ਜਦੋਂ ਦੂਸਰੇ ਵਿਅਕਤੀ ਦੇ ਨਾਲ ਮਿਲ ਜੁਲ ਕੇ ਕੰਮ ਕਰੇਗਾ, ਉੱਥੇ ਏਕਤਾ ਦੀ ਭਾਵਨਾ ਪਾਈ ਜਾਏਗੀ, ਉੱਥੇ ਆਪਸੀ ਸਹਿਯੋਗ ਦੀ ਭਾਵਨਾ ਪਾਈ ਜਾਏਗੀ ਤੇ ਜੋ ਸਮਾਜਿਕ ਨਿਯੰਤਰਣ ਹੈ ਉਹ ਆਪਣੇ ਆਪ ਹੀ ਸਥਾਪਿਤ ਹੋ ਜਾਏਗਾ। ਸਮਾਜਿਕ ਨਿਯੰਤਰਣ ਨੂੰ ਸਥਾਪਿਤ ਕਰਨ ਦੀ ਜ਼ਰੂਰਤ ਵੀ ਪੈਂਦੀ ਹੈ ਕਿਉਂਕਿ ਇਹ ਫਾਰਮਾਂ ਦੇ ਵਾਸਤੇ ਬਣਾਏ ਗਏ, ਲੋਕਾਂ ਦੀ ਭਲਾਈ ਵਾਸਤੇ ਬਣਾਏ ਹੈ। ਸੋ ਉਹ ਚੀਜ਼ਾਂ ਨੂੰ ਆਪਾਂ ਸਾਰੇ ਹੀ ਫੋਲੋ ਕਰ ਰਹੇ ਹਾਂ। ਕਿਉਂ ਫੋਲੋ ਕਰ ਰਹੇ ਹਾਂ? ਕਿਉਂਕਿ ਹਰ ਇੱਕ ਵਿਅਕਤੀ ਨੇ ਉਸ ਰੂਲ ਨੂੰ, ਉਸ ਰੈਗੂਲੇਸ਼ਨ ਨੂੰ ਮਾਨਤਾ ਦਿੱਤੀ ਗਈ ਹੈ, ਮਾਨਤਾ ਦਿੱਤੀ ਗਈ ਹੈ। ਔਰ ਮਾਨਤਾ ਤਾਂ ਹੀ ਦਿੱਤੀ ਜਾਏਗੀ ਜਦ ਇੱਕ ਵਿਅਕਤੀ ਨੂੰ ਲੱਗੇਗਾ ਕਿ ਇਹ ਜੋ ਲਾਅ ਬਣਿਆ ਹੈ ਇਹ ਸਾਡੇ ਵਾਸਤੇ ਫਾਇਦੇਮੰਦ ਹੈ ਤੇ ਇਸ ਲਾਅ ਦੇ ਨਾਲ ਕੀ ਹੈ, ਸਮਾਜ ਦੇ ਵਿੱਚ ਲੋਕਾਂ ਨਾਲ ਚੰਗੀ ਢੰਗ ਨਾਲ ਵਿਚਰਿਆ ਜਾਏਗਾ। ਔਰ ਇਹ ਜੋ ਸਮਾਜਿਕ ਨਿਯੰਤਰਣ ਹੈ ਇਹ ਵਿਅਕਤੀਆਂ ਨੂੰ ਸਮਾਜਿਕ ਜੋ ਸੋਸ਼ਲ ਸਿਕਿਉਰਿਟੀ ਹੈ, ਸਮਾਜਿਕ ਜੋ ਸਿਕਿਉਰਿਟੀ ਹੈ, ਸਿਕਿਉਰ ਕਰਦਾ, ਲੋਕਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਦਾ ਹੈ। ਕਿਉਂਕਿ ਜਦ ਤੱਕ ਇੱਕ ਵਿਅਕਤੀ ਸਮਾਜ ਦੇ ਵਿੱਚ ਰਹਿ ਕੇ ਸਿਕਿਉਰ ਨਹੀਂ ਹੋਏਗਾ, ਜੇ ਕਿਸੇ ਦੇ ਉੱਤੇ ਐਕਸਟਰਨਲ ਜੋ ਪਾਵਰਸ ਹੈ ਉਹਦਾ ਪ੍ਰੈਸ਼ਰ ਰਹੇਗਾ ਤਾਂ ਉਹ ਵਿਅਕਤੀ ਆਪਣੇ ਆਪ ਨੂੰ ਸੁਤੰਤਰ ਨਹੀਂ ਮੰਨੇਗਾ, ਉਹ ਆਪਣੇ ਆਪ ਨੂੰ ਸਿਕਿਉਰ ਨਹੀਂ ਕਰੇਗਾ, ਉਹ ਬੜੇ ਦਬਾਅ ਦੇ ਵਿੱਚ ਰਹੇਗਾ। ਸੋ ਜਿੱਥੇ ਇੱਥੇ ਸਮਾਜਿਕ ਨਿਯੰਤਰਣ ਦੇ ਵਿੱਚ ਜੇ ਮੈਂ ਦਬਾਅ ਦੀ ਗੱਲ ਵੀ ਕਰ ਰਹੀ ਹਾਂ ਤਾਂ ਇਸ ਦਾ ਮਤਲਬ ਸਕਾਰਾਤਮਕ ਢੰਗ ਦੇ ਨਾਲ ਲੋਕਾਂ ਦੇ ਵਿਵਹਾਰ ਨੂੰ ਦਬਾਅ ਪਾਉਣਾ। ਜਿਵੇਂ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਸਿਖਾਉਂਦੇ ਨੇ, ਸਕੂਲ, ਕਾਲਜ, ਯੂਨੀਵਰਸਿਟੀ ਜਾਂ ਕੋਈ ਵੀ ਏਦਾਂ ਦੀ ਇੰਸਟੀਟਿਊਸ਼ਨ ਹੈ, ਕੋਈ ਆਰਗੇਨਾਈਜੇਸ਼ਨ ਹੈ, ਉਹ ਆਪਣੇ ਉਸ ਗਰੁੱਪ ਦੇ ਮੈਂਬਰਸ ਦੇ ਉੱਤੇ ਦਬਾਅ ਪਾ ਰਹੇ ਹਨ ਉਹਨਾਂ ਦੇ ਵਿਵਹਾਰ ਨੂੰ ਠੀਕ ਕਰਨ ਲਈ। ਕਿਉਂਕਿ ਜੇ ਇੱਕ ਵਿਅਕਤੀ ਦਾ ਵਿਵਹਾਰ ਠੀਕ ਰਹੇਗਾ ਤਦ ਹੀ ਉਹ ਅੱਗੇ ਚੱਲ ਕੇ ਸਮਾਜ ਨੂੰ ਇੱਕ ਸਹੀ ਦਿਸ਼ਾ ਵਿੱਚ ਲੈ ਕੇ ਜਾਏਗਾ ਜਾਂ ਸਮਾਜ ਦਾ ਨਿਰਮਾਣ ਹੋਏਗਾ ਜਾਂ ਸਮਾਜ ਦੇ ਵਿੱਚ ਵਿਕਾਸ ਦੀ ਸਥਾਪਨਾ ਹੋਏਗੀ। ਕਿਉਂਕਿ ਇਸ ਦੇ ਨਾਲ ਸਮਾਜੀਕਰਨ ਹੋ ਰਿਹਾ ਹੈ ਇੱਕ ਵਿਅਕਤੀ ਦਾ। ਸਮਾਜੀਕਰਨ ਹੋਣਾ ਬਹੁਤ ਜ਼ਰੂਰੀ ਹੈ। ਜੇ ਹੁਣ ਲੈਕਚਰ ਚੱਲ ਰਿਹਾ ਹੈ ਜਾਂ ਜੇ ਸਿੰਪਲ ਆਪਾਂ ਗੱਲ ਕਰਦੇ, ਜੇ ਇੱਕ ਟੀਚਰ ਸਟੂਡੈਂਟ ਦੇ ਨਾਲ ਗੱਲ ਕਰਦਾ ਹੈ ਤਾਂ ਜ਼ਰੂਰੀ ਨਹੀਂ ਹੈ ਕਿ ਸਟੂਡੈਂਟ ਨੂੰ ਵੀ ਉਹ ਕੁਝ ਸਿਖਾਉਂਦਾ, ਸਟੂਡੈਂਟ ਤੋਂ ਵੀ, ਉਸ ਵਿਦਿਆਰਥੀ ਤੋਂ ਵੀ ਉਹ ਅਧਿਆਪਕ ਕਾਫੀ ਕੁਝ ਸਿੱਖਦਾ ਹੈ। ਸੋ ਜਿੱਥੇ ਆਦਾਨ ਪ੍ਰਦਾਨ ਚੀਜ਼ਾਂ ਦਾ ਹੋਣ ਲੱਗ ਜਾਂਦਾ ਹੈ, ਇੱਕ ਫਾਰਮਲ ਵੇ ਦੇ ਵਿੱਚ ਜਾਂ ਇਨਫਾਰਮਲ ਵੇ ਵੀ ਕਿਹਾ ਜਾਂਦਾ ਹੈ, ਇਸ ਤੋਂ ਅਲੱਗ-ਅਲੱਗ ਨਾਮ ਦੇ ਨਾਲ ਵੀ ਆਪਾਂ ਵਨਨੈਸ ਕਹਿ ਸਕਦੇ ਹੋ, ਸ਼ੇਅਰਿੰਗ ਦੀ ਫੀਲਿੰਗ ਬੋਲ ਸਕਦੇ ਹੋ, ਭਾਈਚਾਰੇ ਦੀ ਭਾਵਨਾ ਕਹਿ ਸਕਦੇ ਹੋ, ਇਕਜੁੱਟਤਾ ਹੋਣੀ, ਇਕਰੂਪਤਾ ਹੋਣੀ ਸਮਾਜ ਦੇ ਵਿੱਚ, ਇਹ ਸਾਰੀਆਂ ਚੀਜ਼ਾਂ ਹੀ ਬਹੁਤ ਜ਼ਰੂਰੀ ਹੈ। ਇਹ ਸਾਰੀਆਂ ਚੀਜ਼ਾਂ ਦੇ ਹੋਣ ਨਾਲ ਕੀ ਹੋਏਗਾ, ਸਮਾਜ ਆਪਣਾ ਇੱਕ ਵਧੀਆ ਆਕਾਰ ਲੈ ਲਏਗਾ। ਔਰ ਜਿੱਥੇ ਸਮਾਜ ਨੇ ਇੱਕ ਵਧੀਆ ਆਕਾਰ ਲੈ ਲਿਆ ਉੱਥੇ ਸਮਾਜ ਨੂੰ ਤੋੜਨਾ ਅਸੰਭਵ ਹੋ ਜਾਏਗਾ। ਕਿਉਂਕਿ ਸਮਾਜ ਇੱਕ ਏਦਾਂ ਦੀ ਕੜੀ ਹੈ, ਲੋਕਾਂ ਦੀ ਉਹ ਕੜੀ ਹੈ ਜਿੱਥੇ ਥੋੜਾ ਜਿਹਾ ਵੀ ਪ੍ਰੋਬਲਮ ਆਉਣ ਤੇ ਇਹ ਸਮਾਜ ਟੁੱਟ ਸਕਦਾ ਹੈ। ਔਰ ਇਹ ਸਮਾਜ ਨੂੰ ਜੋੜ ਕੇ ਕੌਣ ਰੱਖਦਾ? ਏਕਤਾ। ਸਮਾਜ ਦੇ ਵਿੱਚ ਲੋਕ ਆਪਸ ਦੇ ਵਿੱਚ ਅੰਤਰ ਕਿਰਿਆਵਾਂ ਕਰਨਗੇ, ਇੱਕ ਦੂਸਰੇ ਨਾਲ ਏਕਤਾ ਦੀ ਭਾਵਨਾ ਰੱਖਣਗੇ ਤੇ ਸਮਾਜ ਦੇ ਵਿੱਚ ਸਮਾਜਿਕ ਨਿਯੰਤਰਣ ਰੱਖਣਗੇ। ਕਿਉਂਕਿ ਸਮਾਜਿਕ ਨਿਯੰਤਰਣ ਇੱਕ ਉਹ ਲੋਕਾਂ ਦਾ ਦੁਆਰਾ ਕੀਤੀਆਂ ਗਈਆਂ ਅੰਤਰ ਕਿਰਿਆਵਾਂ ਹੈ, ਦੈਟ ਇਜ਼ ਐਕਟੀਵਿਟੀਜ਼ ਆਫ ਅ ਗਰੁੱਪ। ਉਹ ਡਿਜ਼ਾਈਨ ਕੀਤੀਆਂ ਗਈਆਂ ਐਕਟੀਵਿਟੀਜ਼ ਜੋ, ਔਰ ਜਿੱਥੇ ਨੁਕਸਾਨ ਪਹੁੰਚਾਉਣਗੇ ਉੱਥੇ ਸਮਾਜ ਦਾ ਵਿਕਾਸ ਨਹੀਂ ਹੋਏਗਾ। ਇਸ ਕਰਕੇ ਸਮਾਜ, ਹਰ ਇੱਕ ਵਿਅਕਤੀ ਸਮਾਜ ਦਾ ਪ੍ਰਾਣੀ ਹੈ। ਸਮਾਜ ਇੱਕ ਏਦਾਂ ਦੀ
ਵਿਵਸਥਾ ਹੈ ਜਿੱਥੇ ਇੱਕ ਵਿਅਕਤੀ ਦੂਜੇ ਨਾਲ ਮਿਲ ਕੇ ਕੰਮ ਕਰਦਾ। ਸੋ ਮਿਲ ਕੇ ਕੰਮ ਕਰਨਾ, ਮਿਲ ਕੇ ਇੱਕ ਵਿਅਕਤੀ ਤਾਂ ਹੀ ਕੰਮ ਕਰ ਸਕਦਾ ਹੈ ਜੇ ਉਹ ਆਪਣੇ ਵਿਵਹਾਰ ਨੂੰ ਵੀ ਆਰਗੇਨਾਈਜ਼ਡ ਰੱਖੇਗਾ, ਆਪਣੇ ਵਿਵਹਾਰ ਦੇ ਉੱਤੇ ਵੀ ਨਿਯੰਤਰਣ ਰੱਖੇਗਾ ਤੇ ਦੂਸਰੇ ਵਿਅਕਤੀਆਂ ਦੇ ਵਿਵਹਾਰ ਦੇ ਉੱਤੇ ਵੀ ਨਿਯੰਤਰਣ ਰੱਖਣਾ ਬਹੁਤ ਜ਼ਰੂਰੀ ਹੈ, ਜਿਸ ਦੇ ਨਾਲ ਇੱਕ ਵਿਅਕਤੀ ਸਮਾਜ ਦੇ ਵਿੱਚ ਸਹੀ ਢੰਗ ਦੇ ਨਾਲ ਜੀਏਗਾ, ਸਹੀ ਢੰਗ ਨਾਲ ਉਹ ਆਪਣੇ ਆਪ ਨੂੰ ਕੰਟਰੋਲ ਕਰੇਗਾ। ਇਸ ਕਰਕੇ ਆਪਣੀਆਂ ਕੁਝ ਇੱਛਾਵਾਂ ਉਹਨਾਂ ਨੂੰ ਦਬਾਣਾ ਦਾ ਮਤਲਬ ਕਿ ਉਹ ਇੱਛਾਵਾਂ ਜੋ ਸਮਾਜ ਨੂੰ ਕਿਤੇ ਨਾ ਕਿਤੇ ਨੁਕਸਾਨ ਪਹੁੰਚਾਉਣਗੀਆਂ ਉਹਨਾਂ ਨੂੰ ਅਲੱਗ ਤੋਂ ਰੱਖ ਕੇ ਸਮਾਜ ਦੇ ਨਿਯਮਾਂ ਨੂੰ, ਸਮਾਜ ਦੀ ਜੋ ਕਦਰਾਂ ਕੀਮਤਾਂ ਹੈ ਉਸ ਨੂੰ ਫੋਲੋ ਕਰਨਾ, ਉਹਨਾਂ ਦੀ ਪਾਲਣਾ ਕਰਨਾ, ਇਹੀ ਇੱਕ ਸਮਾਜ ਦੇ ਵਿੱਚ ਇੱਕ ਵਧੀਆ ਨਾਗਰਿਕ ਹੋਣ ਦੀ ਕਹਿ ਲਓ ਕਿ ਸਿੰਬਲ ਜਾਂ ਸਾਈਨ ਹੋ ਜਾਂਦਾ ਹੈ ਤੇ ਜਿਸ ਦੇ ਨਾਲ ਸਮਾਜ ਇੱਕ ਸੰਤੁਲਿਤ ਢੰਗ ਦੇ ਨਾਲ ਅੱਗੇ ਵੱਧ ਰਿਹਾ ਹੈ। ਕਿਉਂਕਿ ਸਮਾਜ ਦੇ ਵਿੱਚ ਜੇ ਇੱਕ ਵਿਅਕਤੀ ਵਿਵਹਾਰ ਵਧੀਆ ਨਹੀਂ ਕਰੇਗਾ, ਦੂਜੇ ਨੂੰ ਨੁਕਸਾਨ ਪਹੁੰਚਾਏਗਾ ਤਾਂ ਇੱਥੇ ਯੂਨਿਟੀ ਨਹੀਂ ਦੇਖਣ ਨੂੰ ਮਿਲੇਗੀ। ਹਰ ਇੱਕ ਵਿਅਕਤੀ ਦੂਜੇ ਨਾਲੋਂ ਅਲੱਗ ਹੈ, ਜੋ ਮੈਂ ਪਹਿਲਾਂ ਵੀ ਇਸ ਟੌਪਿਕ ਸਟਾਰਟ ਹੋਣ ਦੇ ਵਿੱਚ ਮੈਂ ਕਹਿ ਚੁੱਕੀ ਹਾਂ ਕਿ ਹਰ ਇੱਕ ਵਿਅਕਤੀ ਦੂਜੇ ਨਾਲੋਂ ਅਲੱਗ ਹੈ। ਸੋ ਅਲੱਗ ਹੋਣ ਦੇ ਬਾਵਜੂਦ ਜਿੱਥੇ ਇਕੱਠੇ ਮਿਲ ਕੇ ਇੱਕ ਸਮੂਹ ਬਣਾ ਕੇ ਸਮਾਜ ਦੇ ਵਿੱਚੋਂ ਚੱਲ ਰਹੇ ਹੈ, ਲੋਕਾਂ ਦੇ ਵਿੱਚ ਵਿਚਰ ਰਹੇ ਹੈ ਜਾਂ ਇੱਕ ਦੂਸਰੇ ਦੇ ਨਾਲ ਏਕਤਾ ਬਣਾ ਕੇ ਰੱਖ ਰਹੇ ਹੈ, ਉੱਥੇ ਹੀ ਸਮਾਜਿਕ ਨਿਯੰਤਰਣ ਦੇਖਣ ਨੂੰ ਮਿਲੇਗਾ। ਕਿਉਂਕਿ ਜੋ ਸਮਾਜਿਕ ਨਿਯੰਤਰਣ ਹੈ ਉਸਦਾ ਜੋ ਘੇਰਾ ਹੈ ਉਹ ਬਹੁਤ ਹੀ ਵੱਡਾ ਹੈ। ਉਹ ਵੱਡਾ ਘੇਰਾ ਹੋਣ ਦੇ ਨਾਲ ਕੀ ਹੈ, ਸਮਾਜ ਦੇ ਵਿੱਚ ਹਰ ਇੱਕ ਵਿਅਕਤੀ ਉਹਦੇ ਵਿੱਚ ਸ਼ਾਮਿਲ ਹੋਏਗਾ। ਭਾਵੇਂ ਉਹ ਪਰਿਵਾਰ ਇੱਕ ਇਕਾਈ ਹੈ, ਭਾਵੇਂ ਵਿਆਹ ਇਕਾਈ ਦੀ ਗੱਲ ਕਰੀਏ, ਨਾਤੇਦਾਰੀ ਦੀ ਗੱਲ ਕਰ ਰਹੇ ਹਾਂ ਉਹ ਵੀ ਇੱਕ ਤਰ੍ਹਾਂ ਦੀ ਇਕਾਈ ਹੈ, ਕੋਈ ਧਰਮ ਹੈ ਜਾਂ ਕੋਈ ਸੰਸਕ੍ਰਿਤੀ ਦੀ ਗੱਲ ਕਰ ਰਹੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੈ ਕਿ ਵਿਅਕਤੀ ਇੱਕ ਦੂਜੇ ਤੋਂ ਕੁਛ ਨਾ ਕੁਛ ਸਿੱਖ ਰਿਹਾ ਹੈ ਤੇ ਉਹ ਸਾਰੀਆਂ ਚੀਜ਼ਾਂ ਸਿੱਖਣ ਦੇ ਨਾਲ ਕੀ ਹੈ, ਸਮਾਜ ਨੂੰ ਇੱਕ ਸਹੀ ਦਿਸ਼ਾ ਦੇ ਰਿਹਾ ਹੈ। ਸੋ ਸਮਾਜ ਨੂੰ ਇੱਕ ਸਹੀ ਆਕਾਰ ਦੇ ਵਿੱਚ ਲੈ ਕੇ ਜਾਣਾ, ਸਮਾਜ ਦੇ ਵਿੱਚ ਲੋਕਾਂ ਦੁਆਰਾ ਦੂਜੇ ਲੋਕਾਂ ਉੱਤੇ ਦਬਾਅ ਪਾਉਣਾ ਤਾਂ ਕਿ ਲੋਕ ਸਹੀ ਦਿਸ਼ਾ ਦੇ ਵਿੱਚ ਕੰਮ ਕਰ ਸਕਣ। ਸੋ ਇਸ ਤਰ੍ਹਾਂ ਆਪਾਂ ਇਹ ਪੂਰੇ ਆਪਣੇ ਅੱਜ ਦੇ ਸੈਸ਼ਨ ਦੇ ਵਿੱਚ, ਅੱਜ ਦੇ ਸੋਸ਼ੀਓਲੋਜੀ ਦੇ ਇਸ ਟੌਪਿਕ ਦੇ ਵਿੱਚ ਦੇਖਿਆ ਕਿ ਸਮਾਜਿਕ ਜੋ ਨਿਯੰਤਰਣ ਹੈ ਉਹਦਾ ਜ਼ਰੂਰਤ ਕਿਉਂ ਹੈ ਸਮਾਜ ਵਾਸਤੇ। ਜਿਵੇਂ ਸਮਾਜ ਦੇ ਵਿੱਚ ਸਮਾਜਿਕ ਨਿਯੰਤਰਣ ਹੋਏਗਾ ਤਾਂ ਹੀ ਸਮਾਜ ਦੇ ਵਿੱਚ ਏਕਤਾ ਬਣੀ ਹੋਏਗੀ, ਤਾਂ ਹੀ ਲੋਕ ਇੱਕ ਦੂਸਰੇ ਦੇ ਉੱਤੇ ਨਿਰਭਰ ਹੋ ਕੇ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ। ਕਿਉਂਕਿ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ ਕਿ ਇੱਕ ਵਿਅਕਤੀ ਆਪਣੇ ਵਿਵਹਾਰ ਨੂੰ ਵੀ ਠੀਕ ਰੱਖੇ। ਜੇ ਇੱਕ ਵਿਅਕਤੀ ਨੂੰ ਦੂਜੇ ਦਾ ਵਿਵਹਾਰ ਸਹੀ ਨਹੀਂ ਲੱਗਦਾ ਤਾਂ ਉਹ ਇੱਕ ਦੂਜੇ ਨਾਲ ਮਿਲ ਕੇ ਕੰਮ ਨਹੀਂ ਕਰ ਸਕਦੇ। ਇਸ ਕਰਕੇ ਸਹੀ ਢੰਗ ਨਾਲ ਕੰਮ ਕਰਨ ਲਈ ਜ਼ਰੂਰੀ ਹੈ ਕਿ ਇੱਕ ਦੂਜੇ ਉੱਤੇ ਡਿਪੈਂਡ ਹੋਇਆ ਜਾਵੇ, ਇੱਕ ਦੂਜੇ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇ ਤੇ ਆਪਣੀਆਂ ਜ਼ਰੂਰਤਾਂ ਨੂੰ ਵੀ ਆਪੇ ਹੀ ਪੂਰਾ ਕੀਤਾ ਜਾਵੇ। ਇਸ ਤੋਂ ਬਾਅਦ ਇਸ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਹੋਈ ਹੈ, ਏਜੰਸੀਆਂ ਬਾਰੇ ਗੱਲ ਕੀਤੀ ਹੈ, ਜੋ ਰਸਮੀ ਤੇ ਗੈਰ ਰਸਮੀ ਏਜੰਸੀਆਂ ਹੈ, ਜੋ ਰਸਮੀ ਢੰਗ ਦੇ ਨਾਲ ਵੀ ਤੇ ਗੈਰ ਰਸਮੀ ਢੰਗ ਦੇ ਨਾਲ ਵੀ ਇੱਕ ਵਿਅਕਤੀ ਦੇ ਵਿਵਹਾਰ ਨੂੰ ਸੰਤੁਲਿਤ ਕਰਦੀਆਂ। ਇਸ ਤੋਂ ਇਲਾਵਾ ਆਪਾਂ ਸਮਾਜਿਕ ਨਿਯੰਤਰਣ ਦੀਆਂ ਕਿਸਮਾਂ ਦੀ ਬੜੀ ਵਿਸਥਾਰ ਦੇ ਨਾਲ ਇਸ ਟੌਪਿਕ ਦੇ ਵਿੱਚ ਗੱਲ ਹੋਈ ਹੈ ਕਿ ਕਿਵੇਂ ਸੰਗਠਿਤ, ਅਸੰਗਠਿਤ, ਆਟੋਮੈਟਿਕ ਜਾਂ ਮੋਰ ਆਟੋਮੈਟਿਕ, ਸਹਿਜ, ਵਧੇਰੇ ਸਹਿਜ, ਜਾਂ ਉਸ ਤੋਂ ਇਲਾਵਾ ਸਿੱਧਾ ਤੌਰ ਦੇ ਉੱਤੇ ਸਮਾਜਿਕ ਨਿਯੰਤਰਣ, ਜਿਵੇਂ ਪਰਿਵਾਰ ਸਿੱਧੇ ਤੌਰ ਉੱਤੇ ਸਮਾਜ ਦੇ ਉੱਤੇ ਨਿਯੰਤਰਣ ਰੱਖ ਰਹੇ ਹਨ, ਲੋਕਾਂ ਦੇ ਨਾਲ ਪਰਿਵਾਰ ਆਪਾਂ ਨੂੰ ਨਿਯੰਤਰਿਤ ਕਰਦਾ ਹੈ, ਜਾਂ ਅਸਿੱਧੇ ਤੌਰ ਦੇ ਉੱਤੇ ਲਾਅ ਐਂਡ ਆਰਡਰ ਹੈ, ਪੁਲਿਸ ਹੈ, ਗਵਰਨਮੈਂਟ ਬਣੀ ਹੈ, ਉਹ ਅਸਿੱਧੇ ਤੌਰ ਤੇ ਕਰ ਰਹੇ ਹੈ। ਤੇ ਸਕਾਰਾਤਮਕ ਢੰਗ ਦੇ ਨਾਲ ਜਾਂ ਨਕਾਰਾਤਮਕ ਢੰਗ ਨਾਲ ਕਿਵੇਂ ਇੱਕ ਦੂਸਰੇ ਸਮਾਜ ਦੇ ਵਿੱਚ ਰਹਿ ਕੇ ਇੱਕ ਦੂਜੇ ਦੇ ਵਿਵਹਾਰ ਨੂੰ ਜਾਂ ਆਪਣੇ ਵਿਵਹਾਰ ਨੂੰ ਹੀ ਸੰਤੁਲਿਤ ਰੱਖਣਾ। ਸੋ ਇਹ ਸਾਰੀਆਂ ਚੀਜ਼ਾਂ ਤੋਂ ਇਹ ਪਤਾ ਲੱਗਦਾ ਹੈ ਕਿ ਜਿੱਥੇ ਸਮਾਜ ਦੇ ਵਿੱਚ ਲੋਕ ਇੱਕ ਦੂਜੇ ਨਾਲ ਵਿਚਰਨਗੇ ਉੱਥੇ ਸਮਾਜ ਦੇ ਉੱਤੇ ਨਿਯੰਤਰਣ ਰੱਖਣ ਦੀ ਵੀ ਬਹੁਤ ਜ਼ਰੂਰਤ ਹੈ। ਧੰਨਵਾਦ।